ਲਈ ਅੰਗੜਾਈ ਚੰਗ ਨੂੰ ਹਵਾਵਾਂ ਤੁਰੀਆਂ ਸਾਨੂੰ ਮਹਿਕ ਮੁਹੱਬਤਾਂ ਦੀ ਆਈ ਚੰਗ ਨੂੰ ਹਵਾਵਾਂ ਤੁਰੀਆਂ ਹਰਫੇ ਚੰਬੇ ਦੀਆਂ ਡਾਲੀਆਂ ਜੋ ਹੋ ਗਏ ਜ਼ਿੰਦਗੀ ਦੇ ਬੋਲ ਸਾਡੇ ਸਾਹਾਂ 'ਚ ਪਰੋ ਗਏ ਜ਼ਿੰਦਗੀ ਦੇ ਬੋਲ ਸਾਡੇ ਸਾਹਾਂ 'ਚ ਪਰੋ ਗਏ ਹੋ ਰੂਹ ਦੇ ਬੇਲੀਆਂ 'ਚ ਮੱਚ ਗਈ ਦੁਹਾਈ ਚੰਗ ਨੂੰ ਹਵਾਵਾਂ ਤੁਰੀਆਂ ਸਾਨੂੰ ਮਹਿਕ ਮੁਹੱਬਤਾਂ ਦੀ ਆਈ ਚੰਗ ਨੂੰ ਹਵਾਵਾਂ ਤੁਰੀਆਂ ਨਾ 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 ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ ਦੇ 25ਵੇਂ ਦਿਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਔਰ ਇਹ 25ਵਾਂ ਦਿਨ ਜਿਹੜਾ ਆ ਉਹ ਬੜਿਆਂ ਪੜਾਵਾਂ ਦੇ ਵਿੱਚੋਂ ਲੰਘਦਾ ਹੋਇਆ ਤੁਹਾਡੇ ਤੱਕ ਸਫ਼ਰ ਤੈਅ ਕਰਦਾ ਹੋਇਆ ਅੱਜ ਅਸੀਂ ਪਹੁੰਚਿਆ ਲੈ ਕੇ। ਔਰ ਸਾਡੇ ਨਾਲ ਰੋਜ਼ ਕੋਈ ਨਾ ਕੋਈ ਅਜਿਹੀ ਸ਼ਖਸੀਅਤ ਹੁੰਦੀ ਹੈ ਜਿਨ੍ਹਾਂ ਨੇ ਥੀਏਟਰ ਦੇ ਖੇਤਰ ਦੇ ਵਿੱਚ, ਕਲਾ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਖੱਟਿਆ ਹੁੰਦਾ, ਬਹੁਤ ਮਿਹਨਤ ਤੇ ਲਗਨ ਦੇ ਨਾਲ ਇਹ ਸਫ਼ਰ ਤੈਅ ਕਰਕੇ ਇੱਥੇ ਤੱਕ ਪਹੁੰਚੇ ਹੁੰਦੇ ਨੇ। ਔਰ ਸਾਨੂੰ ਹਮੇਸ਼ਾ ਉਹ ਆਪਣਾ ਆਸ਼ੀਰਵਾਦ ਵੀ ਦਿੰਦੇ ਨੇ ਔਰ ਕਲਾਕਾਰ ਜੋ ਸਾਡੇ ਨਾਲ ਹਾਜ਼ਰ ਹੁੰਦੇ ਨੇ ਉਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਵੀ ਕਰਦੇ ਹਾਂ। ਮੈਂ ਤੁਹਾਡਾ ਦੋਸਤ ਸੁਰਿੰਦਰ ਮੰਡ 25ਵੇਂ ਦਿਨ ਫਿਰ ਹਾਜ਼ਰ ਹਾਂ ਇੱਕ ਨਵਾਂ ਸੈਗਮੈਂਟ ਲੈ ਕੇ, ਇੱਕ ਨਵਾਂ ਪ੍ਰੋਗਰਾਮ ਲੈ ਕੇ। ਤੁਸੀਂ ਜਾਣਦੇ ਹੋ ਕਿ 21 ਜੂਨ ਤੋਂ ਸ਼ੁਰੂ ਹੋਇਆ ਇਹ ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ ਆਪਣਾ ਲੰਬਾ ਸਫ਼ਰ ਤੈਅ ਕਰਦਾ ਹੋਇਆ ਅੱਜ 25ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ। ਔਰ ਇਹ 25ਵਾਂ ਦਿਨ ਜਿਹੜਾ ਆ ਉਹ ਖਾਸ ਮੈਂ ਕਹਿ ਸਕਦਾ ਇਸ ਕਰਕੇ ਕਿਉਂਕਿ ਅੱਜ ਜਿਹੜੀਆਂ ਵੀ ਪੇਸ਼ਕਾਰੀਆਂ ਇਸ ਮੰਚ ਤੇ ਹੋਣੀਆਂ ਨੇ, ਜੋ ਵੀ ਗੱਲਬਾਤ ਅਸੀਂ ਕਰਾਂਗੇ ਉਹ ਨਾਰੀਆਂ ਨੂੰ ਸਮਰਪਿਤ ਹੋਏਗੀ ਕਿਉਂਕਿ ਅਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ 3 ਮਹਿਲਾਵਾਂ, 3 ਨਾਰੀਆਂ, ਕਿਉਂਕਿ ਨਾਰੀ ਸਸ਼ਕਤੀਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਫਿਰ ਅਧਿਕਾਰਾਂ ਦੀ ਵੀ ਗੱਲ ਕਰਦੇ ਹਾਂ ਤੇ ਕਰਤੱਵਾਂ ਦੀ ਵੀ ਗੱਲ ਕਰਦੇ ਹਾਂ ਤੇ ਵੀ ਮੰਚ ਨੇ ਆਪਣਾ ਕਰਤੱਵ ਨਿਭਾਉਂਦਿਆਂ ਹੋਇਆਂ ਅੱਜ ਮਹਿਲਾਵਾਂ ਨੂੰ, ਨਾਰੀਆਂ ਨੂੰ ਇਸ ਮੰਚ ਪੇਸ਼ ਕਰਨ ਦਾ ਜਿਹੜਾ ਵੱਡਾ ਉਪਰਾਲਾ ਕੀਤਾ ਹੈ। ਮੇਰੀ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਪਰ ਮੈਂ ਜ਼ਰੂਰ ਦੱਸਾਂਗਾ ਕਿ ਸਾਡੇ ਇਸ ਪ੍ਰੋਗਰਾਮ ਦੇ 4 ਸੈਗਮੈਂਟ ਜਿਹੜੇ ਨੇ ਉਹ ਹੁੰਦੇ ਨੇ। ਪਹਿਲਾ ਸੈਗਮੈਂਟ ਹੁੰਦਾ ਹੈ ਸੁਨਹਿਰੀ ਬੋਲ, ਦੂਸਰਾ ਸੈਗਮੈਂਟ ਹੁੰਦਾ ਹੈ ਰੂਬਰੂ, ਤੀਸਰਾ ਪੇਸ਼ ਏ ਨਜ਼ਰ ਜਿਹਦੇ ਵਿੱਚ ਤੁਸੀਂ ਸਾਡੇ ਕਲਾਕਾਰ ਦੀ ਜੋ ਪੇਸ਼ਕਾਰੀ ਹੁੰਦੀ ਹੈ ਉਹ ਪੇਸ਼ ਅਸੀਂ ਕਰਦੇ ਹਾਂ। ਔਰ ਚੌਥਾ ਸੈਗਮੈਂਟ ਹੁੰਦਾ ਹੈ ਚਰਚਾ ਜਿਹਦੇ ਵਿੱਚ ਅਸੀਂ ਉਸ ਨਾਟਕ ਦੇ ਬਾਰੇ, ਉਸ ਕਲਾ ਦੇ ਬਾਰੇ ਚਰਚਾ ਜਿਹੜੀ ਆ ਉਹ ਅਕਸਰ ਅਸੀਂ ਕਰਦੇ ਹੁੰਦੇ ਹਾਂ। ਔਰ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਅੱਜ ਦੇ ਇਸ ਪਹਿਲੇ ਸੈਗਮੈਂਟ ਦੇ ਵਿੱਚ 4 ਸੈਗਮੈਂਟ ਨੇ ਜਿਹੜੇ। ਪਹਿਲੇ ਸੈਗਮੈਂਟ ਦੇ ਸਾਡੇ ਕੋਲ ਸੁਨਹਿਰੀ ਬੋਲ ਦੇ ਵਿੱਚ 2 ਸੁਨਹਿਰੀ ਬੋਲ ਜਿਹੜੇ ਨੇ ਉਹ ਪੇਸ਼ ਹੋਣਗੇ। ਪਹਿਲਾ ਸਾਡੇ ਕੋਲ ਜੋ ਹੈ ਉਹ ਵਿਜ਼ੂਅਲ ਤੌਰ ਤੇ ਤੁਹਾਨੂੰ ਪੇਸ਼ ਨਹੀਂ ਹੋਏਗਾ ਕਿਉਂਕਿ ਅਸੀਂ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਦੇ ਕਰਕੇ ਲਾਕਡਾਊਨ ਚੱਲ ਰਿਹਾ ਔਰ ਬਹੁਤ ਸਾਰੀਆਂ ਲਿਮਿਟੇਸ਼ਨਸ ਨੇ ਸਾਡੀਆਂ ਤੁਹਾਡੀਆਂ ਔਰ ਸਾਡੇ ਮਹਿਮਾਨਾਂ ਦੀਆਂ, ਸਾਡੇ ਕਲਾਕਾਰਾਂ ਦੀਆਂ। ਔਰ ਬੋਹੇਮੀਅਨਸ ਤੇ ਵੀ ਮੰਚ ਦੇ ਇਸ ਉਪਰਾਲੇ ਦੇ ਨਾਲ ਇਹ ਜੋ ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ ਚੱਲ ਰਿਹਾ ਉਹਦੇ ਵਿੱਚ ਸਾਨੂੰ ਜਿਹੜਾ ਮੌਕਾ ਮਿਲਦਾ ਅਲੱਗ-ਅਲੱਗ ਕਲਾਕਾਰਾਂ ਨੂੰ, ਸ਼ਖਸੀਅਤਾਂ ਨੂੰ ਪੇਸ਼ ਕਰਨ ਦਾ, ਉਹਦੇ ਵਿੱਚ ਸਾਡੇ ਕੋਲ ਸੰਦੇਸ਼ ਪਹੁੰਚਿਆ ਹੈ, ਲਿਖਤੀ ਰੂਪ ਦੇ ਵਿੱਚ ਸੰਦੇਸ਼ ਜਿਹੜਾ ਪਹੁੰਚਿਆ ਉਹ ਹੈ ਸਾਡੇ ਕੋਲ ਮੈਡਮ ਪਰਮਿੰਦਰਪਾਲ ਕੌਰ ਕਲਾਕ੍ਰਿਤੀ ਪਟਿਆਲਾ ਤੋਂ ਨੇ। ਉਹਨਾਂ ਨੇ ਸੁਨਹਿਰੀ ਬੋਲ ਜਿਹੜੇ ਨੇ ਉਹ ਭੇਜੇ ਨੇ ਆਸ਼ੀਰਵਾਦ ਰੂਪੀ। ਉਹਨਾਂ ਨੇ ਜੋ ਲਿਖ ਕੇ ਭੇਜਿਆ ਮੈਂ ਉਹ ਪੜ੍ਹਨਾ ਜ਼ਰੂਰ ਚਾਹਾਂਗਾ। ਉਸ ਤੋਂ ਬਾਅਦ ਸਾਡੇ ਜੋ ਵਿਜ਼ੂਅਲ ਤੁਹਾਡੇ ਸਾਹਮਣੇ ਪੇਸ਼ਕਾਰੀ ਹੋਏਗੀ ਸੁਨਹਿਰੀ ਬੋਲਾਂ ਦੇ ਰੂਪ ਦੇ ਵਿੱਚ ਉਹਦੇ ਬਾਰੇ ਵੀ ਗੱਲ ਅਸੀਂ ਕਰਾਂਗੇ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਹੀ ਜੋਸ਼ੋ ਖਰੋਸ਼ ਨਾਲ ਇੰਟਰਨੈਸ਼ਨਲ ਪੰਜਾਬੀ ਥੀਏਟਰ ਫੈਸਟੀਵਲ ਜਿਸ ਦੇ 24 ਸ਼ੋਅ ਪੂਰੇ ਹੋ ਚੁੱਕੇ ਹਨ ਅਤੇ ਅਣਗਿਣਤ ਹੋਣ ਦੀ ਉਮੀਦ ਹੈ, ਜਿਸ ਜੋਸ਼ ਤੇ ਸੁਚੱਜਤਾ ਨਾਲ ਸਿਖਰ ਵੱਲ ਵਧ ਰਿਹਾ ਹੈ, ਇਸ ਦੀ ਸਾਰੀ ਬੋਹੇਮੀਅਨਸ ਟੀਮ ਨੂੰ ਮੁਬਾਰਕਬਾਦ। ਜਿਸ ਤਰ੍ਹਾਂ ਡਰੀ ਤੇ ਠਰੀ ਹਨੇਰੀ ਰਾਤ ਵਿੱਚ ਮਘਦਾ ਸੂਰਜ ਚਾਨਣ ਤੇ ਨਿੱਘ ਦੋਵੇਂ ਦਿੰਦਾ ਹੈ, ਉਸੇ ਤਰ੍ਹਾਂ ਬੋਹੇਮੀਅਨਸ ਦੀ ਟੀਮ ਨੇ ਮਲਕੜੇ ਜਿਹੇ ਇੰਟਰਨੈਸ਼ਨਲ ਪੰਜਾਬੀ ਥੀਏਟਰ ਫੈਸਟੀਵਲ ਅਨਾਉਂਸ ਕਰਕੇ ਕੋਵਿਡ-19 ਦੇ ਡਰੇ ਤੇ ਠਰੇ ਹੋਏ ਲੋਕਾਂ ਨੂੰ ਇੱਕ ਰਸਤਾ ਦਿਖਾਇਆ ਹੈ ਕਿ ਪੋਜ਼ਿਟਿਵ ਸੋਚ ਵਾਲੇ ਇਨਸਾਨ ਕਦੇ ਵੀ ਥੱਕਦੇ ਨਹੀਂ, ਈਰਖਾ ਨਹੀਂ ਕਰਦੇ, ਸਭ ਨੂੰ ਨਾਲ ਲੈ ਕੇ ਸਦਾ ਚੱਲਦੇ ਹਨ। ਤੁਹਾਡੀ ਸੋਚ ਅਤੇ ਐਫਰਟਸ ਨੂੰ ਬਹੁਤ-ਬਹੁਤ ਸਲਾਮ। ਉਹਨਾਂ ਨੇ ਅੱਗੇ ਸਾਨੂੰ ਲਿਖ ਕੇ ਭੇਜਿਆ ਕਿ ਮੈਂ ਇਸ ਪਲੇਟਫਾਰਮ ਤੋਂ ਸਾਰੀਆਂ ਸਰਕਾਰਾਂ ਤੇ ਕਲਚਰਲ ਸੈਂਟਰਸ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਜੇ ਬੋਹੇਮੀਅਨਸ ਬਿਨਾਂ
ਕਿਸੇ ਵਿਤਕਰੇ ਤੋਂ ਸਭ ਨੂੰ ਪਰਫਾਰਮ ਕਰਨ ਦਾ ਮੌਕਾ ਇੰਟਰਨੈਸ਼ਨਲ ਲੈਵਲ ਤੇ ਦੇ ਸਕਦੇ ਹਨ, ਤਾਂ ਤੁਸੀਂ ਵੀ ਸ਼ੋਅ ਸਭ ਨੂੰ ਦਿਆ ਕਰੋ। ਤੇ ਜੇ ਸ਼ੋਅ ਦਿੰਦੇ ਰਹੋਗੇ ਹੋ ਤਾਂ ਆਡੀਟੋਰੀਅਮ ਦਾ ਕਿਰਾਇਆ ਜਾਂ ਚਾਰਜ ਨਾ ਕਰਿਆ ਕਰੋ। ਇਹ ਸਭ ਅਦਾਰੇ ਕਲਾਕਾਰਾਂ ਦੀ ਸਹਾਇਤਾ ਲਈ ਬਣੇ ਹਨ। ਇਸ ਨੂੰ ਖੁੱਲੇ ਮਨ ਨਾਲ ਵਿਚਾਰਿਆ ਜਾਵੇ ਜੀ। ਕਲਾਕਾਰਾਂ ਦੀ 올ਡ ਏਜ ਬਾਰੇ ਵੀ ਸੋਚਿਆ ਜਾਵੇ ਅਤੇ ਉਹਨਾਂ ਦੀ ਆਰਥਿਕ ਸਹਾਇਤਾ ਬਾਰੇ ਵੀ ਸੋਚਿਆ ਜਾਵੇ। ਉਹਨਾਂ ਨੇ ਆਪਣੇ ਕੁਝ ਸੁਜੈਸ਼ਨ ਵੀ ਦਿੱਤੇ ਨੇ ਸਾਨੂੰ, ਲੋਕਾਂ ਨੂੰ, ਆਮ ਲੋਕਾਂ ਨੂੰ, ਔਰ ਜਿਹੜੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਆਰਗੇਨਾਈਜ਼ਰਸ ਨੇ ਉਹਨਾਂ ਨੂੰ ਵੀ ਆਪਣਾ ਜਿਹੜਾ ਉਹ ਸੰਦੇਸ਼ ਸੁਣਾਇਆ ਹੈ ਕਿ ਇਹਨਾਂ ਕਲਾਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ, ਜੋ ਕਿ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਪੈਸੇ ਦੀ ਭੁੱਖ ਦੇ ਜਾਂ ਬਿਨਾਂ ਕਿਸੇ ਹੋਰ ਕੁਝ ਚਾਹੁਣ ਦੇ, ਸਿਰਫ ਕਲਾ ਨੂੰ ਪਿਆਰ ਕਰਦੇ ਹੋਏ, ਲੋਕਾਂ ਨੂੰ ਪਿਆਰ ਕਰਦੇ ਹੋਏ, ਲੋਕਾਂ ਦੀ ਗੱਲ ਲੋਕਾਂ ਤੱਕ ਜਿਹੜੀ ਪਹੁੰਚਾਉਣ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਨੇ। ਇਹ ਸਾਡਾ ਸੁਨਹਿਰੀ ਬੋਲ ਦਾ ਇੱਕ ਸੈਗਮੈਂਟ ਸੀਗਾ। ਔਰ ਦੂਸਰਾ ਜੋ ਹੈ ਕਿ ਸਾਡੇ ਅੱਜ ਦੇ ਸੁਨਹਿਰੀ ਬੋਲ ਜੋ ਲੈ ਕੇ ਸਾਡੇ ਵਿੱਚ ਸ਼ਾਮਲ ਹੋਣਗੇ, ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਗੇ। ਉਹਨਾਂ ਦਾ ਜ਼ਿੰਦਗੀ ਦਾ ਬਹੁਤ ਅਨੁਭਵ ਹੈ, ਜ਼ਿੰਦਗੀ ਦਾ ਬਹੁਤ ਲੰਬਾ ਚੌੜਾ ਤਜਰਬਾ ਹੈ। ਗਾਇਕਾ ਦੇ ਤੌਰ ਤੇ ਉਹਨਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਇੱਕ ਨਿਰਦੇਸ਼ਕ ਨੇ, ਇੱਕ ਆਲੋਚਕ ਨੇ, ਇੱਕ ਲੇਖਕਾ ਨੇ, ਔਰ ਸਭ ਤੋਂ ਵੱਡੀ ਗੱਲ ਕਿ ਯੂਨੀਵਰਸਿਟੀ ਦੇ ਵਿੱਚ ਬਤੌਰ ਅਧਿਆਪਕਾ ਉਹਨਾਂ ਨੇ ਆਪਣੀਆਂ ਸੇਵਾਵਾਂ ਬੜੀਆਂ ਲੰਬਾ ਸਮਾਂ ਦਿੱਤੀਆਂ ਨੇ। 30 ਸਾਲ ਥੀਏਟਰ ਦੇ ਨਾਲ ਵੀ ਜੁੜੇ ਰਹੇ ਨੇ। ਮੇਰੀ ਮੁਰਾਦ ਹੈ ਡਾਕਟਰ ਕਮਲੇਸ਼ ਉੱਪਲ ਜੀ। ਅੱਜ ਉਹਨਾਂ ਦੇ ਸੁਨਹਿਰੀ ਬੋਲ ਸੁਣਦੇ ਹਾਂ ਜੀ, ਡਾਕਟਰ ਕਮਲੇਸ਼ ਉੱਪਲ ਜੀ। ਕਰਤੱਵ ਦੀ ਦੁਨੀਆ ਦੇ ਕਲਾਕਾਰੋ ਅਤੇ ਰਸਿਕੋ, ਨਾਚੀਜ਼ ਕਮਲੇਸ਼ ਉੱਪਲ ਦਾ ਤੁਹਾਨੂੰ ਆਦਾਬ, ਨਮਸਕਾਰ, ਗੁਰਫਤਿਹ। ਮੈਂ ਗੱਲ ਕਰਤੱਵ ਦੀ ਦੁਨੀਆ ਸ਼ਬਦਾਂ ਨੂੰ ਵਰਤ ਕੇ ਇਸ ਲਈ ਸ਼ੁਰੂ ਕੀਤੀ ਹੈ ਕਿ ਥੀਏਟਰ ਕਰਤੱਵੀ ਕਲਾ ਹੈ, ਪਰਫਾਰਮਿੰਗ ਆਰਟ, ਜਿਸ ਵਿੱਚ ਪਰਫਾਰਮਰ ਤੇ ਦਰਸ਼ਕ ਦੋਹਾਂ ਦੀ ਸ਼ਮੂਲੀਅਤ ਸ਼ਾਮਿਲ ਹੈ। ਅਜੋਕੇ ਸਮੇਂ ਦੀ ਸਿਤਮ ਜ਼ਰੀਫੀ ਇਹ ਹੈ ਕਿ ਇਹ ਦੋਵੇਂ ਹੀ ਆਪਣੇ ਪਰੰਪਰਕ ਪਰਿਵੇਸ਼ ਵਿੱਚ ਮਿਲ ਨਹੀਂ ਪਾ ਰਹੇ। ਵੈਸੇ ਤਾਂ ਹਰ ਖੇਤਰ ਵਿੱਚ ਹੀ ਖੜੋਤ ਹੈ ਪਿਛਲੇ 6 ਮਹੀਨਿਆਂ ਤੋਂ। ਇਸ ਲਈ ਇਸ ਖੜੋਤ ਨੂੰ ਵੇਖ ਕੇ ਮੈਨੂੰ ਕਈ ਵਾਰ ਹਿੰਦੀ ਸਾਹਿਤ ਦੇ ਇੱਕ ਪੁਰਾਣੇ ਹਾਸ ਕਵੀ ਦੀਆਂ ਕੁਝ ਸਤਰਾਂ ਯਾਦ ਆ ਜਾਂਦੀਆਂ ਨੇ। ਕਵੀ ਹੈ ਗੋਪਾਲ ਪ੍ਰਸਾਦ व्यास ਤੇ ਕਵਿਤਾ ਸੀ आराम करो, कुछ अधिक न तुम उत्पात करो, अपने घर में बैठे बैठे बस लंबी लंबी बात करो। या फिर आगे लिखता है, एक खाट बिछा लो आंगन में, लेटो बैठो आराम करो। ये लेटो बैठो आराम करो ते घर विच बैठ के लंबी लंबी बात करो वालियां गल्लां मेरी पीढ़ी दे बंदियां नूं ते रस आ सकदियां ने, पर जिन्हां ने कुछ कर विखाउणा है, जिन्हां विच कर विखाउण दी समर्था है, वो भला चुप किवें बैठ जाण। शायद इसे गल नूं मुख रख के बोहेमियंस ने यह उपराला कीता है कि मंच उत्ते ना सही, मंच उत्ते पेशकारी ना भी हो सके, दर्शकों के सामने ना भी हो सके, पर ऑनलाइन तो एक दूजे नाल साक्षात्कार हो सकता है। इसलिए उन्होंने ये प्रोग्राम विउंतिया, जिसलिए मैं उन्होंने ਵਧਾਈ ਦਿੰਦੀ ਹਾਂ, ਉਹਨਾਂ ਦੀ ਦਾਦ ਦਿੰਦੀ ਹਾਂ ਤੇ ਦੁਆਵਾਂ ਦਿੰਦੀ ਹਾਂ। ਅਜੋਕੇ ਸਮੇਂ ਵਿੱਚ ਅਸੀਂ ਬਹੁਤ ਕੁਝ ਬੜਾ ਅਜੀਬ ਵਾਪਰਦਾ ਵੇਖ ਰਹੇ ਹਾਂ, ਜਿਹੜਾ ਮੇਰੀ ਪੀੜ੍ਹੀ ਨੂੰ ਖਾਸ ਕਰਕੇ ਸੱਲਦਾ ਹੈ। ਤੁਹਾਨੂੰ ਵੀ ਸਾਰਿਆਂ ਨੂੰ ਸੱਲਦਾ ਹੋਵੇਗਾ, ਪਰ ਤੁਸੀਂ ਸ਼ਾਇਦ ਇਸ ਗਲੇਮਰ ਅਤੇ ਮਾਇਆ ਦੇ ਯੁੱਗ ਦੀ ਚਕਾਚੌਂਧ ਵਿੱਚ ਉਸ ਨੂੰ ਕਦੇ ਕਦੇ ਵਿਸਾਰ ਦਿੰਦੇ ਹੋਵੋਗੇ, ਪਰ ਮੈਂ ਨਹੀਂ ਵਿਸਾਰ ਸਕਦੀ। ਕਿੰਨੇ ਹੌਲਨਾਕ ਹਾਦਸੇ ਰੋਜ਼ ਵਾਪਰਦੇ ਨੇ। ਬੰਦਾ ਆਪਣੀ ਜਵਾਨੀ ਵੇਲੇ ਹੀ ਜ਼ਿੰਦਗੀ ਤੋਂ, ਆਪਣੀ ਹੋਂਦ ਤੋਂ
ਮੁਨਕਰ ਹੋਣ ਲਈ ਤਿਆਰ ਬੈਠਾ ਹੈ। ਛੋਟੀ ਮੋਟੀ ਗਲਤੀ ਵੀ ਆਤਮ ਹੱਤਿਆ ਕਰ ਲੈਂਦਾ ਹੈ। ਲੋਕ ਛੋਟੇ ਮੋਟੇ ਫਾਇਦਿਆਂ ਲਈ ਇੱਕ ਦੂਜੇ ਦਾ ਗਲ ਵੱਢ ਦਿੰਦੇ ਨੇ, ਖੋ ਦਿੰਦੇ ਨੇ। ਇਹ ਸਾਰਾ ਕੁਝ ਕਿਉਂ ਵਾਪਰ ਰਿਹਾ ਹੈ? ਸਾਡੇ ਹਾਕਮ ਵਿਕਾਸ ਦੀ ਵੱਡੀ ਵੱਡੀ ਫੜ ਮਾਰਦੇ ਨੇ। ਮੈਨੂੰ ਤਾਂ ਕਦੇ ਕਦੇ ਲੱਗਦਾ ਹੁੰਦਾ ਹੈ ਕਿ ਇਹ ਮਹਾਮਾਰੀਆਂ ਵੀ ਇਸ ਵਿਕਾਸ ਵਿੱਚੋਂ ਹੀ ਨਿਕਲੀਆਂ ਨੇ। ਕਦੇ ਕਦੇ ਮੈਂ ਇਹ ਵੀ ਸੋਚਦੀ ਹਾਂ ਕਿ ਜੇ ਭਾਜੀ ਗੁਰਸ਼ਰਨ ਸਿੰਘ ਸਾਡੇ ਦਰਮਿਆਨ ਹੁੰਦੇ ਤਾਂ ਉਹ ਕੀ ਸੋਚਦੇ, ਕੀ ਪ੍ਰਤੀਕਰਮ ਜਤਾਉਂਦੇ ਅਤੇ ਕੀ ਕਰਦੇ। ਕਿਉਂਕਿ ਸਾਡੇ ਹਾਕਮ ਤਾਂ ਸਿਰਫ ਦੋ ਗੱਲਾਂ ਜਾਣਦੇ ਨੇ, ਵਿਕਾਸ ਜਾਂ ਵੋਟ। ਵਿਕਾਸ ਉਹਨਾਂ ਲਈ ਉਹੀ ਹੈ ਜਿਹੜਾ ਅਮੀਰ ਨੂੰ ਅਮੀਰ ਕਰੇ, ਗਰੀਬ ਨੂੰ ਗਰੀਬ ਕਰਦਾ ਜਾਵੇ। ਤੇ ਵੋਟ ਦੀ ਰਾਜਨੀਤੀ ਇੰਨੀ ਬੁਝਾਰਤ ਵਾਲੀ ਹੈ, ਇੰਨੀ ਗਹਿਰੀ ਹੈ ਕਿ ਉਸ ਨੂੰ ਸਾਡਾ ਆਵਾਮ ਹਾਲੇ ਸਮਝ ਹੀ ਨਹੀਂ ਪਾ ਰਿਹਾ। ਕਿਸੇ ਵੀ ਤੰਦਰੁਸਤ ਸੁਸਾਇਟੀ ਵਿੱਚ ਵਿਰੋਧ ਦੀ ਆਵਾਜ਼ ਬੜੀ ਜ਼ਰੂਰੀ ਹੁੰਦੀ ਹੈ, ਕਿਉਂਕਿ ਉਹ ਉਹਦੇ ਲਈ ਇੱਕ ਗਾਰਡ ਦਾ ਕੰਮ ਕਰਦੀ ਹੈ। ਤੇ ਥੀਏਟਰ ਵੀ ਉਹੋ ਜਿਹੀ ਹੀ ਇੱਕ ਆਵਾਜ਼ ਹੈ। ਸਾਥੀਓ, ਮੈਂ ਆਪਣੀ ਜ਼ਿੰਦਗੀ ਵਿੱਚ ਥੀਏਟਰ ਦੀਆਂ ਅਨੇਕ ਪੇਸ਼ਕਾਰੀਆਂ ਵਾਰ-ਵਾਰ ਦੇਖ ਕੇ ਤੇ ਉਹਨਾਂ ਤੇ ਟਿੱਪਣੀਆਂ ਕਰ ਕਰਕੇ ਇਸ ਨਤੀਜੇ ਤੇ ਪਹੁੰਚੀ ਹਾਂ ਕਿ ਥੀਏਟਰ ਹੀ ਅਜਿਹੀ ਵਸੀਹ ਕਲਾ ਹੈ ਜੋ ਸਮਾਜਿਕ ਕੁਰੀਤੀਆਂ, ਨਾਖੁਸ਼ਗਵਾਰੀਆਂ ਤੇ ਅਸੰਗਤੀਆਂ ਤੋਂ ਇੱਕ ਹੱਲਾ ਬੋਲ ਢੰਗ ਨਾਲ ਪਰਦਾ ਚੁੱਕ ਸਕਦਾ ਹੈ। ਹੱਲਾ ਬੋਲ ਤੋਂ ਤੁਹਾਨੂੰ ਸਫਦਰ ਹਾਸ਼ਮੀ ਯਾਦ ਆਇਆ ਹੋਵੇਗਾ। ਮੈਨੂੰ ਵੀ ਇਹਨਾਂ ਦਿਨਾਂ 'ਚ ਅਕਸਰ ਯਾਦ ਆਉਂਦਾ ਹੈ। ਸਾਨੂੰ ਥੀਏਟਰ ਵਿੱਚ ਸਫਦਰ ਹਾਸ਼ਮੀ ਅਜੇ ਚਾਹੀਦੇ ਨੇ। ਸਿਰ ਨਹੀਂ ਤੁੜਵਾਉਣਾ, ਪਰ ਉਹਦੀ ਖੂਬੀ, ਉਹਦੀ ਆਵਾਜ਼ ਮੁੜ ਕੇ ਬੁਲੰਦ ਕਰਨੀ ਹੈ ਸਭ ਨੇ। ਇਹ ਸਮਾਂ ਸਿਰਫ ਆਨਲਾਈਨ ਪ੍ਰੋਗਰਾਮ ਕਰਕੇ ਚੁੱਪ ਤੋੜਨ ਦਾ ਹੀ ਨਹੀਂ ਹੈ। ਇਸ ਸਮੇਂ ਵਿੱਚ ਸਾਨੂੰ ਆਤਮ ਸੰਵਾਦ ਰਚਾਉਣਾ ਚਾਹੀਦਾ ਹੈ। ਆਪਣੇ ਅੰਦਰ ਝਾਤ ਮਾਰਨ ਦੀ ਵੀ ਲੋੜ ਹੈ ਕਿ ਬਤੌਰ ਕਲਾਕਾਰ ਜਾਂ ਬਤੌਰ ਦਰਸ਼ਕ ਜਾਂ ਬਤੌਰ ਆਮ ਇਨਸਾਨ ਅਸੀਂ ਕਿੱਥੇ ਹਾਂ, ਕਿੰਨੇ ਕੁ ਪਾਣੀਆਂ 'ਚ ਹਾਂ, ਅਸੀਂ ਕੀ ਕੀਤਾ ਹੈ, ਕੀ ਕਰਨ ਜੋਗੇ ਹਾਂ। ਸਾਨੂੰ ਸਰੀਰ ਦਿੱਤਾ ਹੈ ਪਰਮਾਤਮਾ ਨੇ, ਆਵਾਜ਼ ਦਿੱਤੀ ਹੈ। ਇਹ ਸਾਡੇ ਸਾਜ਼ ਨੇ ਥੀਏਟਰ ਵਾਲਿਆਂ ਦੇ। ਅਸੀਂ ਇਹ ਸਾਜ਼ ਕਿੰਨੇ ਕੁ ਸੁਰ ਕਰਕੇ ਰੱਖੇ ਹੋਏ ਨੇ। ਇਹ ਸਾਰਾ ਕੁਝ ਵੇਖਣਾ ਤੇ ਸੋਚਣਾ ਹੈ, ਆਪਾ ਚੀਨਣਾ ਹੈ। ਬਸ ਮੈਂ ਇਹਨਾਂ ਸ਼ਬਦਾਂ ਨਾਲ ਤੇ ਇੱਕ ਵਾਰੀ ਮੁੜ ਕੇ ਆਪ ਨੂੰ ਵਧਾਈ ਤੇ ਦੁਆਵਾਂ ਦਿੰਦੀ ਹੋਈ ਵਿਦਾ ਲੈਂਦੀ ਹਾਂ। ਸੁਨਹਿਰੀ ਬੋਲ ਤੁਸੀਂ ਸੁਣੇ ਡਾਕਟਰ ਕਮਲੇਸ਼ ਉਪਲ ਜੀ ਕੋਲੋਂ। ਬੜੀਆਂ ਮੁੱਲਵਾਨ ਗੱਲਾਂ ਕੀਤੀਆਂ ਨੇ ਉਹਨਾਂ ਨੇ, ਔਰ ਸਾਨੂੰ ਜ਼ਿੰਦਗੀ ਦੇ ਅਸਲ ਮਕਸਦ ਤੇ ਅਸਲ ਨਿਸ਼ਾਨੇ ਦੇ ਵੱਲ ਉਹਨਾਂ ਨੇ ਝਾਤ ਪਵਾਈ ਆ, ਔਰ ਜ਼ਿੰਦਗੀ ਦੇ ਵੱਡੇ ਅਰਥਾਂ ਦੇ ਵੱਲ ਉਹਨਾਂ ਦਾ ਇਸ਼ਾਰਾ ਸੀ, ਔਰ ਸਾਡੀਆਂ ਜ਼ਿੰਮੇਵਾਰੀਆਂ ਔਰ ਸਾਡੇ ਵੱਲੋਂ ਕੀਤੇ ਜਾਂਦੇ ਕਾਰਜਾਂ ਦੇ ਬਾਰੇ ਵੀ ਉਹਨਾਂ ਨੇ ਜਿਹੜੀ ਆ ਉਹ ਸੰਖੇਪ ਜੀ ਕਿਤੇ ਸੰਕੇਤਕ ਗੱਲ ਜਿਹੜੀ ਹੈ ਉਹ ਜ਼ਰੂਰ ਕੀਤੀ ਹੈ। ਔਰ ਅਸੀਂ ਹੁਣ ਵੱਧ ਰਹੇ ਜੀ ਆਪਣੇ ਦੂਸਰੇ ਸੈਗਮੈਂਟ ਰੂਬਰੂ ਦੇ ਵੱਲ। ਅੱਜ ਰੂਬਰੂ ਦੇ ਵਿੱਚ ਸਾਡੇ ਨਾਲ ਜੋ ਸ਼ਖਸੀਅਤ ਪਹੁੰਚੇ ਨੇ, ਕਲਾਕਾਰ ਨੇ ਔਰ ਅਧਿਆਪਕ ਨੇ, ਬਤੌਰ ਗਾਇਕਾ, ਬਤੌਰ ਨਿਰਦੇਸ਼ਕ, ਰੰਗਮੰਚ ਦੇ ਉੱਤੇ ਬੜਾ ਲੰਬਾ ਸਮਾਂ 30 ਸਾਲ ਤੋਂ ਵੱਧ ਸਮਾਂ ਜਿਹੜਾ ਉਹਨਾਂ ਨੇ ਨਾਟਕ ਕੀਤੇ, ਔਰ ਅੱਜ ਵੀ ਬਤੌਰ ਅਧਿਆਪਕ ਆਪਣੀਆਂ ਸੇਵਾਵਾਂ ਬਤੌਰ ਲੈਕਚਰਰ ਸਕੂਲ ਦੇ ਵਿੱਚ ਉਹ ਦੇ ਰਹੇ ਨੇ। ਉਹਨਾਂ ਦੀ ਬਾਰੇ ਨਾਲ ਉਹਨਾਂ ਦੇ ਰੂਬਰੂ ਕਰਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ
ਲਾਈਵ ਹੁੰਦੇ ਆ ਪਿਛਲੇ 21 ਜੂਨ ਤੋਂ ਲਗਾਤਾਰ ਰੋਜ਼ ਰਾਤ 8 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਹੈ ਵੀ ਮੰਚ ਦੇ ਉੱਤੇ ਵੱਖ-ਵੱਖ ਸ਼ਖਸੀਅਤਾਂ ਦੇ ਰੂਬਰੂ ਕਰਵਾਉਂਦੇ ਆ, ਉਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਆ, ਪੇਸ਼ ਨਜ਼ਰ ਦੇ ਵਿੱਚ ਕਿਸੇ ਨਾ ਕਿਸੇ ਨਾਟਕ ਨੂੰ ਜਾਂ ਫਿਰ ਕਿਸੇ ਨਾ ਕਿਸੇ ਕਹਾਣੀ ਨੂੰ ਦਰਸ਼ਕਾਂ ਦੇ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਹੈ। ਔਰ ਸਾਡੇ ਨਾਲ ਰੋਜ਼ ਦਰਸ਼ਕ ਸਰੋਤੇ ਜੁੜਦੇ ਨੇ ਔਰ ਇਹਨਾਂ ਦਰਸ਼ਕਾਂ ਸਰੋਤਿਆਂ ਨੂੰ ਮੈਂ ਚਾਹੁੰਦਾ ਹਾਂ ਕਿ ਬਾਕੀ ਦਰਸ਼ਕਾਂ ਦੇ ਸਾਹਮਣੇ ਵੀ ਪੇਸ਼ ਕਰਾਂ, ਉਹਨਾਂ ਦੇ ਨਾਮ ਜ਼ਰੂਰ ਲਵਾਂ। ਔਰ ਸਾਡੇ ਨਾਲ ਜੁੜੇ ਹੋਏ ਨੇ ਫੇਸਬੁੱਕ ਤੇ ਮੇਰੇ ਕੋਲ ਕੁਝ ਕਮੈਂਟਸ ਨੇ, ਕੁਝ ਨਾਮ ਨੇ। ਬਲਵੰਤ ਪੌਲ, ਬੌਬੀ ਸਿੱਧੂ ਸਾਨੂੰ ਵੇਖ ਰਹੇ ਨੇ, ਕੁਲਵੰਤ ਸਿੰਘ ਢਿੱਲੋਂ ਸਾਹਿਬ, ਮੰਗਤ ਅਰੋੜਾ, ਲੱਖਾ ਲਹਿਰੀ ਜੀ, ਜਗਜੀਤ ਸਰੀਨ ਜੀ, ਅਨੀਤਾ ਸ਼ਬਦੀਸ਼, ਇੰਦਰਜੀਤ ਸਿੰਘ ਭਾਟੀਆ, ਅਨੀਤਾ ਸ਼ਬਦੀਸ਼, ਸੋਮਪਾਲ ਹੀਰਾ ਜੀ ਸਾਡੇ ਨਾਲ ਜੁੜੇ ਹੋਏ ਨੇ, ਦਵਿੰਦਰ ਕੁਮਾਰ ਸਾਡੇ ਨਾਲ ਜੁੜੇ ਹੋਏ ਨੇ, ਨਵਜੋਤ, ਇੰਦਰਜੀਤ ਸਿੰਘ ਭਾਟੀਆ, ਸੁਰੇਸ਼ ਮਹਿਤਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਡਾਕਟਰ ਕੁਲਬੀਰ ਢਾਲੀਵਾਲ ਵਿਰਕ, ਅਮਰਜੀਤ ਖਿਪਾਲ, ਟੀਨਾ ਸੋਢੀ, ਬੌਬੀ ਸਿੱਧੂ, ਇੰਦਰਜੀਤ ਕੌਰ ਗੋਲਡੀ, ਕੁਮਾਰ ਪਵਨਦੀਪ ਜੀ ਸਾਡੇ ਨਾਲ ਜੁੜੇ ਹੋਏ ਨੇ, ਰੁਪਿੰਦਰ ਰੂਪ ਸਾਡੇ ਨਾਲ ਪਟਿਆਲੇ ਤੋਂ ਜੁੜੇ ਹੋਏ ਨੇ, ਦਵਿੰਦਰ ਕੌਰ, ਇੰਦਰਜੀਤ ਸਿੰਘ ਭਾਟੀਆ, ਗੁਲਜ਼ਾਰ ਸਿੰਘ ਜਲੰਧਰ ਤੋਂ, ਦਲਜਿੰਦਰ ਬਸਰਾ ਔਰ ਜਗਜੀਤ ਸਰੀਨ ਜੀ, ਹਰਮੀਤ ਸਿੰਘ, ਪਰਮਿੰਦਰਪਾਲ, ਹੋਰ ਬਹੁਤ ਸਾਰੇ ਨਾਮ ਨੇ, ਬਾਰ-ਬਾਰ ਬਹੁਤ ਸਾਰੇ ਕਿਉਂਕਿ ਉਹਨਾਂ ਦੇ ਕਮੈਂਟ ਨੇ। ਜਗਦੀਸ਼ ਸਚਦੇਵਾ ਜੀ ਸਾਡੇ ਨਾਲ ਜੁੜੇ ਹੋਏ ਨੇ। ਔਰ ਇਹਨਾਂ ਸਾਰੇ ਦਰਸ਼ਕਾਂ ਦਾ, ਇਹਨਾਂ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਵੀ ਹੈ, ਬਹੁਤ-ਬਹੁਤ ਧੰਨਵਾਦ ਵੀ ਹੈ, ਕਿਉਂਕਿ ਪਿਛਲੇ 21 ਜੂਨ ਤੋਂ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਔਰ ਹਮੇਸ਼ਾ ਇਹਨਾਂ ਨੂੰ ਮੈਂ ਪੜ੍ਹ ਕੇ ਬੜਾ ਮਾਣ ਮਹਿਸੂਸ ਕਰਦਾ ਕਿ ਲਗਾਤਾਰਤਾ ਦੇ ਵਿੱਚ ਇੰਨਾ ਲੰਬਾ ਸਫ਼ਰ ਉਹੀ ਤੈਅ ਕਰ ਸਕਦਾ ਕਿ ਜਿਨ੍ਹਾਂ ਨੂੰ ਕਿਸੇ ਕਲਾ ਦੇ ਨਾਲ ਇੰਨਾ ਪਿਆਰ ਹੋਵੇ। ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਦੀ ਬੜੀ ਖੂਬਸੂਰਤ ਕਵਿਤਾ ਦੀਆਂ ਮੈਂ ਲਾਈਨਾਂ ਇੱਥੇ ਛੋਹਣਾ ਚਾਹਾਂਗਾ ਕਿ ਖਾੜ ਖਾੜ ਚੱਲਣ ਵਿੱਚ ਮੇਰੇ ਸੁਪਨਿਆਂ, ਦਰਿਆ ਪੰਜਾਬ ਦੇ ਪਿਆਰ ਅੱਗ ਇਹਨਾਂ ਨੂੰ ਲੱਗੀ ਹੋਈ, ਜਪ ਪਿਆਰਾ ਜਪ ਸਾਹਿਬ ਗਾਉਂਦੇ। ਉਹਨਾਂ ਨੂੰ ਲੱਗਦਾ ਕਿ ਜਿਵੇਂ ਜਪ ਜੀ ਦਾ ਪਾਠ ਕਰਦੇ ਹੋਣ ਇਹ ਦਰਿਆ ਪੰਜਾਬ ਦੇ, ਔਰ ਪਿਆਰ ਦੀ ਅੱਗ ਉਹਨਾਂ ਨੂੰ ਲੱਗੀ ਹੋਵੇ। ਔਰ ਇਹ ਜੋ ਸਾਡੇ ਦਰਸ਼ਕ ਸਰੋਤੇ ਨੇ ਜਿਹੜੇ ਲਗਾਤਾਰ ਪਿਛਲੇ 21 ਜੂਨ ਤੋਂ ਸਾਡੇ ਨਾਲ ਜੁੜੇ ਹੋਏ ਨੇ, ਇਹਨਾਂ ਨੂੰ ਪਿਆਰ ਦੀ ਅੱਗ ਲੱਗੀ ਹੈ। ਥੀਏਟਰ ਦੇ ਨਾਲ ਪਿਆਰ ਹੈ, ਕਲਾ ਦੇ ਨਾਲ ਪਿਆਰ ਹੈ, ਕਲਾਕਾਰਾਂ ਦੇ ਨਾਲ ਪਿਆਰ ਹੈ। ਔਰ ਇਹਨਾਂ ਕਲਾਕਾਰਾਂ ਦੇ ਨਾਲ ਪਿਆਰ ਦਾ ਰਿਸ਼ਤਾ ਨਿਭਾਉਂਦੇ ਹੋਏ ਸਾਡੇ ਨਾਲ ਰੋਜ਼ ਜੁੜਦੇ ਨੇ। ਇਸ ਲਈ ਇਹਨਾਂ ਦਾ ਬਹੁਤ-ਬਹੁਤ ਕਲਾਕਾਰਾਂ ਦਾ, ਇਹਨਾਂ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਵਾਸਤੇ ਇਹਨਾਂ ਦਰਸ਼ਕਾਂ ਸਰੋਤਿਆਂ ਦਾ ਜੁੜਨਾ ਜਿਹੜਾ ਉਹ ਸਿਰ ਮੱਥੇ ਪ੍ਰਵਾਨ ਤੇ ਸਿਰ ਮੱਥੇ ਕਬੂਲ। ਔਰ ਬਹੁਤ-ਬਹੁਤ ਸ਼ੁਕਰੀਆ ਜੀ। ਅਸੀਂ ਵਧਦੇ ਹਾਂ ਸਾਡੇ ਅਗਲੇ ਸੈਗਮੈਂਟ ਵੱਲ। ਔਰ ਸਾਡੇ ਅੱਜ ਦੇ ਜੋ ਕਲਾਕਾਰ ਨੇ, ਸਾਡੇ ਅੱਜ ਦੇ ਜੋ ਪ੍ਰਾਹੁਣੇ ਨੇ, ਸਾਡੇ ਅੱਜ ਦੇ ਜੋ ਮਹਿਮਾਨ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਉਹਨਾਂ ਦੀ ਪੇਸ਼ ਨਜ਼ਰ ਦੇ ਵਿੱਚ ਕਲਾਕ੍ਰਿਤੀ ਵੀ ਹੈ, ਉਹ ਵੀ ਅਸੀਂ ਜ਼ਰੂਰ ਵੇਖਾਂਗੇ। ਔਰ ਸਾਡੇ ਨਾਲ ਨੇ ਮੈਡਮ ਰਮਨ ਢਿੱਲੋਂ ਜੀ। ਮੈਡਮ ਜੀ ਬਹੁਤ-ਬਹੁਤ ਸਵਾਗਤ ਵੀ ਮੰਚ ਤੇ, ਜੀ ਆਇਆਂ ਨੂੰ। ਸਵਾਗਤ ਮੈਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ, ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ। ਮੈਡਮ ਰਮਨ ਢਿੱਲੋਂ ਜੀ ਦਾ ਥੀਏਟਰ ਦੇ ਵਿੱਚ ਕੋਈ ਨਵਾਂ ਨਾਮ ਨਹੀਂ ਹੈ, ਬਹੁਤ ਜਾਣਿਆ ਪਛਾਣਿਆ ਤੇ ਬਹੁਤ ਪੁਰਾਣਾ ਨਾਮ ਹੈ। ਲਗਭਗ 31 ਸਾਲ ਤੋਂ ਮੈਨੂੰ ਪਤਾ ਲੱਗਿਆ ਕਿ ਥੀਏਟਰ ਕਰ ਰਹੇ ਨੇ ਔਰ ਥੀਏਟਰ ਨੂੰ ਲਗਾਤਾਰ ਪਿਆਰ ਕਰਦੇ ਨੇ। ਸਿੰਗਰ ਵੀ, ਗਾਇਕਾ ਦੇ ਤੌਰ ਤੇ ਵੀ ਇਹਨਾਂ ਨੇ ਆਪਣੇ ਪੇਸ਼ਕਾਰੀਆਂ ਜਿਹੜੀਆਂ ਦਿੱਤੀਆਂ। ਮੈਂ ਬਹੁਤੀਆਂ ਗੱਲਾਂ ਬਾਤਾਂ ਮੈਂ ਚਾਹੁੰਦਾ ਕਿ ਖੁਦ ਨਾ ਕਰਾਂ। ਔਰ ਮੈਡਮ ਹੁਣੀ ਅੱਜ ਸਾਡੇ ਨਾਲ ਮੌਜੂਦ ਨੇ, ਵੀ ਮੰਚ ਤੇ ਨੇ, ਔਰ ਅਸੀਂ ਅੱਜ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕਰਦੇ ਹਾਂ ਜੀ। ਮੈਡਮ ਜੀ, ਮੈਂ ਤੁਹਾਡਾ ਵੀ ਮੰਚ ਤੇ ਇੱਕ ਵਾਰ ਫਿਰ ਸਵਾਗਤ ਕਰਦਾ ਹੋਇਆ ਤੁਹਾਨੂੰ ਬੋਹੀਮੀਅਨਸ ਵੱਲੋਂ ਤੇ ਵੀ ਮੰਚ ਔਰ ਸਾਰੀ ਟੀਮ ਦੇ ਵੱਲੋਂ ਸ਼ੁਭ ਕਾਮਨਾਵਾਂ। ਤੇ ਕਿਉਂਕਿ ਮੈਂ ਗੱਲ ਕੀਤੀ ਸੀ ਕਿ ਨਾਰੀਆਂ ਨੂੰ ਸਮਰਪਿਤ ਹੋਏਗਾ ਅੱਜ ਦਾ ਇਹ ਪੂਰਾ ਦਿਨ। ਮੈਡਮ ਕਮਲੇਸ਼ ਉੱਪਲ ਜੀ, ਮੈਡਮ ਪਰਵਿੰਦਰ ਜੀ ਔਰ ਸਾਡੇ ਮੈਡਮ ਰਮਨ ਢਿੱਲੋਂ ਜੀ ਸਾਡੇ ਨਾਲ ਜੁੜੇ ਨੇ ਔਰ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕਰਦੇ ਹਾਂ ਜੀ। ਮੈਮ ਜੀ, ਮੈਂ ਤੁਹਾਡੇ ਬਾਰੇ ਜਦੋਂ ਪੜ੍ਹ ਰਿਹਾ ਸੀ ਕਿਤੇ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕਿਤੇ ਨਾ ਕਿਤੇ ਜਦੋਂ ਤੁਸੀਂ ਕਿਸੇ ਜਾਣੀ ਪਛਾਣੀ ਸ਼ਖਸੀਅਤ ਦਾ ਨਾਮ ਕਿਤੇ ਸਰਚ ਕਰੋ, ਕੁਝ ਨਾ ਕੁਝ ਜ਼ਰੂਰ ਜਿਹੜਾ ਹੈ ਉਹ ਮਿਲ ਜਾਂਦਾ ਹੈ। ਤੁਹਾਡੇ ਬਾਰੇ ਮੈਂ ਬੜਾ ਕੁਝ ਸੀਗਾ, ਪਰ ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਵੀ, ਸਰੋਤਿਆਂ ਨੂੰ ਵੀ ਤੁਹਾਡੇ ਬਾਰੇ ਗੱਲਬਾਤ ਜਿਹੜੀ ਹੈ, ਜੋ ਤੁਹਾਡੀ ਮਿਹਨਤ ਹੈ, ਜੋ ਤੁਹਾਡੀ ਕਲਾ ਹੈ, ਉਹਦੇ ਬਾਰੇ ਗੱਲਬਾਤ ਕਰੀਏ। ਤੁਹਾਡਾ ਇਹ ਜੋ ਸਫ਼ਰ ਰਿਹਾ ਹੈ ਲੰਬਾ ਚੌੜਾ, ਉਹਦੇ ਬਾਰੇ ਗੱਲਬਾਤ ਕਰੀਏ। ਆਪਣੇ ਥੀਏਟਰ ਦੇ ਮੁੱਢਲੇ ਸਫ਼ਰ ਦੇ ਬਾਰੇ ਸਾਡੇ ਦਰਸ਼ਕਾਂ ਸਰੋਤਿਆਂ ਨਾਲ ਗੱਲ ਜਿਹੜੀ ਆ ਉਹ ਸਾਂਝੀ ਕਰੋ। ਮੈਂ ਉਹਨਾਂ ਦਾ ਵੀ ਮੈਂ ਪਿਆਰੇ ਦਰਸ਼ਕੋ, ਕਿਸੇ ਤਕਨੀਕੀ ਕਾਰਨ ਕਰਕੇ ਅਸੀਂ ਕੁਝ ਸਮਾਂ ਜਿਹੜਾ ਆ ਉਹ ਆਨਲਾਈਨ ਤੁਹਾਡੇ ਨਾਲ ਜੁੜ ਨਹੀਂ ਸਕੇ, ਇਸ ਕਰਕੇ ਅਸੀਂ ਖੇਦ ਚਾਹੁੰਦੇ ਹਾਂ, ਮਾਫੀ ਚਾਹੁੰਦੇ ਹਾਂ।
ਅਸੀਂ ਰੂਬਰੂ ਦੇ ਵਿੱਚ ਗੱਲਬਾਤ ਕਰ ਰਹੇ ਸੀ ਮੈਡਮ ਰਮਨ ਢਿੱਲੋਂ ਹੋਣਾ ਦੇ ਨਾਲ ਕਿ ਉਹਨਾਂ ਦਾ ਮੁੱਢਲਾ ਸਫ਼ਰ ਕਿਹੋ ਜਿਹਾ ਰਿਹਾ। ਔਰ ਮੈਂ ਗੱਲ ਕਰ ਰਿਹਾ ਸੀ ਕਿ ਇੱਕ ਲੜਕੀ ਨੂੰ ਹਮੇਸ਼ਾ ਜਿਹੜਾ ਆ ਉਹ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੁੰਦਾ ਹੈ। ਘਰੋਂ ਬਾਹਰ ਜਾ ਕੇ ਥੀਏਟਰ ਵਰਗੀ ਕਲਾ ਦੇ ਵਿੱਚ ਜਾ ਕੇ ਲੰਬਾ ਸਮਾਂ ਰਾਤ ਨੂੰ ਵੀ ਕਈ ਵਾਰੀ ਪ੍ਰੈਕਟਿਸ ਕਰਨੀ ਪੈਂਦੀ, ਰਿਹਰਸਲ ਕਰਨੀ ਪੈਂਦੀ। ਤੇ ਮੈਡਮ ਹੁਣਾਂ ਦੇ ਨਾਲ ਮੇਰਾ ਇਹੀ ਸਵਾਲ ਸੀਗਾ ਕਿ ਉਹਨਾਂ ਦਾ ਅਨੁਭਵ ਜਿਹੜਾ ਆ ਉਹ ਕਿਹੋ ਜਿਹਾ ਰਿਹਾ, ਘਰੋਂ ਕਿਸ ਤਰ੍ਹਾਂ ਦੀ ਸਪੋਰਟ ਮਿਲਦੀ ਰਹੀ। ਹਾਂਜੀ ਮੈਮ ਰਮਨ ਜੀ। ਹਾਂਜੀ ਮੰਡ ਸਾਹਿਬ, ਮੈਂ ਬੜੀ ਖੁਸ਼ਕਿਸਮਤ ਰਹੀ ਹਾਂ ਇਸ ਪੱਖੋਂ ਕਿ ਮੈਨੂੰ ਪੇਰੈਂਟਸ ਵੱਲੋਂ ਕਦੇ ਕੋਈ ਪਾਬੰਦੀ ਨਹੀਂ ਲਗਾਈ ਗਈ, ਸਗੋਂ ਮੇਰਾ ਜੀ ਹਰ ਸ਼ੌਕ ਉਹਨਾਂ ਨੇ ਪੂਰਾ ਕੀਤਾ। ਬਸ ਮੈਨੂੰ ਇੱਕ ਗੱਲ ਸਮਝਾਤੀ ਸੀ, ਕਿਉਂਕਿ ਮੈਂ ਇੱਕ ਲੜਕੀ ਹਾਂ ਤੇ ਲੜਕੀ ਸੀ ਉਦੋਂ, ਤਾਂ ਉਹਨਾਂ ਨੇ ਬਿਲਕੁਲ ਜੀ। ਕਿਹਾ ਕਿ ਵੀ ਇੱਜ਼ਤ ਦਾ ਧਿਆਨ ਰੱਖਣਾ, ਬਾਕੀ ਤੇਰਾ ਹਰ ਸ਼ੌਕ ਅਸੀਂ ਪੂਰਾ ਕਰਾਂਗੇ। ਔਰ ਉਸ ਚੀਜ਼ ਲਈ ਉਹਨਾਂ ਨੇ ਹਮੇਸ਼ਾ ਮੇਰਾ ਵੱਧ ਚੜ ਕੇ ਸਾਥ ਦਿੱਤਾ। ਜਦੋਂ ਲੇਟ ਟਾਈਮ ਰਿਹਰਸਲਸ ਹੁੰਦੀਆਂ ਸੀ, ਮੇਰੇ ਜੀ ਫਾਦਰ ਆਫਿਸ ਤੋਂ ਬਾਅਦ ਆ ਕੇ ਮੈਨੂੰ ਲੈਣ ਲਈ ਉੱਥੇ ਕਿੰਨਾ ਚਿਰ 2-2 ਘੰਟੇ ਵੀ ਉਹਨਾਂ ਨੇ ਵੇਟ ਕੀਤੀ, ਪਰ ਕਦੇ ਮੈਨੂੰ ਜੀ ਮਨਾ ਨਹੀਂ ਕੀਤਾ ਕਿ ਵੀ ਹਾਂ ਇਹਦੇ 'ਚ ਸਾਡੇ ਬੱਚੇ ਨੂੰ ਖੁਸ਼ੀ ਮਿਲਦੀ ਆ। ਤੇ ਅੱਗੋਂ ਦੇਖੋ ਵਿਆਹ ਤੋਂ ਬਾਅਦ ਵੀ ਮੈਂ ਬੜੀ ਲੱਕੀ ਰਹੀ ਕਿ ਮੇਰੇ ਇਨ-ਲॉज ਨੇ ਵੀ ਮੈਨੂੰ ਕਦੀ ਇਸ ਗੱਲ ਲਈ ਮਨਾ ਹਾਂਜੀ, ਨਹੀਂ ਮੈਂ ਕੀਤਾ। ਇਹ ਅਗਲਾ ਸਵਾਲ ਮੇਰਾ ਇਹੀ ਸੀਗਾ ਕਿ ਚਲੋ ਵਿਆਹ ਤੋਂ ਪਹਿਲਾਂ ਤਾਂ ਘਰੋਂ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਕਿਸੇ ਤਕਨੀਕੀ ਕਾਰਨ ਕਰਕੇ ਅਸੀਂ ਕੁਝ ਸਮਾਂ ਹਾਂਜੀ, ਜਿਹੜਾ ਆ ਮਦਰ ਉਹ ਫਾਦਰ ਤੁਹਾਡੇ ਹਾਂਜੀ ਨਾਲ ਦੋਨੋਂ ਹਾਂਜੀ, ਤੇ ਵਿਆਹ ਤੋਂ ਬਾਅਦ ਵੀ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਕਿਉਂਕਿ ਮਿਲਦੀ ਤੁਸੀਂ ਆ। ਅਜੇ ਵੀ ਕਰ ਤੇ ਰਹੇ ਹੋ, ਅੱਗੋਂ ਸਕੂਲ ਦੇਖੋ ਦੇ ਵਿੱਚ ਵਿਆਹ ਤੋਂ ਪੜ੍ਹਾ ਵੀ ਬਾਅਦ ਰਹੇ ਵੀ ਹੋ ਮੈਂ ਔਰ ਬੜੀ ਲੱਕੀ ਰਹੀ ਇਸ ਕਿ ਖੇਤਰ ਮੇਰੇ ਦੇ ਵਿੱਚ ਵੀ ਇਨ-ਲॉज ਆਪਣਾ ਨੇ ਵੀ ਮੈਨੂੰ ਯੋਗਦਾਨ ਕਦੀ ਜਿਹੜਾ ਇਸ ਉਹ ਗੱਲ ਪਾ ਰਹੇ ਹੋ ਕਿ ਵਿਆਹ ਤੋਂ ਬਾਅਦ ਸਹੁਰੇ ਘਰ ਦੇ ਵਿੱਚ ਕੀ ਤੁਹਾਨੂੰ ਕੋਈ ਪੂਰਾ ਸਹਿਯੋਗ ਮਿਲਿਆ ਜਾਂ ਫਿਰ ਕੋਈ ਆਪਣਾ ਅਨੁਭਵ ਜਿਹੜਾ ਉਹ ਸਾਡੇ ਨਾਲ ਸਾਂਝਾ ਕਰੋ ਮੈਂ। ਹਾਂਜੀ ਮੰਡ ਸਾਹਿਬ, ਮੈਂ ਬੜੇ ਲਿਟਰੇਰੀ ਫੈਮਿਲੀ ਦੇ ਵਿੱਚ ਆਈ ਹਾਂ। ਜੀ ਮੇਰੇ ਹਸਬੈਂਡ ਜਿਹੜੇ ਉਹ ਵੀ ਇਸ ਲਾਈਨ 'ਚ ਹੀ ਨੇ, ਮੇਰੇ ਜਿਹੜੇ ਫਾਦਰ ਇਨ ਲਾ ਨੇ ਉਹ ਪੋਇਟ ਨੇ। ਸੋ ਜੀ ਮੈਨੂੰ ਘਰ ਦੇ ਵਿੱਚ ਇੱਥੇ ਵੀ ਇਹਨਾਂ ਨੇ ਹੱਲਾਸ਼ੇਰੀ ਦਿੱਤੀ। ਇਹਨਾਂ ਨੂੰ ਪਹਿਲਾਂ ਪਤਾ ਸੀ ਕਿ ਥੀਏਟਰ ਕਰਦੀ ਹੈ, ਉਹਨਾਂ ਨੇ ਕਦੇ ਮੈਨੂੰ ਰੋਕ ਟੋਕ ਨਹੀਂ ਲਾਈ ਔਰ ਮੈਂ ਆਪਣਾ ਕੰਟੀਨਿਊ ਬੜੇ ਆਰਾਮ ਨਾਲ ਰੱਖਿਆ। ਮੈਨੂੰ ਕੋਈ ਫਰਕ ਨਹੀਂ ਪਿਆ ਵੀ ਹਾਂ ਵਿਆਹ ਹੋ ਗਿਆ ਤੇ ਹੁਣ ਮੈਨੂੰ ਕੁਛ ਪਾਬੰਦੀਆਂ ਨੇ। ਸੋ ਉਸ ਗੱਲੋਂ ਜੀ ਮੈਂ ਬਹੁਤ ਲੱਕੀ ਰਹੀ। ਹਾਂਜੀ ਜੀ ਹਾਂ, ਇਹ ਬੜਾ ਹੁੰਦਾ ਹੈ ਕਿ ਬੜੇ ਕਿਸਮਤ ਵਾਲੇ ਉਹ ਲੋਕ ਹੁੰਦੇ ਨੇ ਕਿ ਜਿਨ੍ਹਾਂ ਨੂੰ ਜੋ ਮਨ ਦੀ ਇੱਛਾ ਹੋਵੇ ਉਹ ਪੂਰੀ ਵੀ ਹੁੰਦੀ ਰਹੇ ਤੇ ਆਪਣਾ ਜੀਵਨ ਜਿਹੜਾ ਆ ਉਹ ਵਧੀਆ ਤਰੀਕੇ ਨਾਲ ਜੀਵਿਆ ਜਾਂਦਾ ਰਹੇ। ਕਿਉਂਕਿ ਵਿਆਹ ਤੋਂ ਪਹਿਲਾਂ ਵੀ ਤੁਹਾਨੂੰ ਸਹਿਯੋਗ ਮਿਲਦਾ ਰਿਹਾ, ਵਿਆਹ ਤੋਂ ਹਾਂਜੀ ਪਿੱਛੋਂ ਵੀ ਸਹਿਯੋਗ ਮਿਲਦਾ ਰਿਹਾ। ਤੁਹਾਡੀ ਮੈਨੂੰ ਪਤਾ ਲੱਗਿਆ ਸੀਗਾ ਕਿ ਤੁਹਾਡਾ ਵੀ ਆਪਣੇ ਹਸਬੈਂਡ ਦੀ ਉਹਨਾਂ ਦਾ ਵੀ ਪ੍ਰੋਡਕਸ਼ਨ ਦਾ ਕੰਮ ਜਿਹੜਾ ਹੈਗਾ ਤੇ ਉਹ ਵੀ ਹਾਂਜੀ ਫਿਲਮ ਪ੍ਰੋਡਕਸ਼ਨ ਜਿਹੜੀ ਹੈ ਉਹ ਕਰਦੇ ਨੇ। 2 ਫਿਲਮਾਂ ਹਿੰਦੀ ਤੇ ਪੰਜਾਬੀ ਫਿਲਮ ਵੀ ਮੈਨੂੰ ਲੱਗਦਾ ਪਤਾ ਲੱਗਿਆ ਸੀਗਾ ਕਿ ਤੁਸੀਂ ਉਹ 'ਚ ਕੁਛ ਕੀਤੀਆਂ ਨੇ, 2 ਫਿਲਮਾਂ ਵੀ ਕੀਤੀਆਂ ਨੇ। ਕੁਛ ਉਹਦੇ ਬਾਰੇ ਹਾਂਜੀ ਦੱਸੋਗੇ? 2 ਫਿਲਮਸ ਉਹਨਾਂ ਨੇ ਪ੍ਰੋਡਿਊਸ ਕੀਤੀਆਂ ਸੀ, ਇੱਕ ਪੰਜਾਬੀ ਸੀ ਤੇ ਇੱਕ ਰਾਜਸਥਾਨੀ ਸੀ, ਜਿਹੜੀ ਆਪਣੀ ਜੀ ਪ੍ਰੋਡਕਸ਼ਨ ਸੀਗੀਆਂ 2। ਤੇ ਉਂਝ ਜੀ ਵੈਸੇ ਕਿਉਂਕਿ ਉਹਨਾਂ ਦਾ ਪ੍ਰੋਡਕਸ਼ਨ ਹਾਊਸ ਹੈ ਤੇ ਫਿਲਮਸ ਦਾ ਕੰਮ ਉਹਨਾਂ ਦਾ ਚੱਲਦਾ ਹੀ ਰਹਿੰਦਾ। ਜੀ ਸੋ ਹਾਂ, ਮੈਰਿਜ ਟਾਈਮ ਇਹ ਵਾਲਾ ਕੰਮ ਨਹੀਂ ਸੀ, ਪਰ ਹਾਂ ਜਦੋਂ ਸਾਡੀ ਮੈਰਿਜ ਹੋਈ ਉਸ ਤੋਂ ਬਾਅਦ ਉਹਨਾਂ ਦਾ ਵੀ ਇੰਟਰਸਟ ਇੱਧਰ ਸੀ। ਵੈਸੇ ਉਹ ਬੀਐਸਸੀ ਮੈਡੀਕਲ ਨੇ, ਤਾਂ ਉਹਨਾਂ ਦੀ ਲਾਈਨ ਜੀ ਤੇ ਨਹੀਂ ਸੀ, ਪਰ ਇਹ ਹੈ ਕਿ ਦੋਨੋਂ ਇਕੱਠੇ ਅਸੀਂ ਪਲੇਸ ਕਰਦੇ ਸੀ। ਫਿਰ ਹੌਲੀ-ਹੌਲੀ ਇੱਧਰ ਝੁਕਾਅ ਜ਼ਿਆਦਾ ਹੋ ਗਿਆ ਤੇ ਫਿਰ ਹਾਂਜੀ ਉਹਨਾਂ ਨੇ ਆਪਣਾ ਪ੍ਰੋਫੈਸ਼ਨ ਵੀ ਇਹਨੂੰ ਬਣਾ ਲਿਆ। ਫਿਰ ਇੱਧਰ ਹੀ ਮੂਵ ਹੋ ਗਿਆ ਕੰਮ। ਹਾਂਜੀ ਹਾਂਜੀ, ਨਹੀਂ ਚਲੋ ਬਹੁਤ ਵਧੀਆ ਜੀ। ਪਿਛਲੇ ਲਗਭਗ 31 ਸਾਲ ਤੋਂ ਥੀਏਟਰ ਦੇ ਨਾਲ ਤੁਸੀਂ ਜੁੜੇ ਹੋ ਔਰ ਬੜਾ ਲੰਬਾ ਸਮਾਂ ਤੁਸੀਂ ਰੰਗਕਰਮੀ ਦੇ ਤੌਰ ਤੇ, ਨਿਰਦੇਸ਼ਕ ਦੇ ਤੌਰ ਤੇ ਵੀ ਕੁਝ ਨਾਟਕ ਜਿਹੜੇ ਨੇ ਉਹ ਤੁਸੀਂ ਕੀਤੇ ਨੇ। ਕੋਈ ਹਾਂਜੀ ਇਸ ਸਮੇਂ ਦੌਰਾਨ ਦੀ ਕੋਈ ਨਾਟਕ ਕਰਦਿਆਂ ਜਾਂ ਕਰਵਾਉਂਦਿਆਂ ਜਾਂ ਫਿਰ ਇਸ ਖੇਤਰ ਨਾਲ ਜੁੜਿਆਂ ਕੋਈ ਅਜਿਹੀਆਂ ਯਾਦਾਂ ਜਿਹੜੀਆਂ ਤੁਹਾਨੂੰ ਅੱਜ ਵੀ એનર્ਜੀ ਦਿੰਦੀਆਂ ਨੇ, ਪੋਜ਼ਿਟਿਵ એનર્ਜੀ ਦਿੰਦੀਆਂ ਨੇ, ਕੋਈ ਅਜਿਹੀ ਭੁੱਲ ਯਾਦ ਜਿਹੜੀ ਆ ਉਹ ਸਾਡੇ ਦਰਸ਼ਕਾਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੋਗੇ? ਹਾਂਜੀ, ਮੈਂ ਸਰ ਜਿਸ ਤਰ੍ਹਾਂ ਆਤਮਜੀਤ ਸਰ ਬਾਰੇ ਦੱਸਿਆ, ਉਸ ਤੋਂ ਬਾਅਦ ਮੈਂ ਲੋਕਲ ਸਾਰੇ ਜਿਸ ਤਰ੍ਹਾਂ ਸੁਦੇਸ਼ ਸ਼ਰਮਾ ਜੀ ਨੇ, ਉਹਨਾਂ ਨਾਲ ਮੈਂ ਹਿੰਦੀ ਪਲੇ ਕੀਤਾ। ਫਿਰ ਜਿੰਨੇ ਜੀ ਲੋਕਲ ਗਰੁੱਪਸ ਨੇ, ਡਾਕਟਰ ਸਾਹਿਬ ਸਿੰਘ ਨੇ, ਸੰਗੀਤਾ ਗੁਪਤਾ ਨੇ, ਫਿਰ ਆਪਣੇ ਗੁਰਸ਼ਨ ਭਾਜੀ ਦੇ ਮੈਂ ਬਹੁਤ ਸਾਰੇ ਪਲੇਸ ਕੀਤੇ। ਗੁਰਸ਼ਨ ਭਾਜੀ ਤਾਂ ਆਪਣੇ ਆਪ ਦੇ ਵਿੱਚ ਜੀ ਕਹਿ ਲਓ ਇੱਕ ਇੰਸਟੀਟਿਊਸ਼ਨ ਹੈ ਔਰ ਬਿਲਕੁਲ ਉਹਨਾਂ ਜੀ ਨਾਲ ਬਿਲਕੁਲ। ਕੰਮ ਕਰਕੇ ਕਿਆ ਬਾਤ, ਉਹਨਾਂ ਦਾ ਅੰਦਾਜ਼ ਹੀ ਨਿਰਾਲਾ ਸੀ ਕਿ ਕੋਈ ਸੈੱਟ ਨਹੀਂ, ਕੋਈ ਇਹੋ ਜਿਹੇ ਕੋਈ ਚੀਜ਼ਾਂ ਨਹੀਂ ਚਾਹੀਦੀਆਂ, ਬਸ ਅਸੀਂ ਮੈਸੇਜ ਪਹੁੰਚਾਉਣਾ। ਔਰ ਖੈਰ ਉਹਨਾਂ ਦਾ ਜਿਹੜਾ ਉਹ ਸਟਾਈਲ ਆ, ਉਹਨਾਂ ਨਾਲ ਵੀ ਮੈਂ ਕਾਫੀ ਪਲੇਸ ਕੀਤੇ। ਜਿਹੜਾ ਮੈਂ ਜੀ ਅੱਜ ਪਲੇ ਇੱਥੇ ਕਰਾਂਗੇ ਆਪਾਂ, ਮੈਂ ਜਿਹੜਾ ਸ਼ੋਅ ਅਸੀਂ ਲੈ ਕੇ ਆਏ ਹਾਂ, ਉਹ ਭਾਜੀ ਦਾ ਹੀ ਪਲੇ ਹੈ, ਸੁਖੀ ਬਸੈ ਮਸਕੀਨੀਆ। ਔਰ ਮੈਂ ਭਾਜੀ ਮੈਂ ਨਾਲ ਜੀ ਇਹਦੇ ਬਾਰੇ ਗੱਲ ਕਰਨੀ ਸੀ, ਤੁਸੀਂ ਪਹਿਲਾਂ ਹੀ ਚਲੋ ਉਹ ਗੱਲ ਕਰ ਦਿੱਤੀ ਕਿ ਅੱਜ ਉਹ ਹਾਂਜੀ ਇਹ ਕਿਉਂਕਿ ਪੇਸ਼ੇ ਨਜ਼ਰ ਦੇ ਵਿੱਚ ਇੱਕ ਤੁਹਾਡੇ ਨਾਟਕ ਦੀ ਪੇਸ਼ਕਾਰੀ ਵੀ ਹੋਣੀ ਹੈ ਔਰ ਤੁਸੀਂ ਹੁਣੇ ਦੱਸਿਆ ਕਿ ਸੁਖੀ ਬਸੈ ਮਸਕੀਨੀ ਆ ਗੁਰਸ਼ਰਨ ਭਾਜੀ। ਕਿਉਂਕਿ ਜਦੋਂ ਗੁਰਸ਼ਰਨ ਭਾਜੀ ਹੁਣਾਂ ਜੀ ਜਿਨ੍ਹਾਂ ਨੂੰ ਅਸੀਂ ਭਾਈ ਮੰਨਾ ਸਿੰਘ ਨਾਮ ਦੇ ਨਾਲ ਵੀ ਉਹਨਾਂ ਦਾ ਮਸ਼ਹੂਰ ਰਿਹਾ ਸੀ, ਨਿੱਕੇ ਨਿੱਕੇ ਹੁੰਦੇ ਸੀ ਤੇ ਟੀਵੀ 'ਚ ਉਹ ਨਾਟਕ ਹਾਂਜੀ ਆਉਂਦਾ ਹੁੰਦਾ ਸੀ ਕਿ ਚੱਲ ਭਾਈ ਮੰਨਾ ਸਿੰਘ ਇੱਥੋਂ ਹੁਣ ਚੱਲੀਏ, ਹਨਾ। ਹਾਂਜੀ ਤੇ ਬਿਲਕੁਲ ਉਹਨਾਂ ਦਾ ਉਹ ਡਾਇਲੋਗ ਮੈਨੂੰ ਅੱਜ ਵੀ ਯਾਦ ਆ, ਮੈਂ ਛੋਟਾ ਜਿਹਾ ਅੱਜ ਹੁੰਦਾ ਸੀਗਾ। ਵੀ ਤੇ ਜਦੋਂ ਹਾਂਜੀ ਪੰਜਾਬੀ ਬਿਲਕੁਲ ਥੀਏਟਰ ਦੀ ਅਸੀਂ ਗੱਲ ਕਰਦੇ ਹਾਂ
ਰੰਗਮੰਚ ਦੀ ਗੱਲ ਕਰਦੇ ਹਾਂ ਤੇ ਗੱਲ ਉਨੀ ਦੇਰ ਤੱਕ ਮੈਨੂੰ ਨਹੀਂ ਲੱਗਦਾ ਕਿ ਪੂਰੀ ਹੁੰਦੀ ਹੋਏਗੀ ਜਦੋਂ ਤੱਕ ਉਹਨਾਂ ਦਾ ਨਾਮ ਜਾਂ ਉਹਨਾਂ ਦੀ ਗੱਲ ਜਿਹੜੀ ਆ ਉਹ ਨਾ ਹੋਵੇ, ਕਿਉਂਕਿ ਵਿਦਰੋਹੀ ਥੀਏਟਰ ਜਾਂ ਹੰਗਾਮੀ ਥੀਏਟਰ ਨਾਂ ਦਾ ਜਿਹੜਾ ਥੀਏਟਰ ਪੰਜਾਬੀ ਦੇ ਵਿੱਚ ਉਹਨਾਂ ਨੇ ਸਥਾਪਿਤ ਕੀਤਾ, ਜਦੋਂ ਹਮੇਸ਼ਾ ਮੁੱਦਿਆਂ ਨੂੰ ਜਿਹੜਾ ਆ ਉਹ ਮੋਹਰੇ ਰੱਖ ਕੇ ਲੋਕ ਹਿੱਤ ਦੀ ਗੱਲ, ਲੋਕ ਪੱਖ ਦੀ ਗੱਲ ਜਿਹੜੀ ਆ ਉਹ ਹਮੇਸ਼ਾ ਉਠਾਉਂਦੇ ਰਹੇ, ਕਿਉਂਕਿ ਜਿਵੇਂ ਤੁਸੀਂ ਉਹਨੇ ਦੱਸਿਆ ਕਿ ਉਹ ਮੈਸੇਜ ਹੀ ਜਿਹੜਾ ਕਨਵੇ ਕਰਨਾ ਉਹਨਾਂ ਦਾ ਮੁੱਖ ਮੁੱਦਾ ਹੁੰਦਾ ਸੀਗਾ, ਮੁੱਖ ਮੇਨ ਮਕਸਦ। ਹਾਂਜੀ ਬਿਲਕੁਲ। ਤੇ ਅੱਜ ਗੁਰਸ਼ਰਨ ਭਾਜੀ ਹੋਣਾ ਦਾ ਨਾਟਕ ਜਿਹੜਾ ਹੈ ਉਹ ਤੁਸੀਂ ਮੈਂ ਪੇਸ਼ ਕਰ ਰਹੇ ਹੋ। ਹਾਂਜੀ ਉਹ ਵੀ ਕਰਾਂਗੇ। ਮੈਂ ਉਹ ਵੈਸੇ ਵੱਡਾ ਪਲੇ ਅਸੀਂ ਥੋੜਾ ਜਿਹਾ ਟਾਈਮ ਦੇ ਅਕੋਰਡਿੰਗ ਥੋੜਾ ਛੋਟਾ ਕੀਤਾ, ਪਰ ਗੁਰਸ਼ਰਨ ਭਾਜੀ, ਫਿਰ ਦੂਸਰਾ ਮੈਂ ਸ਼ੁਰੂ ਚ ਇੱਕ ਵਾਰੀ ਕਮਲਜੀਤ ਢਿੱਲੋਂ ਮੈਮ ਸੀਗੇ, ਉਹਨਾਂ ਨਾਲ ਇੱਕ ਪਲੇ ਕੀਤਾ ਸੀ ਗੂੰਗੇ ਬੋਲ। ਫਿਰ ਮੈਂ ਅਭਿਨੇਤ ਗਰੁੱਪ ਹੈ ਚੰਡੀਗੜ੍ਹ ਦਾ, ਬਹੁਤ ਫੇਮਸ ਗਰੁੱਪ ਹੈ, ਤੇ ਉਹਨਾਂ ਨਾਲ ਮੈਂ ਹਿੰਦੀ ਉਰਦੂ ਪਲੇਜ਼ ਕੀਤੇ, ਕਾਫੀ ਪਲੇਜ਼ ਉਹਨਾਂ ਨਾਲ ਵੀ ਕੀਤੇ। ਫਿਰ ਤਾਂ ਤੁਸੀਂ ਭਾਸ਼ਾਵਾਂ ਵੀ ਕਾਫੀ ਸਿੱਖੀਆਂ ਹੋਣੀਆਂ ਨੇ ਜੀ ਤੁਸੀਂ ਪਹਿਲਾਂ? ਹਾਂਜੀ, ਥੋੜਾ ਅਭਿਆਸ ਕਰਨਾ ਪੈਂਦਾ, ਪਰ ਜ਼ੁਬਾਨ ਤੇ ਚੜ ਜਾਂਦੀ ਹੈ ਰਿਹਰਸਲ ਆਪਾਂ ਇਸ ਲਈ ਕਰਦੇ ਹਾਂ। ਉਰਦੂ ਦਾ ਮੈਂ 1 ਸਾਲ ਦਾ ਕੋਰਸ ਵੀ ਕੀਤਾ ਹੋਇਆ ਯੂਨੀਵਰਸਿਟੀ ਦੇ ਵਿੱਚ, ਇਸ ਕਰਕੇ ਮੈਨੂੰ ਉਹਦੀ ਪ੍ਰੋਨੰਸੀਏਸ਼ਨ 'ਚ ਪ੍ਰੋਬਲਮ ਨਹੀਂ ਆਉਂਦੀ। ਠੀਕ ਪ੍ਰੈਕਟਿਸ ਨਾਲ ਹੋ ਜਾਂਦਾ। ਇਹ ਤਾਂ ਇਸ ਤਰ੍ਹਾਂ ਕਿ ਜਦੋਂ ਅਸੀਂ ਪੰਜਾਬੀ ਦੇ, ਤੁਸੀਂ ਕਿਉਂਕਿ ਪੰਜਾਬੀ ਦੇ ਲੈਕਚਰਰ ਹੋ, ਪੰਜਾਬੀ ਦੇ ਅਧਿਆਪਕ ਹੋ, ਔਰ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਹੋ, ਔਰ ਜਦੋਂ ਉਰਦੂ ਭਾਸ਼ਾ ਨਾਲ ਜੁੜ ਜਾਂਦੀ ਹੈ ਤੇ ਫਿਰ ਕਹਿੰਦੇ ਨੇ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਜਿਹੜੀ ਆ ਉਹ। ਹਾਂਜੀ ਸਰ, ਉਰਦੂ ਤੇ ਕਿਆ ਬਾਤ ਹੈ, ਮਤਲਬ ਇੰਨੀ ਰਿਸਪੈਕਟਿਵ ਜੀ ਲੈਂਗੁਏਜ ਹੈ, ਮਜ਼ਾ ਆ ਜਾਂਦਾ। ਔਰ ਉਸੇ ਕਿਉਂਕਿ ਮੈਨੂੰ ਥੋੜਾ ਸ਼ਾਇਰੀ ਪੜ੍ਹਨ ਦਾ, ਮੈਂ ਸ਼ਾਇਰੀ ਕਰ ਤੇ ਨਹੀਂ ਸਕਦੀ, ਪਰ ਹਾਂ ਪੜ੍ਹਨ ਦਾ ਮੈਨੂੰ ਸ਼ੌਕ ਹੈ। ਜੇ ਕਿਤੋਂ ਅੱਛੀ ਚੀਜ਼ ਮਿਲੇ ਮੈਂ ਜ਼ਰੂਰ ਪੜ੍ਹਦੀ ਹਾਂ। ਸੋ ਇਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਹੁਣ ਅਨੀਤਾ ਮੇਰੀ ਬੜੀ ਕਲੋਜ਼ ਫਰੈਂਡ ਹੈ, ਉਹਦੇ ਨਾਲ ਮੈਂ ਕਾਫੀ ਪਲੇਸ ਕੀਤੇ ਨੇ। ਅਨੀਤਾ ਦੇ ਵੱਡੇ ਬ੍ਰਦਰ ਕੁਮਾਰ ਪਵਨਦੀਪ, ਉਹ ਉਦੋਂ ਇੱਥੇ ਹੁੰਦੇ ਸੀ ਜਦੋਂ ਬਾਹਰ ਨਹੀਂ ਸੀਗੇ, ਉਹਨਾਂ ਨਾਲ ਵੀ ਮੈਂ ਪਲੇਸ ਕੀਤੇ। ਇੱਥੇ ਇੱਕ ਜਿੰਨੇ ਲੋਕਲ ਗਰੁੱਪਸ ਹੈ, ਨਰਿੰਦਰ ਨੀਨਾ, ਫਿਰ ਵਿਮੀ ਜੱਗੀ ਹੁੰਦੇ ਸੀ ਇੱਥੇ, ਉਹਨਾਂ ਨਾਲ, ਫਿਰ ਸੈਮੂਅਲ ਜੌਨ ਨਾਲ, ਮਤਲਬ ਕੋਈ ਮੈਨੂੰ ਲੱਗਦਾ ਨਹੀਂ ਕਿਹੜਾ ਗਰੁੱਪ ਹੈ ਜਿਨ੍ਹਾਂ ਨਾਲ ਮੈਂ ਕੰਮ ਨਹੀਂ ਕੀਤਾ। ਮੈਂ ਤਕਰੀਬਨ ਇਸੇ ਕਰਕੇ ਕਹਿੰਦੇ ਕਿ ਤੁਹਾਡੀ ਗੱਲਬਾਤ ਦੇ ਵਿੱਚੋਂ ਉਹ ਸਾਰੇ ਅਨੁਭਵ ਜਿਹੜੇ ਨੇ ਉਹ ਝਲਕਦੇ ਨੇ, ਜਿਹੜੇ ਕਿ ਤੁਸੀਂ ਗ੍ਰਹਿਣ ਕੀਤੇ ਨੇ ਪਿਛਲੇ 31 ਸਾਲਾਂ ਦੇ ਵਿੱਚ। ਔਰ ਇਹ ਲੰਬਾ ਸਫ਼ਰ ਜਿਹੜਾ ਆ ਉਹ ਬੜੀ ਆਸਾਨੀ ਦੇ ਨਾਲ ਉਦੋਂ ਹੀ ਕੱਟਿਆ ਜਾ ਸਕਦਾ ਜਦੋਂ ਤੁਹਾਨੂੰ ਘਰ ਦੇ ਵਿੱਚੋਂ ਵੀ ਪੂਰੀ ਸਪੋਰਟ ਹੋਵੇ। ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਪੇਰੈਂਟਸ ਦੀ ਸਪੋਰਟ ਰਹੀ ਹੈ, ਤੁਹਾਡੇ ਹਸਬੈਂਡ ਦੀ, ਸਹੁਰਾ ਪਰਿਵਾਰ ਦੀ, ਪੂਰੀ ਸਭ ਦੀ ਸਪੋਰਟ ਜਿਹੜੀ ਹੈ ਹੋ ਰਹੀ ਹੈ। ਮੈਮ ਇਸੇ ਤਰ੍ਹਾਂ ਦੀ ਗੱਲਾਂ ਬਾਤਾਂ ਇਸ ਤਰ੍ਹਾਂ ਕਿ ਮੈਂ ਕਰਦਾ ਰਵਾਂਗਾ। ਅਸੀਂ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਚਾਹੁੰਦੇ ਹਾਂ ਕਿ ਸਭ ਤੋਂ ਪਹਿਲਾਂ ਅਗਲਾ ਸੈਗਮੈਂਟ, ਤੀਸਰਾ ਸੈਗਮੈਂਟ ਜਿਹੜਾ ਹੈ ਸਾਡਾ ਪੇਸ਼ ਏ ਨਜ਼ਰ, ਜਿਹਦੇ ਵਿੱਚ ਤੁਸੀਂ ਗੁਰਸ਼ਰਨ ਭਾਜੀ ਹੋਣਾ ਦਾ ਇੱਕ ਨਾਟਕ ਦੱਸਿਆ ਕਿ ਸੁਖੀ ਬਸ ਹੈ ਮਸਕੀਨੀਆਂ, ਉਹਦੀ ਪੇਸ਼ਕਾਰੀ ਹੋਣੀ। ਪਹਿਲਾਂ ਸੁਖੀ ਬਸ ਹੈ ਮਸਕੀਨੀਆਂ, ਉਹਦੀ ਪੇਸ਼ਕਾਰੀ ਵੇਖੀਏ ਜੀ। ਬਾਕੀ ਗੱਲਾਂ ਬਾਤਾਂ ਚਰਚਾ ਦੇ ਵਿੱਚ ਫਿਰ ਆਪਾਂ ਹੋਰ ਕਰਾਂਗੇ। ਓਕੇ ਸਰ, ਓਕੇ ਜੀ। सुखी बसे मस्कीनिया आप निवार तले, बड़े बड़े अहंकारिया नानक गर्भ गले। ओहो सोफे ते बैठ गया ਨਾ ਹੋਰ ਪੁੰਜੇ ਬਹਿ ਜਾ। ਸਾਰੇ ਪ੍ਰੈਸ ਕੀਤੇ ਕੱਪੜੇ ਮਧੋਲੇ ਗਏ ਨੇ। ਕੀ ਗਏ ਨੇ? ਮਧੋਲੇ। ਤੈਨੂੰ ਕੱਪੜਿਆਂ ਦੀ ਪਈ ਹੋਈ ਹੈ, ਮੇਰੀ ਵਲੈਤ ਜਾਣ ਵਾਲੀ ਬਾਸਕਟ ਨਹੀਂ ਲੱਭਦੀ ਪਈ। ਚੰਗੀ ਬੜੀ ਅਲਮਾਰੀ 'ਚ ਰੱਖੀ ਸੀ, ਪਤਾ ਨਹੀਂ ਕਿੱਥੇ ਉੱਡ ਗਈ ਹੈ। ਉਤੋਂ ਫਲਾਈਟ ਨੂੰ ਸਿਰਫ 2 ਘੰਟੇ ਰਹਿ ਗਏ ਨੇ, ਮੈਂ ਪਹੁੰਚਾਂਗਾ ਕਿੱਦਾਂ? ਤੁਸੀਂ ਸੂਟਕੇਸ ਤਿਆਰ ਕਰੋ, ਮੈਂ ਲੱਭਣੀ ਆ। ਉਹ ਸੂਟਕੇਸ ਨੂੰ ਪਾ ਕੇ ਦੇਵਾਂ? ਜੇ ਬਾਸਕਟ ਨਾ ਲੱਭੀ ਤਾਂ ਵਲੈਤ ਜਾਣ ਦਾ ਫਾਇਦਾ ਹੀ ਕੋਈ ਨਹੀਂ ਹੈਗਾ। ਮੇਰੇ ਨਾਲ ਕਿਉਂ ਲੜਦੇ ਹੋ? ਮੈਂ ਤਾਂ ਕਿਧਰੇ ਨਹੀਂ ਦੇ ਦਿੱਤੀ। ਕੀ ਪਤਾ ਦੇ ਦਿੱਤੀ ਹੋਵੇ। ਉਹ ਪਰਸੋਂ ਭਾਂਡੇ ਵਾਲੀ ਬੈਠੀ ਸੀ ਬਾਹਰ, ਪੱਕੀ ਗੱਲ ਹੈ ਬਾਸਕਟ ਕੋਲੋਂ ਦਿੱਤੀ ਹੈ। ਓਹੋ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਉਹ ਤਾਂ ਸਾਰੇ ਬੱਚਿਆਂ ਦੇ ਕੱਪੜੇ ਸਨ ਜਿਨ੍ਹਾਂ ਦੇ ਵੰਡੇ ਸਟੀਲ ਦੀ ਛਾਨੀ ਦੇ ਗਈ। ਜੇ ਕਿਤੇ 2-4 ਵੱਡਿਆਂ ਦੇ ਕੱਪੜੇ ਦੇ ਦਿੰਦੀ ਤਾਂ ਡੋਰ ਵੀ ਮਿਲ ਜਾਂਦਾ। ਬੜਾ ਹੀ ਸੋਹਣਾ ਸੀ, ਬੜਾ ਹੀ ਸੋਹਣਾ ਸੀ। ਉਹ ਪੁਰਾਣੇ ਕੱਪੜਿਆਂ 'ਚ ਮੇਰੀ ਬਾਸਕਟ ਚਲੀ ਗਈ ਹੋਣੀ ਹੈ, ਉਹ ਤੈਨੂੰ ਪਤਾ ਨਹੀਂ ਲੱਗਿਆ ਹੋਣਾ। ਇਸ ਤਰੀਕੇ ਨਾਲ ਭਾਂਡੇ ਲੈਣਾ ਨਾ, ਇਹ ਤੁਹਾਡੀ ਔਰਤਾਂ ਦੀ ਕਮਜ਼ੋਰੀ ਹੈ, ਭਾਵੇਂ ਵਿੱਚ ਨਵੀਂ ਸਾੜੀ ਚਲੀ ਜਾਵੇ।
ਸਾੜੀਆਂ ਤਾਂ ਤੁਸੀਂ ਮੈਨੂੰ ਬਹੁਤ ਲੈ ਕੇ ਦਿੱਤੀਆਂ ਨੇ ਨਾ, ਜਿਹੜੀਆਂ ਮੈਂ ਭਾਂਡੇ ਵਾਲਿਆਂ ਨੂੰ ਦਿੰਦੀ ਫਿਰਦੀ ਹਾਂ। ਗੱਲ ਬਾਸਕਟ ਦੀ ਚੱਲਦੀ ਪਈ ਸੀ, ਮੈਂ ਤਾਂ ਸਾੜੀਆਂ ਤੇ ਥੋੜੀ ਜਾਨੀ ਹੈ। ਫਿਰ ਨਾ ਬਹਿਸ ਕੌਣ ਕਰੇ ਕਿ ਤੂੰ ਉਤਲੇ ਮਾਰੀ ਸੀ ਨਾ ਆਪਣੀ ਬਾਸਕਟ ਦੇਖਦਾ। ਅਵਤਾਰ ਪੁੱਤਰ ਪ੍ਰਸ਼ਾਦ ਲੈ ਲੈ। ਮੈਂ ਬੋਬੀ ਦੇ ਇਮਤਿਹਾਨ ਦਾ ਕਰਾਇਆ ਸੀ, ਨਾਲੇ ਸਫਰ ਚ ਸੁਖ ਸਾਂਦ ਲਈ ਦੀ ਅਰਦਾਸ ਵੀ ਕਰਾਈ ਸੀ। ਮੇਰੇ ਕੋਲ ਤੁਹਾਡੇ ਪ੍ਰਸ਼ਾਦ ਵਾਸਤੇ ਟਾਈਮ ਨਹੀਂ ਹੈਗਾ। ਇਹਨੂੰ ਦੋ ਆਪਣੀ ਨੂੰਹ ਨੂੰ, ਭਾਂਡੇ ਵਾਲੀ ਨੂੰ। ਭਾਂਡਿਆਂ ਵਾਲੀ ਸੁਜੀਤ ਪੁੱਤਰ, ਭਾਂਡਿਆਂ ਦਾ ਕੋਈ ਨਵਾਂ ਕੰਮ ਸ਼ੁਰੂ ਕੀਤਾ ਹੈ? ਨਹੀਂ ਨਹੀਂ ਮਾਂ ਜੀ, ਕੋਈ ਗੱਲ ਨਹੀਂ ਪੁੱਤਰ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਨਹੀਂ ਮਾਂ ਜੀ, ਗੁੱਸੇ 'ਚ ਨੇ ਤਾਂ ਇੰਜ ਬੋਲੀ ਜਾਂਦੇ ਨੇ। ਉਸੇ ਕਾਹਦੇ ਲਈ? ਸਫਰ ਵਾਲੀ ਬਾਸਕਟ ਨਹੀਂ ਮਿਲਦੀ ਪਈ, ਉੱਤੋਂ ਫਲਾਈਟ ਦਾ ਵੇੜਾ ਹੋ ਗਿਆ। ਓ ਅੱਛਾ ਅੱਛਾ, ਲੈ ਫੜ ਤੂੰ ਪ੍ਰਸ਼ਾਦ ਲੈ। ਮੈਂ ਅਵਤਾਰ ਦੇ ਬਾਊ ਜੀ ਨੂੰ ਵੀ ਦੇਣੀ ਆ, ਉਹਨਾਂ ਹਲੇ ਚਾਹ ਤੇ ਨਹੀਂ ਪੀਤੀ। ਨਹੀਂ ਨਹੀਂ, ਮੈਂ ਬਣਾਉਣੀ ਹੈ। ਚੱਲ ਇੰਜ ਕਰ, ਉਹਨਾਂ ਨੂੰ ਆਵਾਜ਼ ਵੀ ਮਾਰ, ਆ ਜਰਾ ਆ ਕੇ ਪ੍ਰਸ਼ਾਦ ਲੈ ਲੈਣ। ਬਾਊ ਜੀ, ਕੀ ਗੱਲ ਬਈ, ਘਰ 'ਚ ਬੜੀ ਹਲਚਲ ਹੈ। ਇੱਕ ਕੱਪ ਚਾਹ ਦਾ ਜਿਹੜਾ ਮਿਲਦਾ ਹੁੰਦਾ ਸੀ ਉਹ ਵੀ ਨਹੀਂ ਹੁਣ ਤੱਕ ਮਿਲਿਆ। ਮਿਲ ਜਾਂਦੀ ਹੈ ਚਾਹ, ਪਹਿਲਾਂ ਤੁਸੀਂ ਨਾ ਆ ਪ੍ਰਸ਼ਾਦ। ਗੱਲ ਇਹ ਵੇ ਕਿ ਅਵਤਾਰ ਦੇ ਜਾਣ ਦਾ ਵੇੜਾ ਹੋ ਗਿਆ ਤੇ ਉਹਦੀ ਸਫਰ ਵਾਲੀ ਬਾਸਕਟ ਨਹੀਂ ਪਈ ਲੱਭਦੀ। ਸਫਰ ਵਾਲੀ ਬਾਸਕਟ ਕੇ ਸਮਗਲਿੰਗ ਵਾਲੀ ਬਾਸਕਟ? ਹੈ ਮੇਰਾ ਮਤਲਬ ਹੈ ਉਹ ਨਾ ਕਈ ਦਿਨ ਪਹਿਲਾਂ ਇਹਦੀਆਂ ਸਿਫਤਾਂ ਪਿਆ ਕਰਦਾ ਸੀ, ਕਹਿੰਦਾ ਸੀ ਵੀ ਇਹਦੀਆਂ 10 ਚੋਰ ਜੇਬਾਂ ਨੇ, ਚੀਜ਼ਾਂ ਕੋਈ ਪਾ ਲਓ, ਕੋਈ ਲੱਖ ਤਲਾਸ਼ੀ ਕਰੇ ਪਰ ਕੋਈ ਲੱਭ ਨਹੀਂ ਸਕਦਾ ਚੀਜ਼। ਇਹ ਤੇ ਅਨੋਖੀ ਗੱਲ ਕਿਹੜੀ? ਜਿਨ੍ਹਾਂ ਨੇ ਵਪਾਰ ਕਰਨਾ ਹੁੰਦਾ ਹੈ ਉਹਨਾਂ ਨੂੰ ਇਹੋ ਜਿਹੀਆਂ ਬਾਸਕਟਾਂ ਬਣਾਉਣੀਆਂ ਹੀ ਪੈਂਦੀਆਂ ਨੇ। ਸਾਡੇ ਲਾਲਾ ਜੀ ਜਦੋਂ ਵੀ ਪਿੰਡੋਂ ਸ਼ਹਿਰ ਸੌਦਾ ਲੈਣ ਜਾਂਦੇ ਸਨ ਤਾਂ ਖਾਸ ਕਿਸਮ ਦੀ ਬਾਸਕਟ ਪਾ ਕੇ ਜਾਂਦੇ ਸਨ ਤੇ ਸਾਰਾ ਪੈਸਾ ਵੰਡ ਕੇ ਜੇਬਾਂ 'ਚ ਪਾਉਂਦੇ ਸਨ। ਉਹ ਤੇਰੇ ਲਾਲਾ ਜੀ ਬਾਸਕਟ ਪਾਉਂਦੇ ਸੀ ਤਾਂ ਕਿ ਜੇਬ ਕੁਤਰਿਆਂ ਕੋਲੋਂ ਰਕਮ ਬਚੀ ਰਵੇ, ਪਰ ਤੇਰਾ ਇਹ ਪੁੱਤਰ ਨਾ ਇਹ ਬਾਸਕਟ ਪਾ ਕੇ ਲੋਕਾਂ ਦੀ ਜੇਬ ਕੁਤਰਨ ਵਿਦੇਸ਼ਾਂ ਦੇ ਦੌਰੇ ਤੇ ਜਾਂਦਾ ਹੈ। ਤੇ ਕੀ ਪਏ ਕਹਿੰਦੇ? ਉਹ ਠੀਕ ਹੀ ਪਿਆ ਕਹਿਣਾ। ਉਹ ਜੋ ਹਰ ਵਾਰੀ ਇੰਨੀਆਂ ਚੀਜ਼ਾਂ ਜੋ ਲੈ ਕੇ ਆਉਂਦਾ, ਕਦੀ ਵੰਨ-ਸਵੰਨੇ ਫੋਨ, ਕਦੀ ਕੈਮਰੇ, ਕਦੀ ਕੱਪੜੇ ਲੱਤੇ ਤੇ ਹੋਰ ਕਿੰਨਾ ਨਿਕਸ਼ੁਕ, ਉਹ ਕਸਟਮ ਵਾਲਿਆਂ ਨਾਲ ਮਿਲ ਕੇ ਜਾਂ ਕਸਟਮ ਵਾਲਿਆਂ ਤੋਂ ਚੋਰੀ ਲੈ ਕੇ ਆਉਂਦਾ, ਫਿਰ ਉਹਨੂੰ ਵੇਚਦਾ। ਉਹ ਇਹਨੂੰ ਵਪਾਰ ਕਹਿੰਦਾ ਤੇ ਮੈਂ ਉਹਨੂੰ ਚੋਰੀ ਕਹਿਣਾ। ਬੁੱਕ ਕਿਰਾਇਆ ਦਾ ਲਾ ਕੇ ਜਾਂਦਾ, ਮੈਨਾਂ ਵੀ ਨਾ ਕਰੇ। ਨਾ ਕਰੇ, ਕੁਝ ਹੋਰ ਕਰ ਲਵੇ। ਜ਼ਰੂਰੀ ਇਹੋ ਜਿਹੇ ਕੰਮ ਕਰਨੇ ਨੇ ਵੀ ਜਿਨ੍ਹਾਂ ਦੇ ਵਿੱਚ ਚੋਰੀ ਹੋਵੇ। ਬਸ ਤੁਹਾਡੀਆਂ ਇਹਨਾਂ ਗੱਲਾਂ ਕਰਕੇ ਹੀ ਉਹਦੀ ਤੁਹਾਡੇ ਨਾਲ ਬਣਦੀ ਨਹੀਂ। ਤੇ ਬਣ ਵੀ ਨਹੀਂ ਸਕਦੀ। ਉਹਦਾ ਰਾਹ ਹੋਰ ਹੈ ਤੇ ਮੇਰਾ ਹੋਰ। ਉਹ ਤੇ ਦਿਸਦਾ ਹੀ ਪਿਆ, ਸਾਰੀ ਉਮਰ ਮਾਸਟਰੀ ਕਰਕੇ 2 ਕਮਰਿਆਂ ਦਾ ਮਕਾਨ ਨਹੀਂ ਪਾ ਸਕੇ ਤੇ ਉਹਨੇ 5 ਸਾਲਾਂ 'ਚ ਕੋਠੀ ਖੜੀ ਕਰਤੀ ਹੈ ਤੇ ਆਰਾਮ ਨਾਲ ਰਹਿ ਰਹੇ। ਹਾਂ, ਬੜੇ ਆਰਾਮ ਨਾਲ ਰਹਿ ਰਿਹਾ। ਇੱਕ ਕੱਪ ਚਾਹ ਦਾ ਜਿਹੜਾ ਮਿਲਦਾ ਹੁੰਦਾ ਸੀ ਉਹ ਵੀ ਇਸ ਬਾਸਕਟ ਦੇ ਚੱਕਰ 'ਚ ਨਹੀਂ ਮਿਲਿਆ। ਲੋ ਆ ਗਈ ਚਾਹ। 5 ਮਿੰਟ ਦੇਰ ਹੋ ਜੇ ਫਿਰ ਕਾਲੇ ਪੈ ਜਾਂਦੇ ਨੇ। ਸੁਰਜੀਤ ਕੋਲੇ ਆਪਣੀ ਬਾਸਕਟ? ਨਹੀਂ ਮਾਂ ਜੀ, ਪਹਿਲਾਂ ਅੰਦਰਲੇ ਕਮਰੇ 'ਚ ਹੇਠਲੀ ਉਤਲੀ ਕੀਤੀ ਨੇ ਤੇ ਹੁਣ ਛੁਬਾਰੇ ਚਾਹੋ ਕੁਝ ਕਰਦੇ ਹੋਣੇ। ਮੈਂ ਦੇ ਆਵਾਂ ਚਾਹ? ਪੁੱਤਰ ਇਹ ਚਾਹ ਇੱਥੇ ਰੱਖ ਦੇ, ਮੈਂ ਉਹਨੂੰ ਬੁਲਾ ਲੈਣਾ। ਹਾਂਜੀ। ਉਹ ਭਲਿਆ ਲੋਕਾ, ਉਹ ਥੱਲੇ ਆ ਕੇ ਚਾਹ ਦਾ ਘੁੱਟ ਭਰ ਜਾ। ਉਹ ਤੁਹਾਨੂੰ ਹਰ ਵੇਲੇ ਚਾਹ ਦੀ ਪਈ ਰਹਿੰਦੀ ਹੈ। ਕਿਸੇ ਨੂੰ ਕੀ ਮੁਸੀਬਤ ਪਈ ਹੈ ਤੁਹਾਨੂੰ ਕੁਝ ਲੈਣਾ ਦੇਣਾ ਨਹੀਂ। ਇਹ ਚਾਹ ਕੋਈ ਏਡੀ ਜ਼ਰੂਰੀ ਚੀਜ਼ ਨਹੀਂ। ਓਏ ਮੈਂ ਕਿਹੜਾ ਕਹਿਣਾ ਵੀ ਇਹ ਜ਼ਰੂਰੀ ਚੀਜ਼ ਆ, ਪਰ ਇਹ ਕਹਿਣਾ ਵੀ ਜੇ ਗਰਮਾ ਗਰਮ ਚਾਹ ਦਾ ਪਿਆਲਾ ਹੋਵੇ, ਵਿੱਚੋਂ ਖੁਸ਼ਬੂ ਆ ਰਹੀ ਹੋਵੇ, ਧੂਆਂ ਨਿਕਲ ਰਿਹਾ ਹੋਵੇ, ਤਾਂ ਉਹ ਇੱਕ ਬਾਸਕਟ ਨਾਲੋਂ ਜ਼ਿੰਦਗੀ 'ਚ ਜ਼ਿਆਦਾ ਕੀਮਤ ਰੱਖਦਾ। ਐਸੇ ਬਰਖੁਰਦਾਰ ਇਸ ਵਾਰੀ ਸਿੰਗਾਪੁਰ ਤੋਂ ਹੋਰ ਕੀ ਕੁਝ ਆ ਰਿਹਾ? ਸਿੰਗਾਪੁਰ ਤੋਂ ਆ ਰਹੀ ਹੈ ਬਿਜਲੀ ਵਾਲੀ ਕੈਟਲ, ਚਾਹ ਵਾਲੀ। ਉਹ 'ਚ ਚਾਹ ਬਣੇਗੀ, ਧੂਆਂ ਵੀ ਉੱਠੇਗਾ ਤੇ ਖੁਸ਼ਬੂ ਵੀ ਆਏਗੀ ਤੇ ਕੱਚ ਦੀ ਕੈਟਲ 'ਚ ਚਾਹ ਦਾ ਰੰਗ ਵੀ ਦਿਸੇਗਾ। ਪਰ ਇਹ ਤਾਂ ਕਸਟਮ ਵਾਲਿਆਂ ਨੂੰ ਫਿਰ ਕਸਟਮ ਡਿਊਟੀ ਦੇ ਕੇ ਲਿਆਉਣੀ ਪਊਗੀ ਨਾ। ਇਹ ਤੇਰੀ ਬਾਸਕਟ ਦੀਆਂ ਚੋਰ ਜੇਬਾਂ 'ਚ ਤੇ ਆਉਣੀ ਨਹੀਂ। ਉਹ ਬਾਬੂ ਜੀ, ਕਸਟਮਰ ਨੇ ਮੇਰੇ ਚਾਚੇ ਦੇ ਪੁੱਤਰ ਨੇ, ਜਿਹੜੇ ਏਦਾਂ ਲੰਘਣ ਦੇਣਗੇ? ਉਹਨਾਂ ਨੂੰ ਬਕਾਇਦਾ ਹਿੱਸਾ ਦੇਣਾ ਪੈਂਦਾ ਤਾਂ ਲੰਘਣ ਦਿੰਦੇ ਨੇ ਅਗਲੇ। ਤੇ ਫਿਰ ਇਹ ਬਾਸਕਟ? ਬਈ ਬਾਸਕਟ ਦੀਆਂ ਜਿਹੜੀਆਂ ਨਿੱਕੀਆਂ ਚੀਜ਼ਾਂ ਨੇ ਨਾ, ਕੀਮਤੀ ਚੀਜ਼ਾਂ, ਉਹਨਾਂ ਤੱਕ ਉਹਨਾਂ ਦੀ ਪਹੁੰਚ ਨਹੀਂ। ਜੇ ਇਹਨਾਂ 'ਚ ਹਿੱਸਾ ਦੇਣਾ ਪੈ ਗਿਆ ਤੇ ਮੈਂ ਕੀ ਖੱਟਿਆ ਸਵਾ। ਇਹਦਾ ਮਤਲਬ ਚੋਰਾਂ ਨੂੰ ਮੋਰ ਪੈਂਦੇ ਨੇ। ਨਹੀਂ ਬਾਬੂ ਜੀ, ਮੋਰਾਂ ਨੂੰ ਚੋਰ ਪੈਂਦੇ ਨੇ। ਪਰ ਇਹ ਗੱਲਾਂ ਤੁਹਾਡੀ ਸਮਝ ਨਹੀਂ ਪੈਣੀ ਹੈ। ਤੁਸੀਂ ਚਾਹ ਪੀਓ। ਓਏ ਚਾਹ ਦਾ ਬੜੀ ਸਵਾਦ ਹੈ, ਪਰ ਤੇਰੀ ਕਿਸਮਤ ਕਿੱਥੇ? ਤੂੰ ਤਾਂ ਬਾਸਕਟ ਹੀ ਲੱਭਦਾ ਹੈ। ਇੱਕ ਤੇ ਬੰਦੇ ਨੂੰ ਆਪਣਾ ਵਕਤ ਪਿਆ, ਉਤੋਂ ਲਾ ਕੇ ਗੱਲਾਂ ਕਰਦੇ ਨੇ। ਇਹਨਾਂ ਨਹੀਂ ਵੀ ਮਾੜੀ ਮੋਟੀ ਹਮਦਰਦੀ ਕਰ। ਉਹ ਹਮਦਰਦੀ ਕੋਈ ਐਸੀ ਚੀਜ਼ ਨਹੀਂ ਕਿ ਵੀ ਜੜੇ ਖੜੇ ਨੂੰ ਵੱਡੀ ਜਾਵੇ। ਹੁਣ ਜੇ ਮੈਨੂੰ ਤੇਰੇ ਨਾਲ ਪੂਰੀ ਹਮਦਰਦੀ ਹੈ। ਨਿੱਕੇ ਹੁੰਦਿਆਂ ਤੈਨੂੰ ਆਪਣੇ ਪੁੱਤਰ ਦੀ ਹਰ ਗਲਤੀ ਲੁਕਾਉਣੀ ਪੈਂਦੀ ਤੇ ਤੁਸੀਂ ਨਿੱਕੇ ਹੁੰਦਿਆਂ ਤੋਂ ਹੀ ਉਹਦੇ ਮਗਰ ਪਏ, ਹਰ ਵੇਲੇ ਡਾਂਟ। ਆ ਸਕੂਲ 'ਚ ਮਾਸਟਰੀ ਕਰਦਿਆਂ ਨਾ
ਤੁਹਾਨੂੰ ਡਾਂਟਣ ਦੀ ਆਦਤ ਹੀ ਪੈ ਗਈ। ਕੱਲ ਮੋਹਨ ਨਾਲ ਵੀ ਇਹੀ ਗੱਲ ਕਰ ਰਿਹਾ ਸੀ। ਮੋਹਨ ਲਾਲ ਨੂੰ ਕਿਵੇਂ ਪੜਾਇਆ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਇਸਦਾ। ਆਹੋ ਉਂਝ ਤੇ ਕਹਿੰਦਾ ਸੀ ਕਿ ਮੈਂ ਅੱਜ ਜੋ ਕੁਝ ਵੀ ਆ ਮਾਸਟਰ ਜੀ ਦੀ ਬਦੌਲਤ ਆ। ਕਹਿੰਦਾ ਮਾਸਟਰ ਜੀ ਦੇ ਮਾਰੇ ਇੱਕ ਇੱਕ ਬੈਂਤ ਨੇ ਉਹਨੂੰ ਤਰੱਕੀ ਦੀ ਇੱਕ ਇੱਕ ਪੌੜੀ ਚੜਨ ਚ ਮਦਦ ਕੀਤੀ। ਪਰ ਅਵਤਾਰ ਦੀ ਵਾਰੀ ਬੈਂਤ ਤੇ ਉਹਦੇ ਦਰਮਿਆਨ ਉਹਦੀ ਮਾਂ ਆ ਜਾਂਦੀ ਰਹੀ ਹੈ। ਪਰ ਬੈਂਤ ਤੋਂ ਬਿਨਾਂ ਵੀ ਤੇ ਬੱਚੇ ਨੂੰ ਸਮਝਾਇਆ ਜਾ ਸਕਦਾ ਹੈ। ਇੱਕ ਹੱਦ ਤੱਕ। ਉਂਝ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਮੇਰੇ ਤੋਂ ਸਭ ਤੋਂ ਵੱਧ ਬੈਂਤ ਖਾਦੇ ਨੇ ਨਾ, ਉਹ ਜ਼ਿੰਦਗੀ 'ਚ ਕੁਝ ਬਣ ਵੀ ਗਏ ਨੇ ਔਰ ਉਹ ਸਭ ਤੋਂ ਵੱਧ ਮੇਰੀ ਇੱਜ਼ਤ ਕਰਦੇ ਨੇ। ਅਵਤਾਰ ਵੀ ਤੇ ਤੁਹਾਡੀ ਕਿੰਨੀ ਇੱਜ਼ਤ ਕਰਦਾ ਹੈ। ਜੇ ਇੱਜ਼ਤ ਕਰਦਾ ਹੁੰਦਾ ਨਾ ਤੇ ਇਸ ਘਰ ਵਿੱਚ ਇਹ ਵਾਸਕਟ ਨਾ ਆਉਂਦੀ। ਸਿਆਪਾ ਵਾਸਕਟ ਦਾ। ਸੁਰਜੀਤ ਕੌਰ ਹੁਣ ਕਿੱਧਰ ਗਿਆ ਅਵਤਾਰ? ਮਾਂ ਜੀ ਮਹਿਤਾ ਜੀ ਵੱਲ ਗਏ ਨੇ, ਕਹਿੰਦੇ ਉਹਦੀ ਬਾਸਕਟ ਲੈ ਜਾਣਾ। ਉਹ ਤੇਰਾ ਭਲਾ ਹੋ ਜੇ। ਮਹਿਤੇ ਕੋਲ ਵੀ ਚੋਰ ਛਪਾ ਵਾਲੀ ਵਾਸਕਟ। ਲੋਕਾਂ ਦਾ ਗੁਜ਼ਾਰਾ ਨਹੀਂ ਹੁੰਦਾ, ਇਹ ਸਭ ਕੁਝ ਕਰਨਾ ਹੀ ਪੈਂਦਾ। ਨਿੱਕੀ ਤੇ ਤੂੰ ਕੀ ਕਰਦੀ ਪਈ ਹੈ? ਅੱਜ ਤਾਂ ਦਾਦੀ ਜੀ ਮੌਜ ਲੱਗ ਗਈ, ਕਿੰਨੇ ਸਾਰੇ ਕੱਪੜੇ ਖਰੀਦੇ ਪਏ ਨੇ। ਆ ਵੇਖੋ ਮੇਰੀ ਫਰੋਕ ਜਿਹੜੀ ਮੈਨੂੰ ਮਾਸੀ ਨੇ ਦਿੱਤੀ ਸੀ, ਤੇ ਆ ਬॉबी ਵੀਰੇ ਦਾ ਪਜਾਮਾ ਜਿਹੜਾ ਉਹ ਪਾ ਕੇ ਫੈਂਸੀ ਡਰੈਸ 'ਚ ਡਾਕਟਰ ਬਣਿਆ ਸੀ, ਤੇ ਆ ਬਾਸਕਟ। ਬਾਸਕਟ? ਕਿੱਥੇ ਬਾਸਕਟ? ਆ ਵਾਲੀ ਜਿਹੜੀ ਤੁਸੀਂ ਮੇਰੇ ਗੁੱਡੇ ਲਈ ਬਣਾਈ ਸੀ। ਓਹੋ ਮੈਂ ਸਮਝਿਆ ਉਹ ਬਾਸਕਟ ਮਿਲ ਗਈ ਹੈ। ਕਿਹੜੀ ਬਾਸਕਟ? ਤੇਰੇ ਪਾਪਾ ਦੀ ਬਾਸਕਟ। ਉਹ ਜਿਹੜੀ ਵਾਈਟ ਕਲਰ ਦੀ ਹੈ? ਹਾਂ ਵਾਈਟ ਕਲਰ ਦੀ ਹੈ, ਜਿਹਦੀ ਕਾਫੀ ਸਾਰੀ ਪਾਕਟਸ ਨੇ। ਹਾਂ ਕਾਫੀ ਸਾਰੀ ਪਾਕਟਸ ਨੇ ਤੇ ਹਰ ਪਾਕਟ ਤੇ ਜ਼ਿਪ ਲੱਗੀ ਹੋਈ ਹੈ। ਹਾਂ ਬਾਬਾ ਹਾਂ, ਹਰ ਪਾਕਟ ਤੇ ਜ਼ਿਪ ਲੱਗੀ ਹੋਈ ਹੈ। ਤੈਨੂੰ ਪਤਾ ਹੈ ਕਿੱਥੇ? ਹਾਂ ਮੈਨੂੰ ਪਤਾ, ਉਹ ਤਾਂ ਬॉबी ਵੀਰੇ ਪਾ ਕੇ ਗਿਆ ਹੋਇਆ। ਅੱਛਾ ਸ਼ੁਕਰ ਹੈ ਪਰਮਾਤਮਾ ਦਾ। ਜਾ ਤੂੰ ਭੱਜ ਕੇ ਜਾ, ਆਪਣੇ ਪਾਪਾ ਨੂੰ ਕਹਿ ਕਿ ਬਾਸਕਟ ਮਿਲ ਗਈ ਹੈ। ਜਾ ਲੈ। ਮੈਂ ਤਾਂ ਵੀ ਘਰ ਨਹੀਂ ਮਿਲਿਆ। ਪਰ ਤੁਹਾਡੀ ਬਾਸਕਟ ਮਿਲ ਗਈ ਹੈ। ਉਹ ਬॉबी ਆ ਗਿਆ ਸੀ। ਅੱਛਾ ਬॉबी ਵੀ ਆ ਗਿਆ। ਓਏ ਬॉबी ਇਹ ਬਾਸਕਟ ਤੂੰ ਕਿੱਥੇ ਪਾ ਕੇ ਗਿਆ ਸੀ ਓਏ? ਅੱਜ ਮੇਰਾ ਹਿਸਟਰੀ ਦਾ ਐਗਜ਼ਾਮ ਸੀ ਪਾਪਾ। ਨਾ ਹਿਸਟਰੀ ਦੇ ਐਗਜ਼ਾਮ ਤੇ ਇਹ ਬਾਸਕਟ ਕੀ ਤਾਲੁਕ ਹੋਇਆ? ਤੁਸੀਂ ਦੱਸਦੇ ਸੀ ਨਾ ਕਿ ਇਹਦੇ ਕਿੰਨੇ ਸਾਰੇ ਸੀਕ੍ਰੇਟ ਪਾਕਟ ਨੇ। ਹਾਂ ਮੈਂ ਹਿਸਟਰੀ ਦੇ ਵੱਖ-ਵੱਖ ਚੈਪਟਰ ਇਹਨਾਂ ਵੱਖ-ਵੱਖ ਪਾਕਟਸ ਪਾ ਕੇ ਗਿਆ ਸੀ। ਉਹ ਕਿੰਨੀ ਦਿਲਚਸਪ ਗੱਲ ਹੈ ਬਈ। ਹਿਸਟਰੀ ਦੇ ਵੱਖ-ਵੱਖ ਚੈਪਟਰ ਵੱਖ-ਵੱਖ ਪਾਕਟਸ। ਬਾਊ ਜੀ ਇਹ ਮਜ਼ਾਕ ਦਾ ਵੇਲਾ ਨਹੀਂ, ਮੈਂ ਫਲਾਈਟ ਲਈ ਲੇਟ ਹੋ ਰਿਹਾ। ਲੈ ਬਾਸਕਟ ਦੇ ਮੈਨੂੰ। ਪਾਪਾ ਇਹਦੇ ਪਾਕਟ ਤਾਂ ਖਾਲੀ ਕਰ ਲਓ। ਮੌਰੀਆ ਕਾਲ, ਭਾਰਤ ਦੇ ਇਤਿਹਾਸ ਦਾ ਸੁਨਹਿਰੀ ਕਾਲ। ਮੁਹੰਮਦ ਸ਼ਾਹ ਤੁਗਲਕ, ਇੱਕ ਬੇਵਕੂਫ ਬਾਦਸ਼ਾਹ। ਬਾਦਸ਼ਾਹ ਅਕਬਰ, ਹਿੰਦੂ ਮੁਸਲਿਮ ਏਕਤਾ ਦਾ ਪ੍ਰਤੀਕ। ਉਹ ਬਸ ਕਰ ਯਾਰ ਮੈਨੂੰ। ਉਹ ਠਹਿਰ ਤਾਂ ਸਹੀ ਇੱਕ ਮਿੰਟ। ਰਜ਼ੀਆ ਸੁਲਤਾਨ, ਜਿਸਨੇ ਗੁਲਾਮ ਨਾਲ ਇਸ਼ਕ ਕੀਤਾ। ਔਰੰਗਜ਼ੇਬ, ਇੱਕ ਕੱਟੜ ਬਾਦਸ਼ਾਹ। 1947 ਦੇਸ਼ ਆਜ਼ਾਦ ਹੋਇਆ। 1947 ਦੇ ਬਾਅਦ ਦਾ ਹਿੰਦੁਸਤਾਨ। ਚੋਰ ਜੇਬਾਂ ਵਾਲੀ ਵਾਸਕਟਾਂ ਦਾ ਇਤਿਹਾਸ। ਤਾਂ ਤੂੰ ਇਹ ਬਾਸਕਟ ਨਕਲ ਨਹੀਂ ਪਾ ਕੇ ਗਿਆ ਸੀ ਹੈ? ਉਹ ਬਰਖੁਰਦਾਰ, ਜੇ ਬਾਪ ਇਸ ਬਾਸਕਟ ਰਾਹੀਂ ਸਮਗਲਿੰਗ ਕਰ ਸਕਦਾ ਹੈ ਤਾਂ ਪੁੱਤਰ ਨਕਲ ਵੀ ਕਰ ਸਕਦਾ ਹੈ। ਤੁਸੀਂ ਤੇ ਤੁਹਾਡੇ ਲੈਕਚਰ। ਪਿਤਾ ਪਰ ਪੁੱਤ, ਘੋੜੇ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ। ਬॉबी ਵੀਰੇ ਰਾਤ ਤਾਂ ਤੂੰ ਕਮਾਲ ਹੀ ਕਰ ਦਿੱਤੀ। ਪਾਪਾ ਨਾਲ ਪੂਰੀ ਡੈਸ ਕੀਤੀ, ਜਮਾ ਵੀ ਨਹੀਂ ਡਰਿਆ। ਮੈਨੂੰ ਕਈ ਵਾਰ ਲੱਗਿਆ ਕਿ ਤੈਨੂੰ ਹੁਣ ਚਪੇੜ ਪਈ ਕਿ ਪਈ। ਲੈ ਚਪੇੜ ਕਿਉਂ ਪੈਂਦੀ? ਮੈਂ ਹੁਣ ਉਹ ਬॉबी ਨਹੀਂ ਜਿਹੜਾ ਚੋਰ ਜੇਬਾਂ ਵਾਲੀ ਬਾਸਕਟ ਪਾ ਕੇ ਐਗਜ਼ਾਮ ਦੇਣ ਜਾਂਦਾ ਸੀ। ਨਾ ਹੁਣ ਤੂੰ ਕੀ ਹੈ? ਹੁਣ ਮੈਂ ਬਾਊ ਜੀ ਉਰਫ ਮਾਸਟਰ ਨਾਰਾਇਣ ਸਿੰਘ ਜੀ ਦਾ ਵਿਦਿਆਰਥੀ ਹਾਂ, ਜੋ ਹਰ ਸਪੋਰਟ ਵਿੱਚ ਅਵਲ, ਹਰ ਡਿਬੇਟ ਵਿੱਚ ਅਵਲ ਤੇ ਪੜ੍ਹਾਈ ਵਿੱਚ ਮੈਰਿਟਸ ਪਾਸ ਹੋਇਆ। ਹਾਂ ਇਮਤਿਹਾਨ 'ਚ ਚੰਗੇ ਨੰਬਰ ਕੀ ਲੈ। ਹੁਣ ਤੂੰ ਪਾਪਾ ਕੀ ਬੋਲੇਗਾ? ਮੰਮਾ ਮੈਂ ਅੱਗੋਂ ਨਹੀਂ ਸੀ ਬੋਲਿਆ, ਸਗੋਂ ਉਹ ਨਿੱਕੀ ਜਿਹੀ ਗੱਲ ਤੇ ਭੜਕ ਗਏ ਸਰ। ਮੈਂ ਤਾਂ ਬਸ ਇੰਨਾ ਹੀ ਕਹਿ ਰਿਹਾ ਸੀ ਕਿ ਬॉबी ਪੁੱਤਰ ਲੈ ਪ੍ਰਸ਼ਾਦ ਲੈ ਤੂੰ ਵੀ ਲੈ। ਬਈ ਅੱਜ ਕਿਹਦੇ ਨਾਂ ਦਾ ਪ੍ਰਸ਼ਾਦ ਕਰਾ ਲਿਆ? ਭਈ ਅੱਜ ਪ੍ਰਸ਼ਾਦ ਕਰਾਇਆ ਕਿ ਰੱਬ ਸਭ ਨੂੰ ਸੁਮਤ ਦੇਵੇ ਤੇ ਸਾਰੇ ਆਏ ਅਮਨ ਸ਼ਾਂਤੀ ਨਾਲ ਰਹਿਣ। ਇਸ ਪ੍ਰਸ਼ਾਦ ਦੀ ਨਾ ਸਭ ਤੋਂ ਵੱਧ ਲੋੜ ਤੇ ਤੁਹਾਨੂੰ ਆ ਫੜੋ। ਮੈਨੂੰ? ਹੋਰ ਕੀ, ਸਾਰੇ ਘਰ ਦੇ ਕਲੇਸ਼ ਤੁਹਾਡੇ ਕਰਕੇ ਨੇ। ਅਵਤਾਰ ਕਹਿੰਦਾ ਸੀ
ਪਤਾ ਨਹੀਂ ਪਾਉ ਜੀ ਬੱਚਿਆਂ ਨੂੰ ਕੀ ਸਿਖਾਉਂਦੇ ਰਹਿੰਦੇ। ਉਹ ਭਲੀਏ ਮਾਨਸੇ, ਬੱਚਿਆਂ ਨੂੰ ਕੋਈ ਐਵੇਂ ਨਹੀਂ ਸਿਖਾ ਸਕਦਾ। ਉਹ ਤਾਂ ਸਗੋਂ ਆਪਣੇ ਆਲੇ ਦੁਆਲੇ ਜੋ ਦੇਖਦੇ ਆ ਨਾ ਉਹ ਤੋਂ ਸਿੱਖਦੇ ਆ। ਚੰਗਾ ਬਾਬਾ, ਤੁਸੀਂ ਆ ਜਰਾ ਖਬਰਾਂ ਤੇ ਸੁਣਾਓ ਭਈ ਅੱਜ ਅਖਬਾਰ 'ਚ ਕੀ ਆਇਆ। ਪਹਿਲਾਂ ਤੂੰ ਆਪਣੇ ਮੁਹੱਲੇ ਦੀ ਅਖਬਾਰ ਦਾ ਬੁਲੇਟਿਨ ਤੇ ਸੁਣਾ ਲੈ ਕਿ ਵੀ ਮੁਹੱਲੇ 'ਚ ਕੌਣ ਕੌਣ ਬਿਮਾਰ ਹੋਇਆ, ਕਿਹਦੇ ਘਰ ਪੋਤਰਾ ਹੋਇਆ ਤੇ ਕਿਹਦੇ ਸੱਸ ਗੋਡੀ ਪੀੜ ਸ਼ੁਰੂ ਹੋ ਗਈ ਹੈ। ਹਾਏ, ਨਾ ਤੁਹਾਡਾ ਕੀ ਮਤਲਬ ਹੈ ਭਈ ਮੈਂ ਗੋਡੇ ਪੀੜ ਦਾ ਬਹਾਨਾ ਬਣਾਉਣੀ ਆ? ਸਾਰੀ ਰਾਤ ਤਰਾਟਾਂ ਪੈਂਦੀਆਂ ਰਹਿੰਦੀਆਂ ਨੇ, ਹੈ ਹੱਦ ਹੋ ਗਈ। ਨਾਲੇ ਇਹ ਕਹਿ ਕੇ ਤੁਸੀਂ ਸਾਨੂੰ ਨੂੰ ਸੱਸ ਨੂੰ ਲੜਾਉਣਾ ਚਾਹੁੰਦੇ ਹੋ? ਵਧੀਆ ਰਿਹਾ ਮਾਂ ਜੀ ਗੁਰਦੁਆਰੇ। ਹਾਂ ਵਧੀਆ ਰਿਹਾ ਪੁੱਤਰ। ਅੱਜ ਇੰਜ ਕਰੀ, ਅੱਜ ਅਵਤਾਰ ਨੂੰ ਆਲੂਆਂ ਦਾ ਪਰੌਂਠਾ ਪਕਾ ਕੇ ਦੇਈ। ਹਾਂਜੀ। ਉਹਨੂੰ ਬੜੇ ਪਸੰਦ ਨੇ ਆਲੂਆਂ ਦੇ ਪਰੌਂਠੇ। ਨਿੱਕਾ ਹੁੰਦਾ ਸੀ ਨਾ, ਜਿੱਦ ਕਰਕੇ ਪਰੌਂਠਾ ਮੰਗਦਾ ਸੀ। ਹਾਂਜੀ। ਉਹ ਤੇਰੇ ਪੁੱਤਰ ਨੂੰ ਕੀ ਪਸੰਦ ਹੈ ਆਪਣੀ ਨੂੰਹ ਰਾਣੀ ਨੂੰ ਚੰਗੀ ਤਰ੍ਹਾਂ ਪਤਾ ਹੈ। ਇਹਨੂੰ ਵੀ ਤਾਂ ਇਸ ਘਰ ਵਿੱਚ ਆਇਆ 20 ਸਾਲ ਹੋ ਗਏ ਨੇ। ਜੋ ਮਾਵਾਂ ਨੂੰ ਪੁੱਤਰਾਂ ਬਾਰੇ ਪਤਾ ਹੁੰਦਾ ਨਾ, ਉਹ ਵੋਟੀਆਂ ਨੂੰ ਨਹੀਂ ਪਤਾ ਹੁੰਦਾ। ਇਹ ਗੱਲ ਮੈਂ ਨਹੀਂ ਕਹਿ ਰਹੀ, ਤੁਸੀਂ ਕਹੀ ਸੀ ਜਦੋਂ ਮੈਂ ਇਸ ਘਰ 'ਚ ਵਿਆਹੀ ਆਈ ਸੀ। ਹਰ ਗੱਲ ਆਪਣੀ ਮਾਂ ਨੂੰ ਪੁੱਛ ਕੇ ਕਰਦੇ ਸੀ, ਜਿਵੇਂ ਮੈਂ ਤੇ ਤੁਹਾਡੀ ਕੋਈ ਹੁੰਦੀ ਹੀ ਨਹੀਂ ਸਾਂ। ਤੈਨੂੰ ਸ਼ਿਕਾਇਤ ਹੈ ਕਿ ਆਪਣਾ ਅਵਤਾਰ ਤੇਰੇ ਤੋਂ ਹਰ ਗੱਲ ਕਿਉਂ ਨਹੀਂ ਪੁੱਛਦਾ ਹੈ? ਨਹੀਂ, ਭਾਵੇਂ ਆਪਣੀ ਵੋਟੀ ਨੂੰ ਪੁੱਛੇ, ਪਰ ਪੁੱਛੇ ਤੇ ਸਹੀ ਕਿਸੇ ਕੋਲੋਂ। ਇਸ ਗੱਲੋਂ ਤੁਸੀਂ ਸਾਰੇ ਮਰਦ ਇੱਕੋ ਜਿਹੇ। ਲੈ, ਮੈਂ ਕਿਹੜੀ ਗੱਲ ਤੇਰੇ ਤੋਂ ਪੁੱਛ ਕੇ ਨਹੀਂ ਕੀਤੀ ਹੋਈ। ਕੱਲ ਦੀ ਗੱਲ ਹੈ, 4 ਮਹੱਲੇ ਦੇ ਬੰਦੇ ਘਰ ਆਏ ਭਈ ਰਾਮ ਸਰਨ ਮਹੱਲੇ ਦੀ ਕਮੇਟੀ ਦਾ ਪ੍ਰਧਾਨ ਹੋਣਾ ਚਾਹੀਦਾ। ਪਰ ਕਮਾਲ ਹੈ, ਉਹ ਮੈਂ ਵੀ ਜ਼ੋਰ ਦਿੱਤਾ, ਪਰ ਨਾ ਜੀ। ਮੈਂ ਨਹੀਂ ਚਾਹੁੰਦਾ ਕਿ ਵੀ ਰਾਮਸਰ ਮਹੱਲੇ ਦੀ ਕਮੇਟੀ ਦਾ ਪ੍ਰਧਾਨ ਬਣੇ। ਮੈਨੂੰ ਉਹਦੇ ਕਾਰੇ ਚੰਗੇ ਨਹੀਂ ਲੱਗਦੇ। ਕਿਹੜੇ ਕਾਰੇ ਚੰਗੇ ਨਹੀਂ ਲੱਗਦੇ? ਮੈਨੂੰ ਆਪਣੇ ਅਵਤਾਰ ਦਾ ਉਹ ਦੋਸਤ ਹੈ। ਉਹ ਮੈਨੂੰ ਅਵਤਾਰ ਦੇ ਕਾਰੇ ਵੀ ਚੰਗੇ ਨਹੀਂ ਲੱਗਦੇ। ਉਹ ਕਿਹੜੇ ਕਾਰੇ ਚੰਗੇ ਨਹੀਂ ਲੱਗਦੇ? ਉਹੀ ਜੋ ਕਰਦਾ ਹੈ ਜਾਂ ਕਰਦਾ ਰਿਹਾ, ਕਦੀ ਦਲਾਲੀ ਦਾ ਧੰਦਾ ਤੇ ਕਦੀ ਸਮਗਲਿੰਗ। ਉਹ ਜਦੋਂ ਦਾ ਉਹਦਾ ਬਲਾਕ ਕਮੇਟੀ ਦਾ ਪ੍ਰਧਾਨ ਬਣਿਆ, ਉਦੋਂ ਤੋਂ ਤਾਂ ਉਹਦੀ ਹੱਦੀ ਹੋ ਗਈ ਹੈ। ਹਰ ਗਲਤ ਬੰਦੇ ਨਾਲ ਉੱਠਣਾ ਬੈਠਣਾ ਹੋ ਗਿਆ ਉਹਦਾ। ਤੁਹਾਨੂੰ ਤੇ ਘਰ ਲక్ష్ਮੀ ਆਉਂਦੀ ਚੰਗੀ ਨਹੀਂ ਲੱਗਦੀ। ਚਲੋ, ਨਾਲੇ ਰਾਮਸਰਨ ਦੀ ਮਾਂ ਸ਼ਿਕਾਇਤ ਕਰਦੀ ਸੀ, ਕਹਿੰਦੀ ਮਾਸਟਰ ਜੀ ਨੇ ਉਹਦੇ ਪੁੱਤਰ ਦੇ ਨਾਂ ਦੀ ਹਮਾਇਤ ਨਹੀਂ ਕੀਤੀ ਪ੍ਰਧਾਨਗੀ ਲਈ। ਮੈਂ ਉਹਦੀ ਹਮਾਇਤ ਕਿਉਂ ਕਰਾਂ? ਉਹ ਬੰਦਾ ਹੀ ਬੇਈਮਾਨ ਹੈ। ਪਰ ਉਹਨੇ ਮਹੱਲੇ ਦੀ ਧਰਮਸ਼ਾਲਾ ਲਈ ਪੂਰੇ 10,000 ਰੁਪਏ ਦਿੱਤੇ ਨੇ। ਪਰ ਦਾਦੀ ਜੀ ਲਾਇਬ੍ਰੇਰੀ ਲਈ ਇੱਕ ਫੁੱਟੀ ਕੌਡੀ ਦੇ ਤੋਂ ਇਨਕਾਰ ਕਰ ਦਿੱਤਾ ਉਹਨੇ। ਸੁਣ ਲੈ, ਅਖੇ ਲਾਇਬ੍ਰੇਰੀ ਭਗਤ ਸਿੰਘ ਦੇ ਨਾਂ ਤੇ ਹੈ ਤੇ ਭਗਤ ਸਿੰਘ ਨਾਸਤਿਕ ਸੀ। ਲੈ ਖਾਂ ਭਲਾ, ਭਗਤ ਸਿੰਘ ਵਰਗਾ ਕੌਣ ਹੋ ਸਕਦਾ? ਚਲੋ, ਜਿਵੇਂ ਅਗਲੇ ਦੀ ਮਰਜ਼ੀ। ਹੁਣ ਗੁਆਂਢ ਮੱਥਾ ਹੈ, ਵਿਗਾੜਨੀ ਥੋੜੀ ਹੈ। ਮੈਂ ਨਹੀਂ ਜੇ ਵਿਗਾੜਨੀ ਕਿਸੇ ਨਾਲ। ਬਾਊ ਜੀ ਨੇ ਮਦਦ ਨਹੀਂ ਕੀਤੀ, ਪਰ ਅਸੀਂ ਫਿਰ ਵੀ ਰਾਮ ਸਰਨ ਨੂੰ ਬਿਨਾਂ ਮੁਕਾਬਲਾ ਪ੍ਰਧਾਨ ਚੁਣ ਲਿਆ। ਰਾਮ ਸਰਨ ਦੀ ਮਾਂ ਇਹ ਵੀ ਦੱਸਦੀ ਸੀ, ਕਹਿੰਦੀ ਪਿਛਲੇ ਹਫਤੇ ਉਹਨੇ ਆਸ਼ਰਮ ਦੀ ਇੱਕ ਕੁੜੀ ਦਾ ਵਿਆਹ ਬੜੇ ਚੰਗੇ ਘਰ ਕੀਤਾ ਹੈ। ਵਿਆਹ ਦਾ ਸਾਰਾ ਖਰਚਾ ਰਾਮ ਸਰਨ ਨੇ ਦਿੱਤਾ। ਪਰ ਦਾਦੀ ਲਾਇਬ੍ਰੇਰੀ ਲਈ ਤਾਂ ਕੁਝ ਨਹੀਂ ਦਿੱਤਾ ਨਾ। ਫਿਰ ਵੀ ਲਾਇਬ੍ਰੇਰੀ ਅਸੀਂ ਖੋਲ ਲਈ ਹੈ। ਦਾਦਾ ਜੀ ਨੇ 100 ਕਿਤਾਬਾਂ ਆਪਣੀ ਲਾਇਬ੍ਰੇਰੀ ਚੋਂ ਦਿੱਤੀਆਂ ਨੇ ਤੇ ਇੱਕ ਅਖਬਾਰ ਵੀ ਲਗਵਾ ਦਿੱਤਾ ਹੈ, ਜਿਹਦਾ ਬਿੱਲ ਦਾਦਾ ਜੀ ਆਪ ਭਰਿਆ ਕਰਨਗੇ। ਤੇ ਆਪਣੀ ਪੈਨਸ਼ਨ ਚ ਦਊਂਗਾ, ਕਿਸੇ ਦਲਾਲੀ ਦੀ ਕਮਾਈ ਚੋਂ ਨਹੀਂ। ਓਹੋ ਮਾਂ ਜੀ, ਤੁਹਾਨੂੰ ਇੱਕ ਗੱਲ ਦੱਸਣੀ ਤੇ ਮੈਂ ਭੁੱਲ ਹੀ ਗਈ। ਆਪਣੀ ਲక్ష్ਮੀ ਗੱਲ ਵੀ ਕਰਦੀ ਸੀ, ਅਖੀ ਆਸ਼ਰਮ ਦੀ ਕੁੜੀ ਰਾਤ ਤੋਂ ਮਿਲਦੀ ਨਹੀਂ ਪਈ। ਲੋਕੀ ਰਾਮਸਰਨ ਦਾ ਨਾਂ ਲੈਂਦੇ ਨੇ ਕਿ ਉਹ ਕੁੜੀਆਂ ਨੂੰ ਗਲਤ ਕੰਮਾਂ ਲਈ ਮਜਬੂਰ ਕਰਦਾ ਹੈ। ਐਵੇਂ ਭੌਂਕਦੇ ਨੇ, ਸੜਦੇ ਨੇ ਉਤੋਂ। ਮੰਮੀ ਕੀ ਗੱਲ ਹੈ ਨਿੱਕੀ? ਰਾਮਸਰ ਨਾਟੋ ਦੇ ਘਰੇ ਪੁਲਿਸ ਆਈ ਹੈ ਤੇ ਕਹਿੰਦੇ ਨੇ ਕਿ ਉਹਨਾਂ ਦੀ ਛਾਣੀ ਵਾਲੀ ਕੋਠੀ 'ਚੋਂ ਆਸ਼ਰਮ ਵਾਲੀ ਕੁੜੀ ਲੱਭੀ ਗਈ ਤੇ ਹੁਣ ਪੁਲਿਸ ਨੇ ਅੰਕਲ ਨੂੰ ਗ੍ਰਿਫਤਾਰ ਕਰ ਲਿਆ। ਵੇ ਰਾਮ ਸਰਨਾ, ਹਾਏ ਵੇ ਤੇਰਾ ਕੱਖ ਨਾ ਰਹੇ ਵੇ। ਪਰ ਰਾਮ ਸਰਨ ਨੂੰ ਪੁਲਿਸ ਕਿਵੇਂ ਗ੍ਰਿਫਤਾਰ ਕਰ ਸਕਦੀ ਹੈ ਯਾਰ? ਰੁਕ, ਮੈਂ ਆਉਣਾ। ਹਾਏ ਹਾਏ, ਚਲੋ ਆ ਕੇ ਰੋਟੀ ਖਾ ਲਓ। ਅਵਤਾਰ ਨੇ ਖਾ ਲਈ ਖਾਂਦਾ ਪਿਆ। ਤੇ ਫਿਰ ਉਹ ਖਾ ਲਵੇ, ਮੈਂ ਉਹਦੇ ਨਾਲ ਬਹਿ ਕੇ ਨਹੀਂ ਖਾ ਸਕਦਾ। ਫਿਰ ਇੰਜ ਕਰੋ, ਆਪਣੀ ਰਸੋਈ ਵੱਖ ਕਰ ਲਓ। ਮੇਰਾ ਵਸ ਚੱਲੇ ਨਾ, ਰਸੋਈ ਤੱਕ ਹੀ ਮੈਂ ਘਰ ਹੀ ਵਾਕ ਕਰਨਾ ਵਾ। ਮੇਰਾ ਇੱਥੇ ਸਾਹ ਘੁੱਟਦਾ। ਮਾਜੀ ਕੀ ਕਹਿੰਦੇ ਨੇ ਬਾਊ ਜੀ? ਉਹ ਮੈਂ ਇਹ ਕਹਿਣਾ ਕਿ ਮੇਰਾ ਇੱਥੇ ਸਾਹ ਘੁੱਟਦਾ ਹੈ। ਅੱਛਾ, ਫਿਰ ਤੁਹਾਨੂੰ ਸਾਹ ਦੀ ਬਿਮਾਰੀ ਹੋਣੀ ਹੈ। ਕਿਸੇ ਚੰਗੇ ਡਾਕਟਰ ਤੋਂ ਇਲਾਜ ਕਿਉਂ ਨਹੀਂ ਕਰਾਉਂਦੇ? ਉਹ ਵੱਡਿਆ ਸਿਆਣਿਆ,
ਮੈਨੂੰ ਇਹੋ ਜਿਹੀ ਕੋਈ ਬਿਮਾਰੀ ਨਹੀਂ। ਤਾਂ ਤੂੰ ਇੱਕ ਗੱਲ ਦੱਸ ਵੀ ਤੂੰ ਰਾਮ ਸਰਨ ਦੀ ਹਮਾਇਤ ਕਿਉਂ ਕੀਤੀ? ਉਹਨੂੰ ਥਾਣੇ ਚੋਂ ਛੁਡਵਾ ਕੇ ਕਿਉਂ ਲਿਆਇਆ? ਕਿਉਂਕਿ ਉਹ ਬੇਕਸੂਰ ਹੈ। ਬੇਕਸੂਰ ਹੈ ਕਿ ਉਹ ਕੁੜੀ ਉਹਦੀ ਕੋਠੀ ਚੋਂ ਨਹੀਂ ਮਿਲੀ? ਮਿਲੀ ਸੀ ਪਰ ਆਪਣੀ ਮਰਜ਼ੀ ਨਾਲ ਗਈ ਸੀ। ਤੈਨੂੰ ਕਿਵੇਂ ਪਤਾ? ਉਹਨੇ ਪੁਲਿਸ ਅੱਗੇ ਬਿਆਨ ਦਿੱਤਾ। ਪੁਲਿਸ ਦੇ ਅੱਗੇ ਬਿਆਨ ਕਿਵੇਂ ਦਵਾਇਆ ਜਾਂਦਾ ਹੈ, ਇਹ ਕਿਸੇ ਤੋਂ ਨਹੀਂ ਭੁੱਲਿਆ। ਬਾਊ ਜੀ ਬਿਆਨ ਹੁੰਦਾ ਹੈ, ਜਿਵੇਂ ਮਰਜ਼ੀ ਦਵਾਇਆ ਗਿਆ ਹੋ। ਪਰ ਤੂੰ ਉਹਦੀ ਹਮਾਇਤ ਕਿਉਂ ਕੀਤੀ? ਕਿਉਂਕਿ ਉਹ ਸਾਡੇ ਮਹੱਲੇ ਦਾ ਚੁਣਿਆ ਹੋਇਆ ਪ੍ਰਧਾਨ ਹੈ। ਉਹ ਮਹੱਲੇ ਦਾ ਪ੍ਰਧਾਨ ਹੈ ਤੇ ਤੂੰ ਬਲਾਕ ਕਮੇਟੀ ਦਾ ਪ੍ਰਧਾਨ ਹੈ। ਇੱਕ ਪ੍ਰਧਾਨ ਨੇ ਦੂਜੇ ਪ੍ਰਧਾਨ ਦੀ ਮਦਦ ਤਾਂ ਕਰਨੀ ਹੋਈ ਨਾ। ਪਰ ਤੂੰ ਇਹ ਨਾ ਭੁੱਲ ਕਿ ਤੂੰ ਇੱਕ ਬੇਟੀ ਦਾ ਬਾਪ ਵੀ ਹੈ। ਹੌਲੀ ਬੋਲੋ, ਅੰਦਰ ਜੇ ਬੱਚਿਆਂ ਨੇ ਸੁਣ ਲਿਆ ਤੇ ਕੀ ਆਖਣਗੇ? ਉਹ ਤੂੰ ਚੁੱਪ ਕਰ, ਮੈਨੂੰ ਅੱਜ ਇਹਦੇ ਨਾਲ ਸਿੱਧੀਆਂ ਗੱਲਾਂ ਕਰ ਲੈਂਦੇ। ਆ ਜਿਹੜੀਆਂ ਰੋਜ਼ ਬਲਾਤਕਾਰੀ ਦੀਆਂ ਖਬਰਾਂ ਆਉਂਦੀਆਂ ਨਾ, ਇਹਨਾਂ ਸਭ ਦੇ ਪਿੱਛੇ ਕਿਸੇ ਨਾ ਕਿਸੇ ਪ੍ਰਧਾਨ ਦਾ ਹੱਥ ਹੁੰਦਾ। ਬਾਊ ਜੀ ਇਹ ਸਭ ਸਿਸਟਮ ਦਾ ਹਿੱਸਾ ਹੈ, ਇਹਦੇ 'ਚ ਮੈਂ ਕੀ ਕਰ ਸਕਦਾ? ਨਹੀਂ, ਜੇ ਤੂੰ ਕੁਝ ਨਹੀਂ ਕਰ ਸਕਦਾ ਤੇ ਘੱਟ ਤੋਂ ਘੱਟ ਇਸ ਬਦਕਾਰੀ ਦਾ ਹਿੱਸੇਦਾਰ ਤਾਂ ਨਾ ਬਣ। ਨਾ ਤੂੰ ਮੈਨੂੰ ਇੱਕ ਗੱਲ ਸੱਚੋ ਸੱਚ ਦੱਸ ਕਿ ਕੀ ਤੂੰ ਰਾਮ ਸਰ ਨੂੰ ਬੇਕਸੂਰ ਸਮਝਦਾ? ਨਹੀਂ, ਪਰ ਮੈਂ ਮਜਬੂਰ ਹਾਂ। ਅਗਲੇ ਹਫਤੇ ਇਸ ਗੱਲ ਦਾ ਫੈਸਲਾ ਹੋਣਾ ਹੈ ਕਿ ਇਸ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਕੌਣ ਹੋਏਗਾ। ਮੇਰਾ ਨਾਂ ਸਭ ਤੋਂ ਉੱਪਰ ਹੈ। ਮੈਨੂੰ ਰਾਮ ਸਰਨ ਦੀ ਮਦਦ ਦੀ ਲੋੜ ਹੈ। ਤੇ ਆ ਗਈ ਫਿਰ ਬਿੱਲੀ ਥੈਲੇ ਤੋਂ ਬਾਹਰ। ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ। ਬਾਬੂ ਜੀ ਮੈਂ ਸਿਸਟਮ ਤੋਂ ਬਾਹਰ ਨਹੀਂ ਜਾ ਸਕਦਾ। ਤੁਹਾਡੇ ਵਾਂਗ ਰਿਟਾਇਰ ਨਹੀਂ ਹੋਇਆ ਮੈਂ। ਉਹ ਬਰਖੁਰਦਾਰ, ਮੈਂ ਨੌਕਰੀ ਤੋਂ ਰਿਟਾਇਰ ਹੋਇਆ, ਜ਼ਿੰਦਗੀ ਤੋਂ ਰਿਟਾਇਰ ਨਹੀਂ ਹੋਇਆ। ਔਰ ਨਾਲੇ ਇੱਕ ਗੱਲ ਕੰਨ ਖੋਲ ਕੇ ਸੁਣ ਲੈ, ਤਾਂ ਅੱਜ ਤੋਂ ਬਾਅਦ ਤੇਰੇ ਮੇਰੇ ਦਰਮਿਆਨ ਇਹ ਲਕੀਰ ਖਿੱਚੀ ਗਈ ਆ। ਤੂੰ ਮੇਰਾ ਦੁਸ਼ਮਣ ਤੇ ਮੈਂ ਤੇਰਾ ਦੁਸ਼ਮਣ। ਤੁਹਾਨੂੰ ਪਤਾ ਨਹੀਂ ਹੈ ਤੁਸੀਂ ਕੀ ਕਹੀ ਜਾ ਰਹੇ ਹੋ? ਤੂੰ ਚੁੱਪ ਰਹਿ, ਮੈਨੂੰ ਸਭ ਪਤਾ ਮੈਂ ਕੀ ਕਹਿ ਰਿਹਾ। ਪਰ ਤੂੰ ਗੱਲ ਸੁਣ ਲੈ, ਬਲਾਕ ਕਮੇਟੀ ਦਾ ਪ੍ਰਧਾਨ। ਤੇਰੀ ਜਾਣਕਾਰੀ ਲਈ ਮੈਂ ਦੱਸ ਦਿਆਂ ਕਿ ਬੌਬੀ ਤੇ ਉਹਦੇ ਸਾਥੀਆਂ ਨੇ ਮੁਹੱਲੇ ਦੇ ਵਿੱਚ ਝੰਡਾ ਚੁੱਕ ਲਿਆ। ਜਦੋਂ ਤੱਕ ਉਹ ਰਾਮ ਸਰਨ ਨੂੰ ਜੇਲ੍ਹ ਨਹੀਂ ਨਾ ਭਜਵਾ ਦਿੰਦੇ, ਤਦ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਮੈਨੂੰ ਪਤਾ ਹੈ ਬਾਊ ਜੀ, ਇਹ ਸਭ ਤੁਹਾਡੀ ਸ਼ਹਿ ਤੇ ਹੋ ਰਿਹਾ। ਤੁਸੀਂ ਕਰ ਲਓ ਜੋ ਕਰ ਸਕਦੇ ਹੋ, ਜਿੰਨਾ ਜ਼ੋਰ ਲੱਗਦਾ ਲਾ ਲਓ। ਵੈਸੇ ਮੈਨੂੰ ਪਤਾ ਹੈ ਕਿ ਮੇਰੀਆਂ ਗੱਲਾਂ ਦਾ ਤੇਰੇ ਤੇ ਕੋਈ ਅਸਰ ਤਾਂ ਹੋਣਾ ਨਹੀਂ, ਪਰ ਇੱਕ ਗੱਲ ਮੇਰੀ ਧਿਆਨ ਨਾਲ ਯਾਦ ਰੱਖੀ, ਜਿਹੜੇ ਰਾਹ ਵੀ ਤੂੰ ਤੁਰ ਪਿਆ ਨਾ, ਉਹਦਾ ਨਤੀਜਾ ਕੋਈ ਚੰਗਾ ਨਹੀਂ ਨਿਕਲਦਾ। ਮਹਿਤਾ ਜੀ ਬਿਲਕੁਲ ਢਿੱਲ ਨਾ ਹੋਵੇ। ਤੁਸੀਂ ਦਬਾਅ ਜਾਰੀ ਰੱਖਣਾ ਜਦ ਤੱਕ ਐਲਾਨ ਨਹੀਂ ਹੋ ਜਾਂਦਾ। ਹਾਂ, ਮੈਂ ਬਸ ਨਾਸ਼ਤਾ ਕਰਕੇ ਤੁਹਾਡੇ ਕੋਲ ਆ ਰਿਹਾ। ਹਾਂਜੀ, ਮਿਲਦੇ ਹਾਂ। ਤੁਹਾਨੂੰ ਪਤਾ ਹੈ ਬੌਬੀ ਹਸਪਤਾਲ ਚਲਾ ਗਿਆ? ਪਤਾ ਹੈ, ਮੇਰੇ ਕਰਕੇ ਗਿਆ। ਤੇ ਤੁਹਾਡੇ ਤੇ ਇਸ ਗੱਲ ਦਾ ਕੋਈ ਅਸਰ ਨਹੀਂ। ਮੈਂ ਜੇ ਇਹਨਾਂ ਨਿੱਕੀਆਂ ਗੱਲਾਂ ਦਾ ਅਸਰ ਲੈਣ ਲੱਗਾ ਨਾ, ਤਾਂ ਮੈਂ ਜ਼ਿੰਦਗੀ 'ਚ ਹੋਰ ਕੁਝ ਨਹੀਂ ਕਰ ਸਕਦਾ। ਨਾਲੇ ਸਿਰਫ ਮੇਰੇ ਕਰਕੇ ਨਹੀਂ ਗਿਆ। ਜਿਹੜੇ ਉਹਨੇ ਕੰਮ ਸ਼ੁਰੂ ਕਰ ਦਿੱਤੇ ਸੀਗੇ ਨਾ, ਉਹਦਾ ਨਾਮ ਪੁਲਿਸ ਦੀਆਂ ਫਾਈਲਾਂ 'ਚ ਖਤਰਨਾਕ ਨੌਜਵਾਨ ਦੇ ਵਿੱਚ ਸ਼ਾਮਿਲ ਹੋ ਚੁੱਕਾ ਹੈ। ਤੈਨੂੰ ਪਤਾ ਇਸ ਗੱਲ ਦਾ? ਕਿਉਂ? ਕੀ ਕੀਤਾ ਹੈ ਉਸਨੇ? ਮੈਨੂੰ ਕੀ ਪਤਾ, ਉਹ ਜਾਣੇ ਜਾਂ ਉਹਦੇ ਦਾਦਾ ਜੀ ਜਾਣਾ। ਜਿਹੜਾ ਰਾਮ ਸਰਨ ਦੇ ਮਾਮਲੇ 'ਚ ਥਾਣੇ ਦਾ ਘਿਰਾਓ ਕੀਤਾ ਸੀ ਨਾ, ਇਹ ਸਭ ਉਹਦਾ ਨਤੀਜਾ ਹੈ। ਫਿਰ ਤੁਹਾਡੀ ਪ੍ਰਧਾਨਗੀ ਕਿਸ ਕੰਮ ਦੀ? ਜੇ ਆਪਣੇ ਪੁੱਤਰ ਦੇ ਕੰਮ ਨਹੀਂ ਆ ਸਕਦੇ ਤਾਂ? ਮੇਰੀ ਪ੍ਰਧਾਨਗੀ ਦੀ ਇਸ ਘਰ 'ਚ ਕਦਰ ਕਿਹਨੂੰ ਹੈ? ਉਹ ਲੋਕੀ ਮੇਰੇ ਤੋਂ 100 ਕੰਮ ਕਢਾਉਂਦੇ ਨੇ, ਪਰ ਇੱਥੇ ਜਿਹਨੂੰ ਦੇਖੋ ਉਹਦਾ ਮੂੰਹ ਸੁੱਜਿਆ ਪਿਆ। ਪਰ ਮੈਂ ਉਹਨਾਂ ਲੋਕਾਂ ਨੂੰ ਨਹੀਂ ਭੁੱਲ ਸਕਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਦੀ ਕੁਰਸੀ ਤੇ ਬਿਠਾਇਆ ਤੇ ਹੁਣ ਮੰਤਰੀ ਮੰਡਲ ਲਿਜਾਣ ਦਾ ਯਤਨ ਕਰ ਰਹੇ ਨੇ। ਤੁਸੀਂ ਤਾਂ ਉਹਨਾਂ ਲੋਕਾਂ ਨੂੰ ਨਹੀਂ ਭੁੱਲ ਸਕਦੇ, ਪਰ ਘਰ ਤਾਂ ਬਿਲਕੁਲ ਵੀਰਾਨ ਹੋ ਗਿਆ ਜਦੋਂ ਦਾ ਬੌਬੀ ਗਿਆ। ਬਾਊ ਜੀ ਸਾਰਾ ਦਿਨ ਆਪਣੇ ਕਮਰੇ 'ਚ ਲੇਟੇ ਬਸ ਛੱਤ ਵੱਲ ਵੇਖਦੇ ਰਹਿੰਦੇ ਨੇ। ਮਾਂ ਜੀ ਵੀ ਚੁੱਪ ਹੋ ਗਏ ਤੇ ਨਿੱਕੀ ਦਾ ਬਿਲਕੁਲ ਮਸੋਸੀ ਗਈ ਹੈ। ਤਾਂ ਇਹ ਸਭ ਮੇਰਾ ਕਸੂਰ ਹੈ? ਤੂੰ ਮੈਨੂੰ ਇਹ ਸਭ ਗੱਲਾਂ ਕਿਉਂ ਸੁਣਾ ਰਹੀ ਹੈ? ਹੋਰ ਕਿਹਨੂੰ ਸੁਣਾਵਾਂ? ਮੇਰੀ ਮੰਨੋ, ਤੁਸੀਂ ਆਖ ਵੇਖ ਕੇ ਬੌਬੀ ਨੂੰ ਕਰ ਲਿਆ। ਤੁਹਾਡੇ ਕਰਕੇ ਤਾਂ ਕਰ ਗਿਆ। ਉਹ ਨਹੀਂ ਮੰਨਣ ਲੱਗਾ, ਆਪਣੀਆਂ ਸ਼ਰਤਾਂ ਰੱਖੇਗਾ, ਔਰ ਮੈਂ ਕਿਸੇ ਦੀਆਂ ਸ਼ਰਤਾਂ ਨਹੀਂ ਮੰਨ ਸਕਦਾ। ਸੁਰਜੀਤ, ਹੌਸਲਾ ਕਰ, ਮੈਂ ਕੁਝ ਨਾ ਕੁਝ ਸੋਚਦਾ। ਮਾਂ ਜੀ ਤੁਸੀਂ ਵੀ ਪ੍ਰਸ਼ਾਦ ਕਰਾ ਦਿਓ, ਕੁਝ ਸੁਖਣਾ ਸੁਖ ਲੋ ਕਿ ਤੁਹਾਡਾ ਪੁੱਤਰ ਮੰਤਰੀ ਮੰਡਲ 'ਚ ਸ਼ਾਮਲ ਹੋ ਜਾਵੇ। ਨਹੀਂ, ਮੈਂ ਕੋਈ ਪ੍ਰਸ਼ਾਦ ਨਹੀਂ ਕਰਾਉਣਾ, ਕੋਈ ਅਰਦਾਸ ਨਹੀਂ ਕਰਨੀ। ਮੈਂ ਤੇ ਪ੍ਰਸ਼ਾਦ ਸੁਖਾਂਗੀ, ਅਰਦਾਸ ਵੀ ਕਰਾਵਾਂਗੀ ਕਿ ਮੇਰਾ ਪੁੱਤਰ ਬੌਬੀ ਘਰ ਵਾਪਸ ਆ ਜਾਏ। ਉਸ ਲਈ ਨਿੱਕੀ ਨੇ ਵੀ ਮੇਰੇ ਨਾਲ ਵਾਅਦਾ ਕੀਤਾ, ਰੋਜ਼ ਮੇਰੇ ਨਾਲ ਗੁਰਦੁਆਰੇ ਜਾਇਆ ਕਰੇਗੀ। ਦੇਖ ਲਓ, ਮਾਂ ਜੀ ਵੀ ਤੁਹਾਡੇ ਖਿਲਾਫ ਹੋ ਗਏ ਨੇ। ਜਿਹਨੇ ਮੇਰੇ ਖਿਲਾਫ ਹੋਣਾ ਹੋ ਜਾਵੇ।
मैं ਹੁਣ कामयाबी के शिखर पे पहुंच के अपना गांव नहीं बदल सकता। खिलाफ हो गए ने। मम्मी मम्मी बॉबी की चिट्ठी आई है। दादी दादाजी बॉबी की चिट्ठी आई है। हाय बॉबी की चिट्ठी आई है। शुक्र है शुक्र है। सुना दे पढ़। प्यारे दादाजी ਮੈਨੂੰ ਇੱਥੇ ਆਇਆ 20 ਦਿਨ ਹੋ ਗਏ ਨੇ। गलत ਉਹਨੂੰ ਇੱਥੋਂ ਗਿਆ 21 ਦਿਨ ਹੋ ਗਏ ਨੇ। ਮੈਂ ਤੇ ਉਂਗਲਾਂ ਤੇ ਗਿਣੇ ਨੇ। ਉਹਨੂੰ ਚਿੱਠੀ ਤਾਂ ਪੜ੍ਹ ਲੈਂਦੇ, ਤੂੰ ਪਹਿਲਾਂ ਹੀ ਆਪਣੀ ਰਨਿੰਗ ਕਮੈਂਟਰੀ ਸ਼ੁਰੂ ਕਰਤੀ। ਪੜ੍ਹ ਪੁੱਤਰ। ਇੱਥੇ ਮੌਸਮ ਕਾਫੀ ਠੰਡਾ ਹੈ ਤੇ ਘਰ ਨਾਲੋਂ ਵਾਤਾਵਰਣ ਵੀ ਬਿਲਕੁਲ ਵੱਖਰਾ ਹੈ। ਪਹਿਲੇ ਦਿਨ ਇੱਕ ਬੌਸ ਕਿਸਮ ਦੇ ਮੁੰਡੇ ਨੇ ਮੇਰੇ ਤੇ ਰੋਕ ਪਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਹੋਸਟਲ ਦਾ ਡੈਡੀ ਹਾਂ ਤੇ ਤੈਨੂੰ ਮੇਰੀ ਹਰ ਗੱਲ ਮੰਨਣੀ ਪਵੇਗੀ। ਮੈਂ ਕਿਹਾ ਜੇ ਤੂੰ ਡੈਡੀ ਹੈ ਤੇ ਮੈਂ ਗ੍ਰੈਂਡ ਡੈਡੀ ਹਾਂ, ਮੈਂ ਕਦੇ ਕਿਸੇ ਦਾ ਰੋਗ ਨਹੀਂ ਚੱਲਿਆ। ਮੇਰੀ ਗੱਲ ਸੁਣ ਕੇ ਉਹ ਸਮਝ ਗਿਆ ਕਿ ਮੈਂ ਕਿਸ ਮਿੱਟੀ ਦਾ ਬਣਿਆ। ਫਿਰ ਉਹਨੇ ਰੋਕ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਹੋਰ ਵੀ ਉਹਦਾ ਰੋਪ ਚੱਲਣ ਤੋਂ ਇਨਕਾਰੀ ਹੋ ਗਏ ਨੇ ਤੇ ਕੁਝ ਨੇ ਤਾਂ ਮੇਰੇ ਨਾਲ ਆ ਕੇ ਦੋਸਤੀ ਵੀ ਪਾ ਲਈ ਹੈ। ਅਸੀਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਬਣਾ ਲਿਆ ਤੇ ਭਗਤ ਸਿੰਘ ਦੀਆਂ ਲਿਖਤਾਂ ਵਿੱਚੋਂ ਇੱਕ ਟੂਕ ਕਿ ਜਿੰਨਾ ਚਿਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਜਾਰੀ ਰਹੀ, ਸਾਡਾ ਸੰਘਰਸ਼ ਜਾਰੀ ਰਹੇਗਾ। ਤੇ ਦਾਦਾ ਜੀ ਦੇ ਕਮਰੇ ਵਾਲੀ ਟੂਕ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਦੋਵੇਂ ਆਪਣੇ ਕਮਰੇ ਵਿੱਚ ਲਗਾ ਲਈਆਂ ਹਨ। ਮੈਨੂੰ ਦਾਦਾ ਜੀ ਤੇ ਦਾਦੀ ਜੀ ਦੀ ਬੜੀ ਯਾਦ ਆਉਂਦੀ ਹੈ ਤੇ ਦਾਦਾ ਜੀ ਦੀ ਉਹ ਗੱਲ ਦੀ ਵੀ ਕਿ ਧਰਮ ਇੱਕ ਜੀਵਨ ਜਾਂਚ ਹੈ, ਉਹਦੇ ਵਿੱਚ ਨਾ ਕੱਟੜਤਾ ਹੁੰਦੀ ਹੈ ਤੇ ਨਾ ਜਨੂਨ। ਹੌਲੀ ਹੌਲੀ ਮੇਰਾ ਕਮਰਾ ਇੱਕੋ ਜਿਹੀ ਸੋਚ ਵਾਲੇ ਨੌਜਵਾਨਾਂ ਦਾ ਹੈੱਡਕੁਆਰਟਰ ਬਣ ਚੁੱਕਾ ਸੀ। ਮੇਰਾ ਦੋਸਤ ਦੀਪਕ, ਜੋ ਕਾਲ ਮਾਰਕ ਦਾ ਕਾਇਲ ਹੈ, ਨੇ ਇੱਕ ਕੋਟੇਸ਼ਨ ਦੁਨੀਆ ਭਰ ਦੇ ਮਿਹਨਤ ਕਸ਼ੋਂ ਇੱਕ ਹੋ ਜਾਓ, ਤੁਹਾਡੇ ਕੋਲ ਗਵਾਉਣ ਲਈ ਜ਼ੰਜੀਰਾਂ ਦੇ ਸਿਵਾ ਕੁਝ ਨਹੀਂ, ਪਰ ਜਿੱਤਣ ਲਈ ਇੱਕ ਜਹਾਨ ਹੈ, ਮੇਰੇ ਕਮਰੇ 'ਚ ਲਗਾਈ ਹੈ। ਨਿੱਕੀ, ਜਦੋਂ ਵੀ ਘਰ ਆਇਆ ਤੈਨੂੰ ਕਾਲ ਮਾਰਕਸ ਬਾਰੇ ਜ਼ਰੂਰ ਦੱਸਾਂਗਾ ਤੇ ਦਾਦਾ ਜੀ ਨਾਲ ਵੀ ਵਿਚਾਰ ਵਟਾਂਦਰਾ ਕਰਾਂਗਾ। ਮੇਰੇ ਨਾਲ ਉਹਨੇ ਕੀ ਵਿਚਾਰ ਕਰਨਾ, ਉਹ ਮੈਨੂੰ ਤਾਂ ਸਭ ਕੁਝ ਪਹਿਲਾਂ ਹੀ ਪਤਾ ਹੈ। ਮੈਨੂੰ ਮੰਮੀ ਦੀ ਵੀ ਬਹੁਤ ਯਾਦ ਆਉਂਦੀ ਹੈ। ਮੰਮੀ ਸੇਵਾ ਦਾ ਪੁੰਜ ਨੇ, ਬਿਲਕੁਲ ਭਾਰਤ ਦੀ ਜਨਤਾ ਵਾਂ ਜੋ ਸਭ ਕੁਝ ਸਹੀ ਜਾਂਦੀ ਹੈ ਪਰ ਸ਼ਿਕਾਇਤ ਨਹੀਂ ਕਰਦੀ। ਨਿੱਕੀਏ, ਤੂੰ ਮੰਮੀ ਦੇ ਬਹੁਤ ਨੇੜੇ ਰਹੀ, ਮੇਰੀ ਕਮੀ ਮਹਿਸੂਸ ਨਾ ਹੋਣ ਦੇਵੀਂ। ਪਾਪਾ ਬਾਰੇ ਕੁਝ ਨਹੀਂ ਲਿਖਿਆ? ਲਿਖਿਆ ਪਾਪਾ ਨੂੰ ਮੇਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਹਿਣੀ। ਮੈਨੂੰ ਉਹਨਾਂ ਨਾਲ ਕੋਈ ਸ਼ਿਕਾਇਤ ਨਹੀਂ, ਉਹ ਇਸ ਸਿਸਟਮ ਦਾ ਹਿੱਸਾ ਹਨ। ਜਦੋਂ ਵੀ ਮੌਕਾ ਮਿਲਿਆ ਸਭ ਨੂੰ ਮਿਲਣ ਜ਼ਰੂਰ ਆਵਾਂਗਾ। ਤੁਹਾਡਾ ਆਪਣਾ ਬੌਬੀ। ਕਿੱਡੀ ਸੋਹਣੀ ਚਿੱਠੀ ਲਿਖੀ। ਮੇਰਾ ਵੀਰ ਇੰਜ ਲੱਗਦਾ ਸੀ ਜਿਵੇਂ ਸਾਹਮਣੇ ਖਲੋਤਾ ਗੱਲਾਂ ਪਿਆ ਕਰਦਾ। ਜਿਉਂਦਾ ਹੈ। ਬੌਬੀ ਦੀ ਚਿੱਠੀ ਆਈ ਹੈ? ਕੀ ਲਿਖਿਆ ਮੇਰੇ ਖਿਲਾਫ? ਨਹੀਂ ਨਹੀਂ, ਤੁਹਾਨੂੰ ਤੇ ਆਪਣਾ ਸਤਿਕਾਰ ਭੇਜਿਆ। ਸਤਿਕਾਰ? ਹਾਂ ਵੀ ਪ੍ਰਧਾਨਾ, ਕੀ ਬਣਿਆ ਤੇਰੇ ਨਤੀਜੇ ਦਾ? ਹੋ ਗਿਆ ਮੰਤਰੀ ਮੰਡਲ 'ਚ ਸ਼ਾਮਲ? ਹੋ ਗਿਆ ਬਾਬੂ ਜੀ। ਤੇ ਫਿਰ ਤੇਰੇ ਮੂੰਹ ਤੇ 12 ਕਿਉਂ ਵੱਜੇ? ਆ ਤੇਰੇ ਹੱਥ 'ਚ ਕੀ ਹੈ? ਚਿੱਠੀ ਹੈ। ਚਿੱਠੀ ਕਿਹਦੀ? ਬੌਬੀ ਦੇ ਪ੍ਰਿੰਸੀਪਲ ਬੌਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਬੂ ਜੀ। ਉਹਦੇ ਖਿਲਾਫ ਸੰਗੀਨ ਜੁਰਮਾਂ ਦੀ ਦਫਾ ਲਗਾਈ ਹੈ। ਪੁਲਿਸ ਵਾਲੇ ਕਿੱਥੇ ਲੈ ਗਏ ਨੇ ਕੋਈ ਨਹੀਂ ਜਾਣਦਾ। ਉਹਦੇ ਸਾਥੀਆਂ ਨੂੰ ਡਰ ਹੈ ਬਾਬੂ ਜੀ ਕਿ ਬੌਬੀ ਨੂੰ। ਤੁਸੀਂ ਇਹ ਚਿੱਠੀ ਲੈ ਕੇ ਘਰ ਆ ਗਏ ਹੋ? ਜਦ ਤੱਕ ਚਿੱਠੀ ਮਿਲੀ ਪਾਣਾ ਵਰਤ ਚੁੱਕਾ ਸੀ ਬਾਬੂ ਜੀ, ਪਾਣਾ ਵਰਤ ਚੁੱਕਾ ਸੀ। ਬਾਬੂ ਜੀ ਮੈਂ ਨਿਵਾਲਾ ਬਣ ਕੇ ਜੀਣ ਦੀ ਜਾਂਚ ਭੁੱਲ ਗਿਆ ਸੀ ਬਾਬੂ ਜੀ। ਇਹ ਸਭ ਮੇਰੀਆਂ ਭੁੱਲਾਂ ਦਾ ਨਤੀਜਾ ਹੈ ਬਾਬੂ ਜੀ। ਮੈਨੂੰ ਮਾਫ ਕਰ ਦਿਓ ਬਾਬੂ ਜੀ। ਮੈਂ ਆਪਣੇ ਪੁੱਤਰ ਦੀ ਰੱਖਿਆ ਨਹੀਂ ਕਰ ਸਕਿਆ ਬਾਬੂ ਜੀ। जो बीज रहे पैना कटना ओहो सब जानदा है। हो रब बन के बह गए हैं बंदिया
ਰੱਬ ਦੀਆਂ ਰੱਬ ਜਾਣਦਾ ਏ ਹੋ ਰੱਬ ਬਣ ਕੇ ਬਹਿ ਗਏ ਐ ਬੰਦਿਆ ਰੱਬ ਦੀਆਂ ਰੱਬ ਜਾਣਦਾ ਏ। ਹਾਂਜੀ, ਪੇਸ਼ੇ ਨਜ਼ਰ ਦੇ ਵਿੱਚ ਤੁਸੀਂ ਵੇਖਿਆ ਗੁਰਸ਼ਰਨ ਭਾਜੀ ਔਰ ਭਾਈ ਮੰਨਾ ਸਿੰਘ ਹੁਣਾਂ ਦਾ ਨਾਟਕ ਸੁਖੀ ਬਸੈ ਮਸਕੀਨੀਆਂ, ਜਿਹਦੀ ਪੇਸ਼ਕਾਰੀ ਮੈਡਮ ਰਮਨ ਢਿੱਲੋਂ ਹੁਣਾਂ ਦੇ ਨਾਲ ਉਹਨਾਂ ਦੇ ਜਿਹੜੇ ਹੋਰ ਕਲਾਕਾਰ ਸਨ ਉਹਨਾਂ ਦੇ ਬਾਰੇ ਉਹ ਮੈਡਮ ਹੁਣੀ ਗੱਲਬਾਤ ਅਸੀਂ ਜਦੋਂ ਕਰਾਂਗੇ ਚਰਚਾ ਦੇ ਵਿੱਚ ਗੱਲਬਾਤ ਕਰਦੇ ਹਾਂ। ਔਰ ਇਹ ਕਿਉਂਕਿ ਇੱਕ ਘਰ ਦਾ ਇੱਕ ਸੈੱਟ ਹੈਗਾ ਔਰ ਲੋਕਡਾਊਨ ਦੇ ਦੌਰਾਨ ਘਰ ਦੇ ਵਿੱਚ ਹੀ ਇਹ ਸਾਰੀ ਸਕ੍ਰਿਪਟ ਜਿਹੜੀ ਆ ਉਹਨੂੰ ਇੱਕ ਨਾਟਕੀ ਰੂਪ ਜਿਹੜਾ ਉਹ ਦਿੱਤਾ ਗਿਆ। ਮੈਡਮ ਰਮਨ ਢਿੱਲੋਂ ਜੀ ਸਾਡੇ ਨਾਲ ਮੌਜੂਦ ਨੇ। ਅਸੀਂ ਇਸ ਨਾਟਕ ਬਾਰੇ ਉਹਨਾਂ ਦੇ ਜੀਵਨ ਤੇ ਸਫ਼ਰ ਬਾਰੇ ਚਰਚਾ ਜਿਹੜੀ ਆ ਉਹ ਇਸੇ ਤਰ੍ਹਾਂ ਕਰਦੇ ਰਵਾਂਗੇ। ਹਾਂਜੀ ਮੈਡਮ ਜੀ, ਚਰਚਾ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮੈਂ ਕੁਝ ਨਾਮ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਦਰਸ਼ਕ ਸਰੋਤੇ ਲਗਾਤਾਰ ਉਹਨਾਂ ਦੇ ਨਾਮ ਜਿਹੜੇ ਨੇ ਮੈਂ ਪੜ੍ਹਨਾ ਚਾਹਾਂਗਾ, ਕਿਉਂਕਿ ਨਾਟਕ ਦੇਖਿਆ ਸਾਰਿਆਂ ਨੇ ਔਰ ਬੜੀ ਕਲਾ ਦੀ ਤੁਹਾਡੀ ਪੇਸ਼ਕਾਰੀ ਦੀ ਤਾਰੀਫ ਜਿਹੜੀ ਹੈ ਉਹ ਕੀਤੀ ਹੈ। ਅਨੀਤਾ ਸ਼ਬਦੀਸ਼ ਉਹਨਾਂ ਨੇ ਗ੍ਰੇਟ ਐਕਟਰੈਸ ਤੁਹਾਨੂੰ ਕਿਹਾ ਔਰ ਕਿਉਂਕਿ ਹੋ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਇੰਨਾ ਲੰਬਾ ਸਫ਼ਰ 31 ਸਾਲ ਥੋੜੇ ਨਹੀਂ ਹੁੰਦੇ ਔਰ ਅੱਧੀ ਉਮਰ ਜਿਹੜੀ ਅੱਜ ਦੇ ਸਮੇਂ ਵਿੱਚ ਕਹਿੰਦੇ ਕਿ ਨਿਕਲ ਜਾਂਦੀ ਹੈ। ਔਰ ਇਸ ਸਮੇਂ ਦੇ ਦੌਰਾਨ ਤੁਸੀਂ ਆਪਣੀਆਂ ਵੱਖ-ਵੱਖ ਪੇਸ਼ਕਾਰੀਆਂ ਜਿਹੜੀਆਂ ਨੇ ਮੰਚ ਦੇ ਉੱਪਰ ਦਿੰਦੇ ਰਹੇ ਔਰ 31 ਸਾਲਾਂ ਦਾ ਜੋ ਅਨੁਭਵ ਸੀਗਾ ਉਹ ਇਸ ਪੇਸ਼ਕਾਰੀ ਦੇ ਵਿੱਚੋਂ ਜਿਹੜਾ ਉਹ ਝਲਕ ਰਿਹਾ ਸੀਗਾ। ਔਰ ਡਾਕਟਰ ਕੁਲਬੀਰ ਧਾਲੀਵਾਲ, ਵਿਰਕ ਕੁਆਲਿਟੀ ਇਜ਼ ਰੀਅਲੀ ਗੁੱਡ ਐਂਡ ਇੰਜੋਇੰਗ ਦਾ ਸਟੋਰੀ ਟੂ। ਲਿਖਿਆ ਜੀ ਪਰਮਿੰਦਰ ਸਿੰਘ ਜੀ, ਡਾਇਲੋਗ ਡਿਲੀਵਰੀ ਆਫ ਡਾਲ ਇਜ਼ ਐਕਸੀਲੈਂਟ। ਤੁਹਾਡੀ ਜਿਹੜੀ ਡਾਇਲੋਗ ਡਿਲੀਵਰੀ ਆ ਉਹਨੂੰ ਐਕਸੀਲੈਂਟ ਕਿਹਾ। ਕੁਮਾਰ ਪਵਨਦੀਪ ਹੋਣੀ, ਵਾਹ ਸੈਲੂਟ ਟੂ ਯੂਰ ਐਫਰਟਸ। ਵੀ ਮੰਚ ਨੂੰ ਉਹਨਾਂ ਨੇ ਸਲਾਇਆ ਔਰ ਅਜਿਹੀਆਂ ਪਰਸਨੈਲਿਟੀਜ਼ ਨੂੰ ਪੇਸ਼ ਕਰਨ ਵਾਸਤੇ ਉਹਨਾਂ ਨੇ ਸੈਲੂਟ ਕੀਤਾ। ਦਵਿੰਦਰ ਕੁਮਾਰ ਜੀ ਨੇ ਸਾਡੇ ਨਾਲ ਜੁੜੇ ਹੋਏ, ਗੁਰਭੇਜ ਸਿੰਘ ਸਿੱਧੂ ਜੁੜੇ ਹੋਏ ਨੇ, ਪਿੰਕੀ ਸੱਗੂ, ਆਲ ਕਰੈਕਟਰਸ ਆਰ ਨੈਚੁਰਲ, ਐਕਸੀਲੈਂਟ ਜੌਬ ਉਹਨਾਂ ਨੇ ਤੁਹਾਡੀ ਇਸ ਪੇਸ਼ਕਾਰੀ ਨੂੰ ਕਿਹਾ। ਔਰ ਹਾਂਜੀ, ਸਾਡੇ ਨਾਲ ਰੁਪੇਸ਼ ਕੁਮਾਰ ਜੀ ਜੁੜੇ ਹੋਏ ਨੇ, ਸਵੀਟੀ ਸ਼ਰਮਾ ਜੁੜੇ ਹੋਏ ਨੇ, ਸੇਰਾ ਗੁਰਦੀਪ ਸਿੰਘ ਜੁੜੇ ਹੋਏ ਨੇ, ਗੁਰਵਿੰਦਰ ਜੀ ਤੇ ਵੀ ਮੰਚ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ, ਬਹੁਤ-ਬਹੁਤ ਮੁਬਾਰਕਬਾਦ ਉਹਨਾਂ ਨੇ ਦਿੱਤੀ ਹੈ। ਹਰਵਿੰਦਰ ਕੌਰ ਬਬਲੀ ਜੁੜੇ ਹੋਏ ਨੇ ਲਗਾਤਾਰ ਸਾਡੇ ਨਾਲ, ਉਹੀ ਪਿਛਲੇ 21 ਜੂਨ ਤੋਂ ਜੋ ਰੰਗਮੰਚ ਨੂੰ, ਥੀਏਟਰ ਨੂੰ, ਨਾਟਕ ਨੂੰ ਪਿਆਰ ਕਰਨ ਵਾਲੇ ਨੇ ਔਰ ਨਵੇਂ ਦਰਸ਼ਕ ਵੀ ਜੁੜ ਰਹੇ ਨੇ। ਇਹ ਨਹੀਂ ਕਿ ਸਿਰਫ ਉਹ ਵੀ ਜੁੜੇ ਨੇ, ਨਵੇਂ ਦਰਸ਼ਕ ਵੀ ਸਾਡੇ ਨਾਲ ਜੁੜ ਰਹੇ ਨੇ ਔਰ ਇਹ ਦਾਇਰਾ ਜਿਹੜਾ ਆ ਬੜਾ ਵਿਸ਼ਾਲ ਹੋ ਰਿਹਾ, ਇਸ ਕਰਕੇ ਵੱਡਾ ਹੋ ਰਿਹਾ ਜੀ। ਔਰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿਉਂਕਿ ਇਹ ਵਰਚੁਅਲ ਪਲੇਟਫਾਰਮ ਇੱਕ ਨਵੇਕਲਾ ਉਪਰਾਲਾ ਹੈ ਬੋਹੇਮੀਅਨਸ ਦਾ, ਬਹੁਤ ਵੱਡਾ ਆਪਣੇ ਆਪ ਚ ਵੱਖਰਾ। ਹਾਂਜੀ, ਆਪਣੇ ਆਪ ਚ ਵੱਖਰਾ, ਕਿਉਂਕਿ ਮੈਂ ਗੱਲ ਕਰਦੇ ਆ ਪਹਿਲਾਂ ਜਦੋਂ ਗਲੋਬਲਾਈਜੇਸ਼ਨ ਦੀ ਕਦੀ ਗੱਲ ਹੁੰਦੀ ਸੀ ਨਾ ਤੇ ਉਦੋਂ ਕਹਿੰਦੇ ਹੁੰਦੇ ਸੀ ਕਿ ਦੁਨੀਆ ਇੰਨੀ ਛੋਟੀ ਹੋ ਗਈ ਕਿ ਪਿੰਡ ਬਣ ਗਿਆ ਤੇ ਫਿਰ ਕਹਿੰਦੇ ਕਿ ਹੋਰ ਛੋਟੀ ਹੋ ਗਈ। ਤੇ ਔਰ ਇਹ ਵੀ ਮੰਚ ਤੇ ਜੋ ਜਿਵੇਂ ਅਸੀਂ ਕੁਝ ਪਿਛਲੇ ਦਿਨਾਂ ਦੇ ਵਿੱਚ ਐਂਕਰ ਅਮਰੀਕਾ ਤੋਂ ਹੈ, ਪੇਸ਼ਕਾਰੀ ਕਰਨ ਵਾਲੇ ਸਾਡੇ ਕਲਾਕਾਰ ਕੈਨੇਡਾ ਤੋਂ ਨੇ ਪੇਸ਼ੀ ਨਜ਼ਰ ਦੇ ਵਿੱਚ, ਔਰ ਜੋ ਸੁਨਹਿਰੀ ਬੋਲ ਨੇ ਉਹ ਇੰਡੀਆ ਤੋਂ ਨੇ। ਇਸ ਤਰ੍ਹਾਂ ਵੱਖ-ਵੱਖ 3-4 ਦੇਸ਼ਾਂ ਤੋਂ ਇਕੱਠੇ ਹੋ ਕੇ ਇਹਨਾਂ ਕਲਾਕਾਰਾਂ ਨੇ, ਨਾਟਕ ਨੂੰ ਸਮਰਪਿਤ ਲੋਕਾਂ ਨੇ ਇਕੱਠੇ ਹੋ ਕੇ ਜਦੋਂ ਇਸ ਵੀ ਮੰਚ ਤੇ ਪੇਸ਼ਕਾਰੀ ਦਿੱਤੀ ਤੇ ਉਹ ਮੈਨੂੰ ਲੱਗਦਾ ਕਿ ਦੁਨੀਆ ਹੁਣ ਗਲੋਬਲ ਪਿੰਡ ਨਹੀਂ ਸਗੋਂ ਇੱਕ ਕੈਬਨ ਦੇ ਵਿੱਚ ਤੱਕ ਜਿਹੜੀ ਉਹ ਦੁਨੀਆ ਜਿਹੜੀ ਆ ਉਹ ਪਹੁੰਚ ਕੇ ਲੱਗਦੀ ਹੈ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਵੀ ਮੰਚ ਦਾ। ਔਰ ਹਰਮੀਤ ਸਿੰਘ ਨੇ ਸਾਡੇ ਨਾਲ, ਨਵਜੋਤ ਨੇ ਸਾਡੇ ਨਾਲ, ਇਹਦਾ ਸੁਨੀਲ ਬੈਕਟਰ ਨੇ ਸਾਡੇ ਨਾਲ, ਸ਼ਬਦੀਸ਼ ਕੁਮਾਰ ਜੀ ਸਾਡੇ ਨਾਲ ਜੁੜੇ ਹੋਏ ਨੇ ਔਰ ਬਹੁਤ ਸਾਰੇ ਸਾਡੇ ਜੋ ਨਾਟਕ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਜੁੜੇ ਨੇ। ਜਿਵੇਂ ਮੈਂ ਪੰਜਾਬੀ ਚ ਕਹਿ ਸਕਦਾ ਕਿ ਜਿਹੜੇ ਨਾਟਕ ਦੇ ਸ਼ੁਦਾਈ ਨੇ ਲੋਕ, ਕਿਉਂਕਿ ਜਿੰਨੀ ਦੇਰ ਤੱਕ ਇਸ ਖੇਤਰ ਦੇ ਵਿੱਚ, ਕਿਸੇ ਵੀ ਕਲਾ ਦੇ ਖੇਤਰ ਦੇ ਵਿੱਚ ਤੁਸੀਂ ਸ਼ੁਦਾਈ ਨਹੀਂ ਹੁੰਦੇ ਨਾ, ਉਨੀ ਦੇਰ ਤੱਕ ਉਹ ਨਾ ਕਲਾ ਨੂੰ ਪ੍ਰਮਾਣ ਕਰਦੇ ਹੋ ਤੇ ਨਾ ਬਣਦੀ ਨਹੀਂ ਗੱਲ। ਸ਼ੁਦਾਈ ਹੋਣਾ ਬੜਾ ਜ਼ਰੂਰੀ ਹੈ, ਬਿਲਕੁਲ। ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ, ਹੈ ਨਾ। ਤੇ ਇਹ ਗੱਲ ਜਿਹੜੀ ਆ ਇਹ ਬਿਲਕੁਲ ਸੱਚੀ ਹੈ ਕਿ ਲੋਕਾਂ ਨੂੰ ਸ਼ੁਦਾਈ ਹੋਣਾ ਪੈਂਦਾ ਹੈ ਕਿਸੇ ਮੁਕਾਮ ਨੂੰ ਹਾਸਲ ਕਰਨ ਦੇ ਵਾਸਤੇ। ਔਰ ਸਾਡੇ ਕਲਾਕਾਰਾਂ ਨੇ, ਗੁਰਸ਼ਰਨ ਭਾਜੀ ਉਹਨਾਂ ਦਾ ਅੱਜ ਜ਼ਿਕਰ ਬਹੁਤ ਵਾਰ ਹੋਇਆ ਔਰ ਲਗਾਤਾਰ ਉਹਨਾਂ ਦੀ, ਕਿਉਂਕਿ ਉਹਨਾਂ ਦਾ ਨਾਟਕ ਵੀ ਪੇਸ਼ ਹੋਇਆ, ਉਹਨਾਂ ਦੇ ਬਾਰੇ ਗੱਲਬਾਤ ਵੀ ਅਸੀਂ ਜਿਹੜੀ ਹੈ ਉਹ ਕੀਤੀ ਹੈ। ਹਾਂਜੀ, ਮੈਂ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਖੁਦ ਹੀ ਗੱਲਾਂ ਜ਼ਿਆਦਾ ਕਰੀ ਜਾ ਰਿਹਾ ਕਿਉਂਕਿ ਸਾਡੇ ਨਹੀਂ ਵਧੀਆ ਗੱਲਾਂ ਕਰ ਰਹੇ ਹੋ।
ਔਰ ਮੈਡਮ ਰਮਨ ਢਿੱਲੋਂ ਹੋਣੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹਾਂਜੀ, ਇਸ ਨਾਟਕ ਦੇ ਵਿੱਚ ਜਿਹੜੇ ਕਰੈਕਟਰ ਨੇ, ਉਹਨਾਂ ਕਰੈਕਟਰਸ ਦੇ ਬਾਰੇ, ਉਹਨਾਂ ਅਦਾਕਾਰਾਂ ਬਾਰੇ ਵੀ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਕੁਝ ਦੱਸੋ। ਕੌਣ ਨੇ, ਕਿਵੇਂ ਲਾਕਡਾਊਨ ਦੇ ਵਿੱਚ ਤੁਸੀਂ ਇਹਨਾਂ ਨੂੰ ਇਕੱਠੇ ਕੀਤਾ, ਥੋੜਾ ਜਿਹਾ ਇਹਦੇ ਬਾਰੇ ਗੱਲਬਾਤ ਕਰੀਏ। ਹਾਂਜੀ ਸਰ, ਮੈਂ ਦੱਸਣਾ ਚਾਹਾਂਗੀ, ਕਰੈਕਟਰਸ ਬਾਰੇ ਵੀ ਦੱਸਦੀ ਹਾਂ। ਪਹਿਲੇ ਕਿ ਉਹੀ ਗੱਲ ਕਿ ਡਰਾਇੰਗ ਰੂਮ ਦੇ ਵਿੱਚ ਸ਼ੂਟ ਕੀਤਾ ਇੱਕ ਦਿਨ ਦੇ ਵਿੱਚ, ਇੱਕ ਦਿਨ ਵੀ ਨਹੀਂ, ਅੱਧਾ ਕੁ ਦਿਨ ਹੀ ਲੱਗਿਆ, ਕੁਝ ਘੰਟੇ। ਤਾਂ ਸਾਹਮਣੇ ਇੱਕ ਕੈਮਰਾ ਜਿਹੜੇ ਆਪਰੇਟ ਕਰ ਰਹੇ ਸੀ ਉਹ ਸੀਗੇ ਸੋਨੀ ਚੱਠਾ ਜੀ, ਤੇ ਮੇਕਅਪ ਕੀਤਾ ਜਿਹੜਾ ਥੋੜਾ ਬਹੁਤ ਵੀ ਜੋ ਬੁੱਢੇ ਬਣਾਉਣਾ ਜਾਂ ਜਿਵੇਂ ਵੀ ਜੋ ਕੁਛ ਦਾੜੀ ਵਗੈਰਾ ਜੋ ਕੁਛ ਲੱਗਿਆ, ਮੇਕਅਪ ਦਾ ਜਿੰਨਾ ਕੰਮ ਸੀ ਉਹ ਕੀਤਾ ਹਰਪ੍ਰੀਤ ਵਿਰਕ ਜੀ ਨੇ। ਮੈਂ ਇਹਨਾਂ ਦੀ ਵੀ ਬਹੁਤ ਥੈਂਕਫੁਲ ਹਾਂ। ਫਿਰ ਸਾਡੇ ਕਰੈਕਟਰਸ ਜਿਹੜੇ ਨੇ, ਦੇਖੋ ਜੀ ਅਸੀਂ ਕਿਤੋਂ ਨਹੀਂ ਆਰਟਿਸਟ ਇਕੱਠੇ ਕੀਤੇ, ਸਾਰੇ ਘਰ ਦੇ ਹੀ ਸੀ ਅਸੀਂ। ਮੈਂ ਜਿਵੇਂ ਬਜ਼ੁਰਗ ਲੇਡੀ ਦਾ ਰੋਲ ਕਰ ਰਹੀ ਸੀ, ਮਾਤਾ ਦਾ, ਤੇ ਮੇਰੇ ਹਸਬੈਂਡ ਜਿਹੜੇ ਬਾਬਾ ਜੀ ਬਣੇ ਸੀ ਉਹ ਮੇਰੇ ਹਸਬੈਂਡ ਜਸਬੀਰ ਢਿੱਲੋਂ, ਤੇ ਜਿਹੜਾ ਸਾਡਾ ਬੇਟਾ ਬਣਿਆ ਸੀ ਉਹ ਮੇਰਾ ਰੀਅਲ ਬ੍ਰਦਰ ਹੈ, ਮੋਹਾਲੀ 'ਚ ਹੀ ਰਹਿੰਦੇ ਨੇ, ਗੈਰੀ ਵੜੈਚ। ਤੇ ਉਹਨਾਂ ਦੀ ਜਿਹੜੀ ਮਿਸਿਸ ਬਣੀ ਸੀ ਉਹਨਾਂ ਦੀ ਮਿਸਿਸ ਹੀ ਹੈ ਸੁਮਨ ਵੜੈਚ। ਤੇ ਜਿਹੜਾ ਬੌਬੀ ਬਣਿਆ ਸੀ ਉਹ ਸਾਡਾ ਇਕਲੌਤਾ ਪੁੱਤਰ ਉਦੈਵੀਰ ਸਿੰਘ ਢਿੱਲੋਂ। ਤੇ ਸਿਰਫ ਇੱਕ ਲੜਕੀ ਸੀ ਜਿਹੜੀ 4 ਘਰ ਛੱਡ ਕੇ ਸੀ, ਮੰਨਤ ਗਰੇਵਾਲ, ਜਿਹੜੀ ਸਾਡੀ ਪੋਤਰੀ ਬਣੀ ਸੀ ਨਿੱਕੀ। ਸੋ ਸਾਰਾ ਕੁਛ ਘਰ 'ਚ ਹੀ ਸੀਗਾ, ਉੱਥੇ ਹੀ ਲਾ ਕੇ ਕੈਮਰਾ ਤੇ ਅਸੀਂ ਸ਼ੂਟ ਕਰ ਲਿਆ, ਤੇ ਬੜਾ ਇੰਜੋਏ ਵੀ ਬੜਾ ਕੀਤਾ ਕਿਉਂਕਿ ਬੜੇ ਚਿਰ ਬਾਅਦ ਪਲੇ ਕਰਨ ਦਾ ਮੌਕਾ ਲੱਗਿਆ, ਬਹੁਤ ਅੱਛਾ ਲੱਗਿਆ। ਸੋ ਤੁਹਾਡੇ ਸਾਹਮਣੇ ਹੈ ਕਿ ਪੇਸ਼ਕਾਰੀ ਜੇ ਤੁਹਾਨੂੰ ਚੰਗੀ ਲੱਗੀ ਤੇ ਸਾਡੀ ਮਿਹਨਤ ਸਫਲ ਹੋਈ। ਹਾਂ, ਨਹੀਂ ਬਿਲਕੁਲ, ਇਹ ਤਾਂ ਇਹ 'ਚ ਕੋਈ ਦੋ ਰਾਏ ਨਹੀਂ ਕਿ ਪੇਸ਼ਕਾਰੀ ਬਹੁਤ ਕਮਾਲ ਦੀ ਸੀ, ਡਾਇਲੋਗ ਡਿਲੀਵਰੀ ਬੜੀ ਕਮਾਲ ਦੀ ਸੀ, ਔਰ ਕੈਮਰੇ ਦੇ ਉੱਤੇ ਜਿਹੋ ਜਿਹੀ ਉਸ ਮੰਚ ਦੀ ਜ਼ਰੂਰਤ ਸੀ ਉਹ ਸਭ ਕੁਝ ਜਿਹੜਾ ਉਹ ਪੇਸ਼ ਹੋਇਆ। ਡਰਾਇੰਗ ਰੂਮ ਦਾ ਜਿਵੇਂ ਤੁਸੀਂ ਦੱਸਿਆ ਉਹ ਸੀਨ ਸੀਗਾ, ਇੱਕ ਦਿਨ ਦੇ ਵਿੱਚ ਕੀਤਾ, ਔਰ ਇੱਕ ਦਿਨ ਦੇ ਵਿੱਚ ਮੈਨੂੰ ਲੱਗਦਾ ਕਿ ਇਹੋ ਜਿਹੇ ਸੀਨ ਕਰਨੇ ਜਾਂ ਇਹੋ ਜਿਹੇ ਨਾਟਕ ਕਰਨੇ ਇੰਨੇ ਆਸਾਨ ਨਹੀਂ ਹੁੰਦੇ, ਪਰ ਕਿਉਂਕਿ ਤੁਹਾਡਾ ਔਰ ਤੁਹਾਡੇ ਪਰਿਵਾਰ ਦਾ ਜਿਹੜਾ ਬੜਾ ਲੰਬਾ ਅਨੁਭਵ ਹੈ ਇਸ ਖੇਤਰ ਦੇ ਵਿੱਚ, ਔਰ ਤੁਸੀਂ ਥੋੜੇ ਸਮੇਂ ਦੇ ਵਿੱਚ ਕਰ ਪਾਏ ਹੋ, ਔਰ ਵਧਾਈ ਦੇ ਪਾਤਰ ਹੋ ਜੀ ਤੁਸੀਂ ਬਹੁਤ ਬਹੁਤ। ਇਸ ਕਰਕੇ ਮੈਂ ਕੁਝ, ਕਿਉਂਕਿ ਤੁਸੀਂ ਨਾਟਕ ਜਿਹੜੇ ਕੁਝ ਚਰਚਿਤ ਨਾਟਕ ਜਿਹੜੇ ਨੇ ਤੁਹਾਡੇ ਰਹੇ ਨੇ, ਜਿਵੇਂ ਜ਼ਿਕਰ ਮੈਂ ਕਰਨਾ ਚਾਹਾਂਗਾ ਕਿ ਇੱਕ ਔਰ ਸ਼ਹਿਰ ਕੀ ਦਾਸਤਾਂ, ਇਹਦੇ ਬਾਰੇ ਇਰਸ਼ਾਦ ਕਾਮਿਲ ਹੋਣਾ ਦਾ ਸੀਗਾ ਜੀ ਇਹ ਕੀਤਾ ਹੋਇਆ, ਔਰ ਉਹਨਾਂ ਦੇ ਨਾਲ ਤੁਸੀਂ ਕੰਮ ਜਿਹੜਾ ਉਹ ਕੀਤਾ, ਉਹਨਾਂ ਦਾ ਲਿਖਿਆ ਹੋਇਆ ਸੀਗਾ। ਔਰ ਇਸ ਨਾਟਕ ਬਾਰੇ ਕੁਝ ਜਿਹੜੀ ਆ ਉਹ ਗੱਲਬਾਤ ਕਰਕੇ ਫਿਰ ਆਪਾਂ ਚਰਚਾ ਜਿਹੜੀ ਅੱਗੇ ਤੋਰੀਏ ਜੀ। ਜ਼ਰੂਰ। ਮੈਂ ਇਸ ਨਾਟਕ ਤੋਂ ਪਹਿਲਾਂ ਇੱਕ ਮੇਰੇ ਬੜੇ ਖਾਸ ਗਰੁੱਪ ਸਰਗੀ ਕਲਾ ਕੇਂਦਰ, ਜਿਨ੍ਹਾਂ ਨਾਲ ਮੈਂ ਬਹੁਤ ਸਾਰੇ ਪਲੇਸ ਕੀਤੇ, ਸੰਜੀਵਨ ਭਾਜੀ, ਰਣਜੀਵਨ, ਇਹਨਾਂ ਨਾਲ ਮੈਂ ਉਹਨਾਂ ਦਾ ਜ਼ਿਕਰ ਕਰਨਾ, ਮੈਂ ਉਹੀ ਕਰਕੇ ਹੁਣ ਗੱਲ ਕਰਦੀ। ਗੱਲਾਂ ਬਹੁਤੀਆਂ ਨੇ, ਮੈਨੂੰ ਲੱਗਦਾ ਮੇਰੇ ਕੋਲ ਗੱਲਾਂ ਬਹੁਤ ਜ਼ਿਆਦਾ ਨੇ, ਤੇ ਕਿਉਂਕਿ ਉਹੀ ਗੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਲੋਕਲ ਕੋਈ ਗਰੁੱਪ ਨਹੀਂ ਛੱਡਿਆ, ਪਰ 30 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ। ਤੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਇਰਸ਼ਾਦ ਕਾਮਿਲ, ਜਿਹੜੇ ਬੰਬੇ ਫਿਲਮ ਇੰਡਸਟਰੀ 'ਚ ਨੇ, ਹੁਣ ਤਾਂ ਆਪਣੇ ਗੀਤਕਾਰ ਨੇ। ਇਰਸ਼ਾਦ ਕਾਮਿਲ ਕਾਫੀ ਫੇਮਸ ਪਰਸਨੈਲਿਟੀ ਹੈ, ਪਰ ਉਦੋਂ ਇਹ ਚੰਡੀਗੜ੍ਹ ਜੌਬ ਕਰਦੇ ਸੀ ਜਨਸੱਤਾ ਅਖਬਾਰ ਦੇ ਵਿੱਚ। ਤੇ ਉਹ ਮੈਨੂੰ ਉਹਨਾਂ ਨਾਲ ਜਾਣ ਪਹਿਚਾਣ ਹੋਈ ਜਦੋਂ ਮੈਂ ਜਿਸ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ, ਉਹ ਪਲੇ ਮੈਂ ਕੀਤਾ। ਉਹਦੇ 'ਚ ਵੀ ਮੈਂ 2 ਤਰ੍ਹਾਂ ਦੇ ਕਰੈਕਟਰਸ ਕੀਤੇ। ਪਹਿਲੇ ਉਹੀ ਗੱਲ, ਉਹਨਾਂ ਦੀ ਇੱਕ ਆਰਟਿਸਟ ਕਿਤੇ ਨਹੀਂ ਕਰ ਸਕੀ ਤੇ ਦਿਨ 4 ਸੀ, ਤੇ ਇੱਕ ਮੈਨੂੰ ਸ਼ਾਰਟ ਜਿਹਾ ਕਰੈਕਟਰ ਕਰਨਾ ਪਿਆ, ਪਰ ਕਿਉਂਕਿ ਮੇਰੀ ਉਰਦੂ ਦਾ ਜਿਹੜਾ ਕੋਰਸ ਹੈ ਉੱਥੇ ਕੰਮ ਆਇਆ, ਕਿਉਂਕਿ ਉਹਦੇ 'ਚ ਉਰਦੂ ਦੇ ਡਾਇਲੌਗ ਸੀਗੇ ਔਰ ਮੈਂ ਬੜਾ ਅੱਛਾ ਉਹਨਾਂ ਨੂੰ ਪ੍ਰੋਨਾਊਂਸ ਕਰ ਸਕੀ, ਤਾਂ ਉਹ ਮੈਨੂੰ ਕਰੈਕਟਰ ਮਿਲ ਗਿਆ। ਉਸ ਤੋਂ ਬਾਅਦ ਮੈਂ ਉਹਦਾ ਮੇਨ ਕਰੈਕਟਰ ਕੀਤਾ ਜਿਹੜਾ ਬੁੱਢੀ ਮਾਈ ਦਾ, ਕਾਫੀ ਵੱਡਾ ਕਰੈਕਟਰ, ਬੜਾ ਮਜ਼ਾ ਆਇਆ ਸੀ ਉਹ ਕਰਕੇ। ਸੋ ਉੱਥੋਂ ਇਰਸ਼ਾਦ ਨਾਲ ਜਾਣ ਪਹਿਚਾਣ ਹੋਈ, ਤੇ ਫਿਰ ਇਰਸ਼ਾਦ ਕਾਮਿਲ ਜੀ ਨੇ ਇੱਕ ਪਲੇ ਲਿਖਿਆ ਜਿਹਦੇ 'ਚ 11 ਪਾਤਰ ਸੀ, ਲੇਕਿਨ ਅਸੀਂ 2 ਹੀ ਐਕਟਰ ਸੀ, ਮੈਂ ਔਰ ਇਰਸ਼ਾਦ। ਤੇ ਉਹਦਾ ਮਤਲਬ ਇੰਨਾ ਕਾਮਯਾਬ ਰਿਹਾ। ਉਹਦੇ ਵਿੱਚ ਮੈਂ 6 ਪਾਤਰ ਕੀਤੇ ਔਰ ਸਾਰੇ ਅਲੱਗ-ਅਲੱਗ ਲੈਂਗੁਏਜਸ ਦੇ। ਜਿਸ ਤਰ੍ਹਾਂ ਇੱਕ ਮੇਨ ਉਹਦਾ ਪਾਤਰ ਸੀਗਾ ਛੱਲੀ ਵਾਲੀ, ਉਹ ਸੀ ਬਿਹਾਰਨ ਬਈਅਣ, ਤੇ ਮੈਂ ਉਹ ਬੋਲੀ ਆਪਣੀ ਜ਼ੁਬਾਨ ਤੇ ਚੜਾਈ। ਫਿਰ ਉਹਦੇ 'ਚ ਨੌਕਰਾਣੀ ਸੀ ਜਿਹੜੀ ਪੰਜਾਬੀ ਬੋਲਦੀ ਸੀ। ਫਿਰ ਉਹਦੇ 'ਚ ਇਰਸ਼ਾਦ ਦੀ ਇੱਕ ਮੂੰਹ ਬੋਲੀ ਭੈਣ ਸੀ ਜਿਹੜੀ ਸ਼ੁੱਧ ਹਿੰਦੀ ਬੋਲਦੀ ਸੀ, ਸੰਸਕ੍ਰਿਤਿਕ ਹਿੰਦੀ ਨਹੀਂ ਹੁੰਦੀ, ਉਸ ਹੋ ਗਏ ਬੰਬੇ ਵੱਲ ਹੁਣ ਤੱਕ, ਸ਼ਾਇਦ ਉਹਨਾਂ ਨੂੰ ਇਹ ਗੱਲ ਯਾਦ ਵੀ ਹੋਣੀ ਕਿ ਨਹੀਂ ਹੋਣੀ। ਤੇ ਉਹ ਬਹੁਤ ਮੇਰੇ ਯਾਦਗਾਰੀ ਪਲ ਸੀ ਔਰ ਬਹੁਤ ਪ੍ਰੇਜ਼ ਹੋਈ ਸੀ ਉਸ ਪਲੇ ਦੀ, ਬਹੁਤ ਜ਼ਿਆਦਾ। ਫਿਰ ਉਸ ਤੋਂ ਬਾਅਦ ਇੱਕ ਪਲੇ ਮੈਂ ਕੀਤਾ ਇੱਕ ਦਿਨ 'ਚ ਤਿਆਰ ਕਰਕੇ। ਤੁਸੀਂ ਕਹੋਗੇ ਉਹ ਕਿੱਦਾਂ? ਉਹ ਵੀ ਮੇਰੇ ਨਾਲ ਨਾ 2 ਵਾਰੀ ਏਦਾਂ ਹੋ ਚੁੱਕਿਆ ਵੀ ਜਦੋਂ ਕੋਈ ਆਰਟਿਸਟ ਕਿਸੇ ਦੀ ਕਿਸੇ ਵਜ੍ਹਾ ਕਰਕੇ ਵੀ ਮਨਾ ਕਰ ਦਿੰਦੀ ਆ, ਤਾਂ ਫਿਰ ਉਹੀ ਕਹਿੰਦਾ ਵੀ ਚਲੋ 2 ਪਲੇ ਮੈਂ ਏਦਾਂ ਦੇ ਕੀਤੇ। ਇੱਕ ਸੀਗਾ ਹਰਿਆਣਵੀ ਪਲੇ ਬਿਨਾਂ ਛੱਤ ਕੇ ਘਰ,
ਅੱਛਾ ਸਿਰਫ ਜੀ। ਸੈਟਰਡੇ ਰਾਤੀ ਮੈਨੂੰ ਜ਼ੁਲਫਿਕਾਰ ਖਾਨ ਚੰਡੀਗੜ੍ਹ ਦਾ ਇੱਕ ਡਾਇਰੈਕਟਰ ਸੀ, ਉਹ ਸੈਟਰਡੇ ਰਾਤੀ ਮੇਰੇ ਕੋਲ ਆਇਆ ਸਕ੍ਰਿਪਟ ਲੈ ਕੇ, ਫੁੱਲ ਲੈਂਥ प्ले, और मैंने ਅੱਛਾ कहा ਜੀ। जी मंडे को शो है, और मेरे आ ਵਾਹ। सब जाम जुकाम गला खराब, मेरे तो मैं तो बोल ही नहीं सकती, मैं नहीं कर सकांगी। और हरियाणवी ਜਿਹੜਾ मैं प्ले देखा भी नहीं सी, ਹਾਂਜੀ ਹਾਂਜੀ, ਤੇ ਬਿਲकुल। मैं ਕਿਹਾ ਵੀ नहीं कर सकता, कहता वो करवा मैं लूंगा, तू कल पूरा दिन रिहर्सल दे दे। और ਅੱਛਾ मैं ਜੀ, ਰੱਬ ਵਾਹ। ਅੱਗੇ ਅਰਦਾਸਾਂ ਕੀਤੀਆਂ, ਮੈਂ ਕਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਇੱਜ਼ਤ ਰੱਖ ਲਈ, ਔਰ ਉਹਨੇ ਬੜੀ ਇੱਜ਼ਤ ਰੱਖੀ। ਮੈਂ ਐਸੇ ਰੱਟੇ ਮਾਰੇ ਇੱਕ ਦਿਨ ਚ, ਮੇਰੀ ਪਹਿਲੀ ਰੀਡਿੰਗ ਕਿੱਦਾਂ ਹੋਈ, ਸਕ੍ਰਿਪਟ ਹੱਥ ਚ ਫੜੀ ਤੇ ਉਹ ਕਹਿੰਦੇ ਜੀ ਹਾਂਜੀ। ਇੱਥੋਂ ਲੈ ਕੇ ਇੱਥੇ ਤੱਕ ਚੱਲਣਾ ਤੇ ਡਾਇਲੌਗ ਖਤਮ ਕਰਨਾ, ਇਸ ਤਰ੍ਹਾਂ ਹੀ ਉਹਦੀ ਬਲੌਕਿੰਗ ਹੋਈ ਤੇ ਇਦਾਂ ਹੀ ਰਿਹਰਸਲ ਹੋਈ, ਔਰ ਇੰਨਾ ਕਾਮਯਾਬ ਰਿਹਾ। ਜਦੋਂ ਲੋਕਾਂ ਨੂੰ ਦੱਸਿਆ ਗਿਆ ਕਿ ਇੱਕ ਦਿਨ ਦੀ ਰਿਹਰਸਲ ਚ ਕੀਤਾ, ਤੇ ਸਭ ਨੇ ਖੜੇ ਹੋ ਕੇ ਖੂਬ ਤਾਰੀਫ ਕੀਤੀ। ਤੁਹਾਨੂੰ ਪਤਾ ਫਿਰ ਤਾੜੀਆਂ, ਫਿਰ ਕੰਮ ਦੇਖੋ ਖਰਾਬ। ਕਲਾਕਾਰ ਦੀ ਤਾਂ ਜੀ ਖੁਰਾਕ ਹੁੰਦੀਆਂ ਨੇ ਨਾ ਤਾੜੀਆਂ, ਕਿ ਕਲਾਕਾਰ ਹਾਂ ਨੂੰ ਤਾੜੀਆਂ ਬਿਲਕੁਲ। ਮਿਲਦੀਆਂ ਰਹਿਣ, ਹੌਸਲਾ ਅਫਜ਼ਾਈ ਹੁੰਦੀ ਰਹੇ ਤੇ ਕਲਾਕਾਰ ਨੂੰ ਹਾਂਜੀ ਮੋਟੀਵੇਸ਼ਨ ਮਿਲਦੀ ਹੈ, એનર્ਜੀ ਮਿਲਦੀ ਹੈ, ਤੇ ਔਰ ਹਾਂਜੀ ਇਹ ਬਹੁਤ ਵਧੀਆ ਮੌਕਾ ਹੁੰਦਾ ਜੀ। ਹਾਂ, ਤੇ ਇੱਕ ਪਲੇ ਮੈਂ ਕੀਤਾ ਕੇਵਲ ਧਾਲੀਵਾਲ ਭਾਜੀ ਨਾਲ, ਤੇ ਉਹ ਵੀ ਏਦਾਂ ਹੀ ਹੋਇਆ। ਉਹ ਜੀ। ਵੀ ਆਰਟਿਸਟ, ਦਿੱਲੀ ਪੰਜਾਬੀ ਅਕੈਡਮੀ ਜਿਹੜਾ ਕੰਪੀਟੀਸ਼ਨ ਹੁੰਦਾ ਹਰ ਸਾਲ, ਪੂਰੇ ਹਾਂਜੀ ਪੰਜਾਬ ਚੋਂ 5 ਟੀਮਾਂ ਆਉਂਦੀਆਂ, ਤੇ ਉਹ ਕਹਿੰਦੇ ਵੀ ਪਲੇ ਕਰਨਾ, ਤੇ ਉਦੋਂ ਭਾਜੀ ਹੈਗੇ ਸੀ ਗੁਸ਼ਨ ਭਾਜੀ, ਤੇ ਉਹਨਾਂ ਨੂੰ ਜੀ ਕਹਿੰਦੇ ਵੀ ਆਹ ਗੜਬੜ ਹੋ ਗਈ, ਹੁਣ ਮੇਰਾ ਤਾਂ ਡੇਟ ਫਿਕਸ ਹੈ, ਤੇ ਮੈਂ ਤਰਕਾਲਾਂ ਪਲੇ ਕਰਨਾ, ਤੇ ਕਿੱਦਾਂ ਜੀ ਹੋਏਗਾ। ਭਾਜੀ ਜੀ। ਕਹਿੰਦੇ ਇੰਜ ਕਰ, ਰਮਨ ਨੂੰ ਲੈ ਜਾ। ਅੱਛਾ ਜੀ। ਮੈਂ ਕਿੱਦਾਂ ਕਰੂੰਗੀ, ਇੰਨੀ ਵੱਡੀ 80 ਪੇजेस ਦੀ ਸਕ੍ਰਿਪਟ, ਵੱਡੇ ਪੇजेस, ਵੀ ਅੱਛਾ ਕਿਸ ਜੀ। ਤਰ੍ਹਾਂ ਹੋਏਗਾ। ਕਹਿੰਦੇ ਵੀ ਉਹ ਭਾਜੀ ਨੇ ਕਿਹਾ, ਤੇ ਚਲੋ ਮੈਂ ਜੌਬ ਚ ਉਦੋਂ ਪੰਜਾਬੀ ਮਿਸਟਰਸ ਸੀਗੀ, ਮੈਂ ਛੁੱਟੀ ਲਈ ਅੰਮ੍ਰਿਤਸਰ ਚਲੀ ਗਈ। ਸਿਰਫ 6 ਦਿਨ ਦੇ ਵਿੱਚ ਅਸੀਂ ਉਹ ਪਲੇ ਤਿਆਰ ਕੀਤਾ, ਵਾਹ ਔਰ ਉਹ ਦਿੱਲੀ ਜਦੋਂ ਜਾ ਕੇ ਪਰਫਾਰਮ ਕੀਤਾ, ਤਾਂ ਮੈਨੂੰ ਬੈਸਟ ਐਕਟਰਸ ਦਾ ਉੱਥੇ ਵਾਹ ਵਾਹ, ਅਵਾਰਡ ਮਿਲਿਆ। ਬਿਲਕੁਲ। ਬੜਾ, ਉਹ ਵੀ ਮੇਰੇ ਲਈ ਇੱਕ ਬੜਾ ਅੱਛਾ ਐਕਸਪੀਰੀਅੰਸ ਸੀ, ਬਹੁਤ ਮਜ਼ਾ ਨਹੀਂ ਆਇਆ। ਨਹੀਂ, ਦੇਖੋ ਹਾਂਜੀ ਏਦਾਂ ਹੁੰਦਾ ਕਿ ਜੌਹਰੀ ਨੂੰ ਤਰਾਸ਼ਣਾ ਆਉਂਦਾ ਔਰ ਪਰਖ ਵੀ ਹੁੰਦੀ ਹੈ। ਕਿਵੇਂ ਤੁਸੀਂ ਪਹਿਲਾਂ ਉਹ ਹਰਿਆਣਵੀ ਨਾਟਕ ਦੀ ਗੱਲ ਕੀਤੀ ਹੈ, ਫਿਰ ਇਹਦੀ ਕੀਤੀ ਹੈ, ਕਿਉਂਕਿ ਡਾਇਰੈਕਟਰ ਨੂੰ ਪਤਾ ਹੁੰਦਾ ਕਿ ਕਿਹੜੇ ਕਲਾਕਾਰ ਦੇ ਵਿੱਚ ਕਿਹੜੀ ਕੁਆਲਿਟੀ ਹੈ ਔਰ ਕਿੰਨੇ ਸਮੇਂ ਦੇ ਵਿੱਚ ਉਹ ਜਿਹੜਾ ਉਹ ਕਰ ਸਕਦਾ, ਔਰ ਤੁਹਾਡੇ ਤੇ ਭਰੋਸਾ ਕਰਕੇ ਉਹਨਾਂ ਨੇ ਜੇਕਰ ਇਹ ਕੀਤਾ ਤੇ ਤੁਸੀਂ ਉਹ 'ਚ ਸਫਲ ਵੀ ਰਹੇ ਹੋ ਬਹੁਤ, ਬਸ ਮਤਲਬ। ਮੰਡ ਸਾਹਿਬ, ਮੈਂ ਤਾਂ ਉਹੀ ਗੱਲ ਡਰਦੇ ਡਰਦੇ, ਮੈਨੂੰ ਅੱਜ ਵੀ ਲੱਗਦਾ ਵੀ ਪਤਾ ਨਹੀਂ ਵਾਹਿਗੁਰੂ ਨੇ ਕਿਵੇਂ ਕਰਾਤਾ, ਵੀ ਮੈਂ ਤਾਂ ਉਹੀ ਅਰਦਾਸ ਕਰ ਵੀ ਬਾਬਾ ਜੀ ਸਾਥ ਦਿਓ, ਬੇਇੱਜ਼ਤੀ ਨਾ ਹੋ ਜਾਏ, ਇੱਜ਼ਤ ਰੱਖ ਲਿਓ। ਔਰ ਖੈਰ ਉਹਨਾਂ ਰੱਖੀ, ਹਮੇਸ਼ਾ ਹੀ ਰੱਖੀ, ਤੇ ਅੱਗੋਂ ਹੀ ਬਸ ਦਾਤੇ ਹੱਥੀ ਹਾਂ ਡੋਰਾ ਨੇ, ਚੱਲੀ ਨਹੀਂ, ਜਾਂਦਾ ਬਿਲਕੁਲ ਕੰਮ। ਬਿਲਕੁਲ। ਦੇਖੋ ਜੀ, ਕਲਾਕਾਰ ਜਦੋਂ ਸੱਚੇ ਮਨ ਦੇ ਨਾਲ ਆਪਣੇ ਕੰਮ ਨੂੰ, ਆਪਣੀ ਕਲਾ ਨੂੰ ਸਮਰਪਿਤ ਹੁੰਦਾ, ਤੇ ਫਿਰ ਪ੍ਰਮਾਤਮਾ ਵੀ ਜਿਹੜਾ ਆ ਉਹਦਾ ਸਾਥ ਹਾਂਜੀ, ਨਹੀਂ ਦਿੰਦਾ, ਫਿਰ ਆਪਣੀ ਉਹ। ਕੋਸ਼ਿਸ਼ ਤਾਂ ਖੈਰ ਹਾਂ ਜ਼ਰੂਰੀ ਹੁੰਦੀ ਹੈ, ਨਿਰੀ ਅਰਦਾਸ ਨਾਲ ਤੇ ਬਿਲਕੁਲ ਨਹੀਂ ਕੰਮ ਚੱਲਦਾ। ਬਿਲਕੁਲ ਜੀ, ਬਿਲਕੁਲ ਸੋ ਬਿਲਕੁਲ। ਚਲੋ ਦੇਖੋ ਪਰ, ਜੀ, ਹਾਂ ਹਾਂਜੀ ਨਹੀਂ, ਫਿਰ ਵੀ ਚਲੋ ਇਸ ਤਰ੍ਹਾਂ ਹੁੰਦਾ ਕਿ ਕਲਾਕਾਰ ਜੇਕਰ ਸਿੱਧੇ ਰਸਤੇ ਤੁਰਿਆ ਹੈ, ਮਿਹਨਤ ਕਰ ਰਿਹਾ ਹੈ, ਤੇ ਫਲ ਤਾਂ ਜਿਹੜਾ ਉਹਦਾ ਪ੍ਰਮਾਤਮਾ ਨੇ ਦੇਣਾ ਹੀ ਹੁੰਦਾ, ਔਰ ਹਾਂ ਤੁਸੀਂ ਬਿਲਕੁਲ ਜਿੱਥੇ ਵੀ ਉਹਦੀ। ਕਿਤੇ ਗਏ ਹੋ ਹਮੇਸ਼ਾ ਸਫਲ ਹੀ ਹੋਏ ਹੋ। ਨਾਟਕ ਜਿਹੜਾ ਸੁਖੀ ਵਸੈ ਮਸਕੀਨੀਆਂ ਤੁਸੀਂ ਚੁਣਿਆ, ਗੁਰਸ਼ਰਨ ਭਾਜੀ ਦੀ ਫਿਰ ਗੱਲ ਜਿਹੜੀ ਆ ਉਹ ਆਏਗੀ, ਕਿਉਂਕਿ ਉਹ ਹਾਂਜੀ ਐਡੀ ਹਸਤੀ ਜਿਹੜੀ ਉਹ ਸੀਗੇ, ਬਿਲਕੁਲ ਬਿਲਕੁਲ ਕਿ ਹਮੇਸ਼ਾ ਹਾਂਜੀ ਸਮਾਜ ਦੀਆਂ ਸਮੱਸਿਆਵਾਂ ਨੂੰ ਉਹ ਆਪਣੀਆਂ ਸਕ੍ਰਿਪਟਸ ਦੇ ਵਿੱਚ, ਆਪਣੇ ਨਾਟਕਾਂ ਦੇ ਵਿੱਚ ਉਹ ਲੈ ਕੇ ਆਉਂਦੇ ਰਹੇ, ਔਰ ਹਰ ਵਾਰ ਇੱਕ ਨਵਾਂ ਵਿਚਾਰ ਤੇ ਨਵਾਂ ਮੁੱਦਾ ਜਿਹੜਾ ਹੈ ਉਹਨਾਂ ਦੇ ਨਾਟਕਾਂ ਦੇ ਵਿੱਚ ਜਿਹੜਾ ਉਹ ਵੇਖਣ ਨੂੰ ਮਿਲਦਾ ਸੀਗਾ। ਔਰ ਜਿਹੜੀ ਜੀ ਅੱਜ ਤੁਸੀਂ ਪੇਸ਼ਕਾਰੀ ਕੀਤੀ ਹੈ ਸੁਖੀ ਵਸੈ ਮਸਕੀਨੀਆਂ, ਹਾਂਜੀ ਇਹਦੇ ਵਿੱਚ ਵੀ ਕੁਝ ਪੀੜੀ ਪਾੜੇ ਦੀ ਕੋਈ ਸਮੱਸਿਆ ਵੀ ਅਸੀਂ ਕਹਿ ਸਕਦੇ, ਕੁਝ ਇਸ ਤਰ੍ਹਾਂ ਦਾ ਵੀ ਕਿਤੇ ਮੈਨੂੰ ਝਲਕ ਜਿਹੜੀ ਆ ਉਹ ਪਈ ਹੈ, ਕਿ ਅੱਜ ਦੀ ਇਸ ਪੇਸ਼ੇ ਨਜ਼ਰ ਦੇ ਵਿੱਚ ਇਸ ਨਾਟਕ ਦੀ ਚੋਣ ਕਰਨ ਦੀ ਕੋਈ ਖਾਸ ਵਜ੍ਹਾ ਤੁਹਾਨੂੰ ਲੱਗਦੀ ਹੋਵੇ? ਇਸ ਕੀ ਦੀ ਲੱਗਦਾ? ਖਾਸ ਵਜ੍ਹਾ ਮੈਂ ਤੁਹਾਨੂੰ ਸਿੱਧੀ ਸਿੱਧੀ ਗੱਲ ਦੱਸਾਂ, ਵੈਸੇ ਤਾਂ ਮੈਂ ਡਾਇਰੈਕਟ ਹੋਰ ਵੀ ਕੁਝ ਪਲੇਸ ਕੀਤੇ ਆ, ਕੁਝ ਸ਼ਾਰਟ ਕੀਤੇ ਆ, ਕੁਝ ਜੀ ਮਤਲਬ ਥੋੜੇ ਵੱਡੇ ਕੀਤੇ ਆ। ਮੈਂ ਉਹਨਾਂ ਚੋਂ ਮੈਂ ਸੋਚ ਰਹੀ ਸੀ ਕਿਹੜਾ ਕੀਤਾ ਜਾਵੇ, ਜੀ ਤਾਂ ਮੈਨੂੰ ਇੱਕ ਲਾਲਚ ਇਹ ਆ ਗਿਆ ਕਿ ਵੀ ਸਾਡੇ ਸਾਰੇ ਤਾਂ ਆਰਟਿਸਟ ਘਰ 'ਚ ਨੇ, ਤੇ ਸਭ ਨੂੰ ਪਰਫਾਰਮ ਕਰਨ ਦਾ ਮੌਕਾ ਮਿਲੇਗਾ। ਬਿਲਕੁਲ ਜੀ। ਸਿੱਧੀ ਸਪਸ਼ਟ ਗੱਲ ਮੇਰੇ ਮਨ 'ਚ ਇਹ ਆਈ ਕਿ ਮੇਰਾ ਬ੍ਰਦਰ ਵੀ ਬੜਾ ਪੁਰਾਣਾ ਆਰਟਿਸਟ ਹੈ, ਬੜਾ ਅੱਛਾ ਜੀ ਆਰਟਿਸਟ ਹੈ, ਤੁਹਾਨੂੰ ਪਤਾ ਦੇਖੀ ਸੁਣੀ ਲਿਆ ਤੁਸੀਂ, ਉਹਦੀ ਆਵਾਜ਼ ਵੀ ਹਾਂਜੀ ਕਿੰਨੀ ਹਾਂਜੀ, ਅੱਛੀ ਹੈ, ਬਿਲਕੁਲ ਜੀ। ਸਿੰਗਰ ਵੀ ਹੈ। ਖੈਰ ਉਹ ਬਹੁਤ, ਮੈਂ ਕਹਿੰਦੀ ਆਲ ਰਾਊਂਡਰ ਹੈ। ਉਹ ਡਿਸਕਵਰੀ ਤੇ ਬੜੇ ਸਾਲ ਕੰਮ ਕਰਕੇ ਆਇਆ ਬੰਬੇ, ਬਹੁਤ ਮਤਲਬ ਜੀ ਮੈਨੂੰ ਮਾਣ ਹੈ ਉਹਦੇ ਤੇ ਮੇਰੀ ਜਿਹੜੀ ਭਾਬੀ ਆ ਉਹ ਵੀ ਥੀਏਟਰ ਉਹਨੇ ਕਾਫੀ ਕੀਤਾ ਹੋਇਆ। ਜੀ ਫਿਰ ਮੇਰੇ ਹਸਬੈਂਡ, ਅਸੀਂ ਦੋਨੋਂ ਇਸ ਲਾਈਨ ਤੋਂ ਆ। ਤੇ ਬਿਲਕੁਲ ਜੀ। ਜਦੋਂ ਇਹ ਕਈ ਸਾਲ ਪਹਿਲਾਂ ਇਹ ਪਲੇ ਕੀਤਾ ਸੀ ਨਾ, ਉਦੋਂ ਮੇਰੇ ਬੇਟੇ ਨੇ ਨਿੱਕੀ ਦਾ ਕਰੈਕਟਰ ਕੀਤਾ ਸੀ। ਅੱਛਾ ਜੀ, ਵਾਹ। ਸਰਦਾਰ ਵਾਲ ਲੰਬੇ ਸੀ ਤੇ 2 ਗੁੱਤਾਂ ਹਾਂ, ਕਰਕੇ, ਉਹ ਵੀ ਸਾਡੇ ਕੋਲ ਸੀਡੀ ਪਈ ਹੈ, ਬਿਲਕੁਲ ਰਿਕਾਰਡਿੰਗ ਬੜਾ ਮਜ਼ੇਦਾਰ ਕੀਤਾ ਸੀ। ਸੋ ਇਹ ਪਲੇ ਵੈਸੇ ਵੀ ਭਾਜੀ ਨਾਲ ਮੈਂ ਇਹਦੇ ਕਈ ਸ਼ੋਜ਼ ਕੀਤੇ ਆ, ਮੇਰੇ ਦਿਲ ਦੇ ਬਹੁਤ ਵਾਹ। ਨੇੜੇ ਆ, ਮੈਨੂੰ ਉਹ ਪਲ ਯਾਦ ਆ ਜਾਂਦੇ ਆ। ਅਸੀਂ ਇੱਕ ਵਾਰੀ ਲੁਧਿਆਣਾ ਓਪਨ ਥੀਏਟਰ ਦੇ ਵਿੱਚ ਇਹ ਪਲੇ ਕਰ ਰਹੇ, ਭਾਜੀ ਔਰ ਮੈਂ ਰੋਲ ਕਰ ਰਹੇ ਸੀ ਬਜ਼ੁਰਗਾਂ ਦਾ। ਤੇ ਅੱਛਾ ਜੀ। ਰਾਮ ਸਰਨ ਦਾ ਵਿੱਚ ਨਾ 2 ਵਾਰੀ ਨਾਮ ਆਉਂਦਾ, ਇੱਕ ਵਾਰੀ ਆਉਂਦਾ, ਫਿਰ 4 ਪੇजेस ਬਾਅਦ ਆਉਂਦਾ। ਜੀ ਭਾਜੀ ਕਿਤੇ ਭੁੱਲ ਗਏ,
ਅਗਲੇ ਪੇਜ ਤੇ ਪਹੁੰਚ ਗਏ, ਨੈਕਸਟ ਜਿੱਥੇ ਰਾਮ ਸਰਨ ਆਉਂਦਾ। ਤੇ ਜੀ ਹੁਣ ਉੱਥੇ ਮੈਂ ਸਟੇਜ ਤੇ ਕੀ ਕਰਾਂ, ਮੈਂ ਹਾਂ ਜੀ ਮੁੜ ਕੇ ਕਈ ਅਸੀਂ ਨਾ ਭਾਪਿਆਂ ਵਾਲੀ ਭਾਸ਼ਾ ਇਹਨੂੰ ਕਰਦੇ ਹੁੰਦੇ ਸੀ ਇਸਤੇਮਾਲ, ਤੇ ਮੈਂ ਕਹੀ ਜਾਵਾਂ ਕੀ ਪਈ ਕਹਿੰਦੇ ਹੋ, ਉਹ ਨਾ ਉਹ ਰਾਮ ਸਰਨ ਦੀ ਮਾਂ ਇੰਜ ਪਈ ਕਹਿੰਦੀ ਸੀ ਤੁਸੀਂ ਸਾਥ ਕੋਈ ਨਹੀਂ ਦਿੱਤਾ, ਜੀ ਕਹਿੰਦੇ ਉਹ ਫਿਰ ਉੱਥੇ ਹੀ। ਮੈਂ ਕਿਹਾ, ਮੈਂ ਨਾ ਫਿਰ ਦੋਵੇਂ ਹੱਥਾਂ ਨਾਲ ਉਹਨਾਂ ਨੂੰ ਜ਼ੋਰ ਦੇ ਇੰਜ ਕਰਕੇ ਥੱਪੜ ਮਾਰਿਆ। ਮੈਂ ਕਿਹਾ ਕੀ ਇਹ 70 72 ਗਏ ਹੋ, ਤੁਸਾਂ ਮੈਨੂੰ ਇਹ ਦੱਸਿਆ ਵੀ ਰਾਮ ਸਰਨ ਦੀ ਮਾਂ ਸ਼ਿਕਾਇਤ ਪਈ ਕਰਦੀ ਸੀ ਕਿ ਤੁਸਾਂ ਰਾਮ ਹਾਂ ਸਰਨ ਦਾ ਮੌਕਾ ਕਿਵੇਂ ਕਹਿੰਦੇ ਸਾਂਭਿਆ ਜਾਂਦਾ ਹਾਂ, ਸਟੇਜ ਦੇ ਮਤਲਬ ਉੱਤੇ ਮੈਂ ਭਾਜੀ ਦੇ ਲਾਈਵ ਡਾਇਲੋਗ ਜੋ ਭਾਜੀ ਦਾ ਸਟਾਈਲ ਹੁੰਦਾ ਸੀ, ਮੈਂ ਉਹ ਬੋਲੀ ਜਾਵਾਂ ਤੇ ਮੈਂ ਏਦਾਂ ਕਰਕੇ ਥੱਪਾ ਜਿਹਾ ਮਾਰਿਆ ਤੇ ਭਾਜੀ ਨੂੰ ਯਾਦ ਆ ਗਿਆ। ਭਾਜੀ ਕਹਿੰਦੇ ਦੇਖੋ ਹਾਂ ਠੀਕ ਹੈ ਬਈ ਮੈਂ ਭੁੱਲ ਗਿਆ ਸਾਂ, ਤੇ ਕਰਕੇ ਭਾਜੀ ਨੇ ਕੰਟੀਨਿਊ ਕੀਤਾ। ਹਾਂ ਬਾਅਦ ਚ ਮੈਨੂੰ ਬਿਲਕੁਲ ਰਸਤੇ ਚ ਕਹਿੰਦੇ ਤੁਸੀਂ ਮੈਨੂੰ ਬਹੁਤ ਮਾਰਿਆ ਅੱਜ ਸਟੇਜ ਤੇ। ਨਹੀਂ ਦੇਖੋ ਇਹ ਵੀ ਬੜੀਆਂ ਕਮਾਲ ਦੀਆਂ ਯਾਦਾਂ ਹੁੰਦੀਆਂ ਨੇ ਹਾਂ, ਜਦੋਂ ਕੁਝ ਤੁਹਾਡੇ ਨਾਲ ਐਸੀਆਂ ਬਹੁਤ ਮੈਮਰੀਜ਼ ਸੀਨੀਅਰ ਨੇ ਕਿ ਉਹ ਬਹੁਤ ਉਸ ਤਰ੍ਹਾਂ ਹੀ ਤਾਜ਼ੀਆਂ ਨੇ। ਜਦੋਂ ਵੀ ਹੁਣ ਭਾਬੀ ਜੀ ਨੂੰ ਮਿਲਣ ਜਾਈਦਾ ਤੇ ਸਾਨੂੰ ਭਾਜੀ ਕਹ ਲੋ ਉਹਨਾਂ ਚ ਵੇਖੀਦੇ ਆ, ਬਹੁਤ ਅੱਛਾ ਜੀ ਲੱਗਦਾ ਹੈ। ਬਿਲਕੁਲ। ਮੇਰਾ ਸਵਾਲ ਫਿਰ ਹਾਂਜੀ ਦੇਖੋ ਗੱਲਾਂ ਬੜੀਆਂ ਦਿਲ ਕਰਦਾ ਕਿ ਗੁਰਸ਼ਰਨ ਭਾਜੀ ਉਹਨਾਂ ਦੇ ਬਾਰੇ ਜਾਂ ਤੁਹਾਡੇ ਜਿਹੜੇ ਅਨੁਭਵ ਨੇ ਉਹਨਾਂ ਦੇ ਨਾਲ ਜਾਂ ਹੋਰ ਵੱਡੀਆਂ ਸ਼ਖਸੀਅਤਾਂ ਨਾਲ ਤੁਹਾਡੇ ਅਨੁਭਵ ਰਹੇ ਨੇ। ਮੇਰਾ ਫਿਰ ਹਾਂਜੀ। ਸਵਾਲ ਫਿਰ ਉੱਥੇ ਮੈਂ ਮੁੜ ਕੇ ਆ ਜਾਂਦਾ ਕਿ ਇਹ ਅੱਜ ਇਸ ਪੇਸ਼ੇ ਨਜ਼ਰ ਦੇ ਵਿੱਚ ਫਿਰ ਆਪਾਂ ਨੂੰ ਕਿਉਂ ਚੋਣ ਕਰਨੀ ਪਈ ਇਸ ਨਾਟਕ ਦੀ। ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਕਿਤੇ ਵੱਡਿਆਂ ਦੇ ਵਿੱਚ ਤੇ ਯੁਵਾਵਾਂ ਦੇ ਵਿੱਚ ਯੁਵਕਾਂ ਦੇ ਵਿੱਚ ਜਿਹੜੀ ਪੀੜ੍ਹੀ ਪਾੜਾ ਹੈ ਜਾਂ ਉਹਨਾਂ ਦੀ ਸੋਚ ਦੇ ਵਿੱਚ ਕਿਤੇ ਨਾ ਕਿਤੇ ਫਰਕ ਲੱਗਦਾ ਹੈ ਕਿ ਇਹਦੇ ਕਾਰਨ ਇਹ ਵੀ ਹੋ ਸਕਦੇ ਨੇ ਨਾ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਬੱਚੇ ਜਿਹੜੇ ਨੇ ਨਾ ਉਹ ਪੇਰੈਂਟਸ ਦੀ ਫਿਲਮ ਬਣਾ ਰਹੇ ਹੁੰਦੇ ਕਿ ਉਹ ਜ਼ਿੰਦਗੀ 'ਚ ਕਰ ਕੀ ਰਹੇ ਨੇ, ਜੋ ਉਹ ਕਰਦੇ ਨੇ ਬੱਚੇ ਵੀ ਸਿੱਖਦੇ ਨੇ ਉਸ ਤਰ੍ਹਾਂ ਦੇ। ਜੇਕਰ ਪੇਰੈਂਟਸ ਕਿਸੇ ਗਲਤ ਰਸਤੇ ਤੇ ਜਾਂਦੇ ਨੇ ਤੇ ਕਈ ਵਾਰੀ ਬੱਚੇ ਰੋਕਦੇ ਵੀ ਨਹੀਂ। ਅੱਜ ਕੱਲ ਬੱਚੇ ਇੰਨੇ ਸਿਆਣੇ ਵੀ ਹੋ ਗਏ ਨੇ ਕਿ ਪੇਰੈਂਟਸ ਨੂੰ ਸਿੱਖਿਆ ਦਿੰਦੇ ਨੇ ਕਿ ਇਵੇਂ ਨਹੀਂ ਕਰਨਾ, ਇਹ ਠੀਕ ਨਹੀਂ ਹੈ, ਇਹ ਠੀਕ ਕਰਨਾ, ਇਹਨੂੰ ਠੀਕ ਕਰਨਾ ਚਾਹੀਦਾ। ਮਤਲਬ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਝ ਚੀਜ਼ਾਂ ਵੀ ਇਸ ਨਾਟਕ ਦੇ ਵਿੱਚ ਜਿਹੜੀਆਂ ਉਹ ਛੋਈਆਂ ਗਈਆਂ। ਮੈਨੂੰ ਬਹੁਤ ਚੰਗਾ ਲੱਗਿਆ ਇਹ ਤੁਹਾਡਾ ਨਾਟਕ ਪੇਸ਼ ਕਰੀ। ਔਰ ਪਿਛਲੇ ਕਿਉਂਕਿ ਆਪਣੇ ਕੋਲ ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਸਤੇ, ਦਿਲ ਕਰਦਾ ਗੱਲਾਂ ਬਹੁਤ ਖੂਬ ਕਰੀਏ, ਪਰ ਸਮਾਂ ਜਿਹੜਾ ਹੈ ਉਹ ਇੰਨਾ ਨਹੀਂ ਹੈ। ਮੈਂ ਲਾਸਟ ਵੱਲ ਆਪਾਂ ਇਸ ਸੈਗਮੈਂਟ ਦੇ ਲਾਸਟ ਮੈਂ ਪਹੁੰਚਾਂਗਾ ਕਿ ਸਕੂਲ ਦੇ ਵਿੱਚ ਪੜ੍ਹਾਉਂਦੇ ਹੋ ਜੀ ਤੁਸੀਂ, ਪੰਜਾਬੀ ਦੇ ਲੈਕਚਰਰ ਹੋ, ਪੰਜਾਬੀ ਲਿਟਰੇਚਰ, ਭਾਸ਼ਾ, ਪੰਜਾਬੀਅਤ ਨਾਲ ਅਸੀਂ ਮੁੱਢੋਂ ਸੁੱਢੋਂ ਦਿਲ ਦੀਆਂ ਗਹਿਰਾਈਆਂ ਤੋਂ ਜੁੜੇ ਹੋਏ ਆ, ਹਨਾ। ਕਿਉਂਕਿ ਸਾਡੇ ਤਾਂ ਰਗ ਰਗ ਦੇ ਵਿੱਚ ਪੰਜਾਬੀ ਵਸਦੀ ਹੈ, ਪੰਜਾਬ ਵਸਦਾ। ਜਿਵੇਂ ਮੈਂ ਗੱਲ ਕੀਤੀ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਦੀ ਕਵਿਤਾ ਦੀ ਗੱਲ, ਕਿ ਖਾੜ ਖਾੜ ਚੱਲਣ ਵਿੱਚ ਮੇਰੇ ਸੁਪਨਿਆਂ ਦਰਿਆ ਪੰਜਾਬ ਦੇ, ਕਿ ਸਾਡੇ ਸੁਪਨਿਆਂ ਵਿੱਚ ਪੰਜਾਬੀ ਆਉਂਦੀ ਹੈ, ਅਸੀਂ ਪੰਜਾਬੀ ਪੜ੍ਹਦੇ ਪੜ੍ਹਾਉਂਦੇ ਹਾਂ। ਕਿਉਂਕਿ ਤੁਸੀਂ ਕਲਾਕਾਰ ਹੋ, ਕਲਾ ਦੇ ਖੇਤਰ 'ਚ ਤੁਹਾਡਾ ਬਹੁਤ ਯੋਗਦਾਨ ਹੈ, ਤੁਸੀਂ ਕੰਮ ਕਰ ਰਹੇ ਹੋ। ਕਿ ਸਕੂਲ ਦੇ ਵਿੱਚ ਵੀ ਤੁਸੀਂ ਬੱਚਿਆਂ ਨੂੰ ਇਸ ਖੇਤਰ ਦੇ ਵਿੱਚ ਕੋਈ ਮਦਦ ਕਰਦੇ ਹੋ ਜਦੋਂ ਕਿਤੇ ਸਰਕਾਰ ਵੱਲੋਂ ਕੋਈ ਹਦਾਇਤਾਂ ਹੁੰਦੀਆਂ ਜਾਂ ਫਿਰ ਸਕੂਲ ਪੱਧਰ ਤੇ ਕੋਈ ਪ੍ਰੋਗਰਾਮ ਹੁੰਦੇ ਆ, ਉਹਦੇ ਵਿੱਚ ਵੀ ਤੁਹਾਡੀ ਕੋਈ ਸ਼ਮੂਲੀਅਤ ਹੁੰਦੀ ਹੈ ਸਕੂਲ ਦੇ ਵਿੱਚ ਕੁਝ ਨਾਟਕ ਕਰਵਾਉਣ ਬੱਚਿਆਂ ਨੂੰ ਜਾਂ ਉਹਨਾਂ ਨੂੰ ਇੱਕ ਤਾਲੀਮ ਦੇਣ ਦੇ ਵਿੱਚ? ਬਿਲਕੁਲ ਮਨ ਸਾਹਿਬ, ਸਕੂਲ ਦੇ ਵਿੱਚ ਤੁਸੀਂ ਮੈਨੂੰ ਯਾਦ ਕਰਾਤਾ। ਮੈਂ ਜਦੋਂ ਜੁਆਇਨ ਕੀਤਾ ਸੀ ਉਹਦੇ ਤੋਂ ਸਿਰਫ ਤੇ ਸਿਰਫ 4 ਦਿਨ ਬਾਅਦ ਭਾਸ਼ਾ ਵਿਭਾਗ ਦੀ ਚਿੱਠੀ ਆ ਗਈ ਸੀ ਕਿ ਜੀ ਭਾਸ਼ਾ ਵਿਭਾਗ 'ਚ ਤੁਹਾਨੂੰ ਪਤਾ ਸਾਰੇ ਤਰ੍ਹਾਂ ਦੇ ਕੰਪੀਟੀਸ਼ਨਸ ਹੁੰਦੇ ਆ ਸਕੂਲਾਂ ਦੇ, ਤਾਂ ਉਹਦੇ ਵਿੱਚ ਪਲੇ ਵੀ ਸੀ। ਤਾਂ ਉਹਨਾਂ ਦਿਨਾਂ ਵਿੱਚ ਮੈਂ ਮਿੱਟੀ ਦਾ ਮੁੱਲ ਪਲੇ ਉਹਨਾਂ ਨੂੰ ਕਰਾਇਆ ਤੇ ਫਿਰ ਸਾਡੀ, ਕਿਉਂਕਿ ਕੁੜੀਆਂ ਤੋਂ ਹੀ ਮੁੰਡਿਆਂ ਦੇ ਰੋਲ ਕਰਵਾਏ ਤੇ ਉਹ ਸਾਡਾ ਪਲੇ ਸੈਕਿੰਡ ਆਇਆ। ਔਰ ਜੱਜ ਨੇ ਇਹ ਗੱਲ ਮੈਨੂੰ ਕਹੀ ਕਿ ਬਈ ਕਿਉਂਕਿ ਤੁਸੀਂ ਕੁੜੀਆਂ ਨੂੰ ਮੁੰਡੇ ਬਣਾਇਆ ਤੇ ਸਾਨੂੰ ਇਸ ਕਰਕੇ ਸੈਕਿੰਡ ਕਰਨਾ ਪਿਆ, ਵਰਨਾ ਤੁਹਾਡਾ ਪਲੇ ਫਸਟ ਦੇ ਲਾਇਕ ਸੀ। ਔਰ ਉਹਦੇ ਵਿੱਚ ਮੈਂ ਅਨੀਤਾ, ਮੇਰੀ ਫਰੈਂਡ ਜਿਹੜੀ ਅਨੀਤਾ ਸ਼ਬੀਸ਼, ਮੇਕਅਪ ਲਈ ਮੇਰੇ ਨਾਲ ਗਏ ਸੀ ਕਿਉਂਕਿ ਮੈਨੂੰ ਦਾੜੀਆਂ ਵਗੈਰਾ ਲਗਾਉਣੀਆਂ ਨਹੀਂ ਆਉਂਦੀਆਂ ਸੀ ਤੇ ਅਸੀਂ ਦੋਨੋਂ ਇਹ ਟੀਮ ਲੈ ਕੇ ਅੱਗੇ ਗਏ। ਔਰ ਹੁਣ ਵੀ ਅੱਜ ਤੱਕ ਵੀ ਮੇਰੀ ਜੌਬ 94 ਦੀ ਮੇਰੀ ਜੁਆਇਨਿੰਗ ਹੈ ਔਰ ਮੈਂ ਦੇਖ ਲਓ ਕਿੰਨੇ ਸਾਲ ਹੋ ਚੁੱਕੇ, 26 ਸਾਲ ਹੋ ਚੁੱਕੇ ਆ ਮੇਰੀ ਜੌਬ ਦੇ। ਤੇ ਮੈਂ ਕੋਈ ਵੀ ਸਰ ਤੁਹਾਨੂੰ ਪਤਾ ਹੀ ਹੈ ਪੰਜਾਬੀ ਵਾਲਿਆਂ ਕੋਲ ਸਾਰਾ ਫੰਕਸ਼ਨ ਉਹਨਾਂ ਨੇ ਕਰਾਉਣਾ, ਭਾਵੇਂ ਗਰੁੱਪ ਡਾਂਸਿਸ ਨੇ, ਭਾਵੇਂ ਸਿੰਗਿੰਗ ਹੈ। ਮੈਂ ਥੋੜੀ ਮਿਊਜ਼ਿਕ ਨਾਲ ਰਿਲੇਟਡ ਰਹੀ ਹਾਂ, ਇਸ ਕਰਕੇ ਸਿੰਗਿੰਗ, ਗਾਣੇ ਤਿਆਰ ਕਰਾਣੇ, ਗਰੁੱਪ ਸੌਂਗ ਕਰਾਣੇ ਜਾਂ ਡਾਂਸ ਕਰਾਣੇ ਜਾਂ ਪਲੇਸ ਕਰਾਣੇ ਜਾਂ ਸਟੇਜ ਵੀ ਆਪਣੇ ਕੋਲ ਹੀ ਕਹਿ ਲਓ ਆਪਣਾ ਸਾਰਾ। ਹਾਂਜੀ, ਦੇਖੋ ਕਿਸੇ ਵੀ ਵਿਦਿਅਕ ਸੰਸਥਾ ਦੇ ਵਿੱਚ ਜਦੋਂ ਪੰਜਾਬੀ ਵਾਲੇ ਕੁਝ ਕਲਾ ਦੀ ਮੁਹਾਰਤ ਰੱਖਦੇ, ਫਿਰ ਸਾਰੇ
ਕੰਮ ਜਿਹੜੇ ਨੇ ਉਹਨਾਂ ਨੂੰ ਹੁੰਦੇ ਨੇ ਔਰ ਬੜੇ ਸ਼ੌਕ ਨਾਲ ਕਰਦੇ ਨੇ ਹਾਂਜੀ ਔਰ ਖੈਰ ਬੜੇ ਸ਼ੌਕ ਨਾਲ ਕਰਦੇ ਨੇ ਬੜਾ, ਕਿਉਂਕਿ ਬੱਚੇ ਮੈਨੂੰ ਵੀ ਤਾਂ ਬਹੁਤ ਲੱਗਦਾ ਹੁੰਦਾ ਜੁੜਦੇ ਨੇ ਬੱਚੇ ਵੀ ਜੁੜਦੇ ਨੇ ਬੱਚੇ ਬਹੁਤ ਕਿਉਂਕਿ ਜੁੜਦੇ ਨੇ ਤੁਹਾਡੇ ਨਾਲ। ਹਾਂਜੀ ਕਿਉਂਕਿ એનર્ਜੀ ਜਿਹੜੀ ਆ ਤੁਹਾਨੂੰ ਫਿਰ ਅੰਦਰੋਂ ਮਿਲਦੀ ਹੈ, ਬੱਚਿਆਂ ਦੇ ਨਾਲ ਕੰਮ ਕਰਕੇ ਬੜੀ ਮੋਟੀਵੇਸ਼ਨ ਮਿਲਦੀ ਹੈ। ਔਰ ਮੈਡਮ ਰਮਨ ਜੀ ਤੁਹਾਡੇ ਨਾਲ ਗੱਲਾਂ ਤਾਂ ਬਹੁਤ ਕਰਦਾ ਦਿਲ ਕੇ ਕਰਦੇ ਜਾਈਏ, ਕਿਉਂਕਿ ਤੁਹਾਡੇ ਕੋਲ ਵੀ ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਸਤੇ। ਮੈਨੂੰ ਇਸ ਗੱਲ ਦਾ ਪਤਾ ਕਿ 31 ਸਾਲ ਦਾ ਸਫ਼ਰ ਲੰਬਾ ਹੈ ਔਰ ਇਹ ਕੋਈ ਛੋਟਾ ਸਫ਼ਰ ਨਹੀਂ, ਔਰ ਇੰਨੇ ਅਨੁਭਵ ਜਿਹੜੇ ਨੇ ਉਹ ਤੁਹਾਡੇ ਹੈਗੇ ਨੇ, ਔਰ ਤੁਹਾਡੇ ਨਾਲ ਬਹੁਤ ਸਾਰੇ ਲੋਕਾਂ ਨੇ ਕੰਮ ਕੀਤਾ, ਤੁਸੀਂ ਬਹੁਤ ਸਾਰੇ ਲੋਕਾਂ ਨਾਲ ਕੰਮ ਕੀਤਾ, ਕਲਾਕਾਰਾਂ ਨਾਲ ਕੰਮ ਕੀਤਾ, ਜਾਂ ਫਿਰ ਤੁਸੀਂ ਫਿਲਮਾਂ ਦੇ ਵਾਸਤੇ ਵੀ ਕੰਮ ਕੀਤਾ, ਔਰ ਬੜਾ ਕੁਝ ਦਿਲ ਕਰਦਾ ਕਿ ਤੁਸੀਂ ਹੋਰ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਆਪਣਾ ਸਾਂਝਾ ਕਰਦੇ। ਪਰ ਅੱਜ ਦਾ ਇਹ ਸੈਗਮੈਂਟ ਜਿਹੜਾ ਹੈ ਅਸੀਂ ਇੱਥੇ ਹੀ ਰੋਕਾਂਗੇ, ਔਰ ਫਿਰ ਜੀ ਕਿਤੇ ਮੌਕਾ ਮਿਲੇਗਾ ਜ਼ਰੂਰ ਅਸੀਂ ਫਿਰ ਬਾਕੀ ਰਹਿੰਦੀਆਂ ਗੱਲਾਂ ਜਿਹੜੀਆਂ ਨੇ ਉਹ ਜ਼ਰੂਰ ਕਰਾਂਗੇ। ਤੁਹਾਡਾ ਇਸ 20 ਮੰਚ ਦੇ ਵਿੱਚ ਪਹੁੰਚਣ ਤੇ, ਇਸ ਪਲੇਟਫਾਰਮ ਤੇ ਆਪਣਾ ਸਮਾਂ ਦੇਣ ਦੇ ਵਾਸਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਰੁਝੇਵਿਆਂ 'ਚ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਪੇਸ਼ੇ ਨਜ਼ਰ ਦੇ ਵਿੱਚ ਆਪਣੇ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਔਰ ਚਰਚਾ ਵੀ ਕੀਤੀ। ਫਿਰ ਕਿਸੇ ਪਲੇਟਫਾਰਮ ਤੇ ਫਿਰ ਕਿਤੇ ਜ਼ਰੂਰ ਮਿਲਾਂਗੇ, ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਜੀ ਧੰਨਵਾਦ। ਮਨ ਸਾਹਿਬ, ਮੈਂ ਵੀ ਸ਼ੁਕਰੀਆ ਅਦਾ ਕਰਨਾ ਚਾਹਾਂਗੀ 20 ਮੰਚ ਦਾ, 20 ਮੰਚ ਦੀ ਟੀਮ ਦਾ, ਤੁਹਾਡਾ, ਗੁਰਵਿੰਦਰ ਜੀ ਦਾ, ਵੀ ਤੁਸੀਂ ਮੈਨੂੰ ਇੱਕ ਚਾਂਸ ਦਿੱਤਾ ਪਲੇ ਇੱਥੇ ਅਸੀਂ ਕਰ ਸਕੇ, ਬਿਲਕੁਲ ਜੀ, ਬਿਲਕੁਲ। ਸਭ ਆਪਣੇ ਫਰੈਂਡਸ ਨਾਲ ਤੇ ਦਰਸ਼ਕਾਂ ਨਾਲ ਰੂਬਰੂ ਹੋ ਸਕੇ। ਮੈਂ ਸਾਰਿਆਂ ਦਾ, ਜਿਨ੍ਹਾਂ ਨੇ ਵੀ ਅੱਜ ਪਲੇ ਦੇਖਿਆ ਔਰ ਪਸੰਦ ਕੀਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਾਰਿਆਂ ਦੇ ਕਮੈਂਟਸ ਦਾ ਮੈਂ ਜਵਾਬ ਏਦਾਂ ਤਾਂ ਨਹੀਂ ਦੇ ਸਕਦੀ, ਹਾਂ ਮੈਂ ਵੈਸੇ ਫੋਨ ਦੇ ਵਿੱਚ ਦੇਖ ਕੇ ਬਾਅਦ 'ਚ ਜ਼ਰੂਰ ਰਿਪਲਾਈ ਕਰਨ ਦੀ ਹਾਂ ਕੋਸ਼ਿਸ਼ ਬਿਲਕੁਲ ਜੀ, ਕਰਾਂਗੀ। ਬਿਲਕੁਲ ਸਾਰਿਆਂ ਦਾ ਬਿਲਕੁਲ। ਬਹੁਤ ਬਹੁਤ ਥੈਂਕਸ। ਹਾਂ, ਥੈਂਕ ਯੂ ਮੈਮ। ਓਕੇ ਜੀ। ਹਾਂਜੀ, ਅੱਜ 4 ਸੈਗਮੈਂਟ ਸਾਡੇ ਇਸ ਪ੍ਰੋਗਰਾਮ ਦੇ ਪੂਰੇ ਹੋ ਚੁੱਕੇ ਨੇ, ਔਰ 21 ਜੂਨ 2020 ਤੋਂ ਚੱਲਿਆ ਇਹ ਲੰਬਾ ਸਫ਼ਰ ਜਿਹੜਾ ਹੈ ਅੱਜ 25ਵੇਂ ਪ੍ਰੋਗਰਾਮ ਦੇ ਵਿੱਚ ਅਸੀਂ ਪਹੁੰਚੇ ਹਾਂ। ਔਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ 2 ਸ਼ਖਸੀਅਤਾਂ ਦੇ ਸੁਨਹਿਰੀ ਬੋਲ ਸੁਣੇ, ਵਿਚਾਰ ਚਰਚਾ ਵੀ ਕੀਤੀ, ਰੂਬਰੂ ਹੋਏ ਮੈਡਮ ਰਮਨ ਢਿੱਲੋਂ ਹੋਣਾ ਦੇ। ਉਹਨਾਂ ਦਾ ਨਾਟਕ, ਗੁਰਸ਼ਰਨ ਭਾਜੀ ਹੋਣਾ ਦਾ ਲਿਖਿਆ ਨਾਟਕ ਤੁਸੀਂ ਵੇਖਿਆ, ਸੁਖੀ ਬਸੈ ਮਸਕੀਨੀਆਂ, ਉਹਨਾਂ ਦੇ ਨਾਲ ਵਿਚਾਰ ਚਰਚਾ ਵੀ ਕੀਤੀ। ਗੱਲਾਂ ਬਾਤਾਂ ਤਾਂ ਬਹੁਤ ਸੀ ਕਰਨ ਵਾਲੀਆਂ, ਪਰ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦਿੰਦਾ। ਵਿੱਚ ਕਿਤੇ ਟੈਕਨੀਕਲ ਤਕਨੀਕੀ ਨੁਕਸ ਕਰਕੇ ਸਾਨੂੰ ਥੋੜੀ ਦੇਰ ਬ੍ਰੇਕ ਵੀ ਲੈਣੀ ਪਈ। ਉਹਦੇ ਵਾਸਤੇ ਅਸੀਂ ਇਹ ਅਦਾਰਾ ਜਿਹੜਾ ਹੈ ਉਹ ਖਿਮਾ ਦਾ ਜਾਚ ਗਿਆ, ਔਰ ਕਿਉਂਕਿ ਇਹ ਇੱਕ ਅਜਿਹੀ ਚੀਜ਼ ਹੈ ਜਿਹਦੇ ਤੇ ਸਾਡਾ ਵਸ ਨਹੀਂ ਹੁੰਦਾ, ਔਰ ਤੁਸੀਂ ਵੀ ਜਾਣਦੇ ਹੋ ਕਿ ਟੈਕਨੋਲੋਜੀ ਜਿਹੜੀ ਆ ਉਹ ਹਮੇਸ਼ਾ ਕਿਸੇ ਦੇ ਹੱਥ ਨਹੀਂ ਹੁੰਦੀ। ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਨਾਲ ਫਿਰ ਜੁੜੇ ਤੇ ਔਰ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਜਾਰੀ ਕਰ ਸਕੇ ਹਾਂ। ਔਰ ਇਹ ਪ੍ਰੋਗਰਾਮ ਜਿਹੜਾ ਹੈ ਲਗਾਤਾਰ ਰੋਜ਼ ਤੁਸੀਂ 8 ਤੋਂ 9 ਵਜੇ ਤੱਕ ਇਸੇ ਪਲੇਟਫਾਰਮ ਤੇ, 20 ਮੰਚ ਤੇ, ਫੇਸਬੁੱਕ ਤੇ ਔਰ YouTube ਤੇ ਤੁਸੀਂ ਵੇਖ ਸਕਦੇ ਹੋ। ਔਰ ਬਾਅਦ ਵਿੱਚ ਵੀ ਤੁਸੀਂ ਆਪਣੇ ਜਿਹੜੇ ਕਮੈਂਟ ਦੇ ਸਕਦੇ ਹੋ, ਔਰ ਆਪਣੀ ਗੱਲ ਜਿਹੜੀ ਆ ਉਹ ਸਾਨੂੰ ਕੋਈ ਸੁਜੈਸ਼ਨ ਦੇ ਸਕਦੇ ਹੋ, ਕੋਈ ਸਲਾਹ ਮਸ਼ਵਰਾ ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਿਹੜੇ ਆ ਉਹ ਦੇਖ ਸਕਦੇ ਹੋ। ਔਰ ਅੱਜ ਦਾ ਸਫ਼ਰ ਇੱਥੇ ਹੀ। ਕੱਲ ਜੋ ਸ਼ਖਸੀਅਤਾਂ ਸਾਡੇ ਰੂਬਰੂ ਹੋਣਗੀਆਂ, ਤੁਹਾਡੇ ਰੂਬਰੂ ਹੋਣਗੀਆਂ ਇਸ ਮੰਚ ਤੋਂ, ਔਰ ਸੁਨਹਿਰੀ ਬੋਲ ਹੋਣਗੇ ਡਾਕਟਰ ਸਵੈਰਾਜ ਸੰਧੂ ਹੋਰਾਂ ਦੇ, ਔਰ ਰੂਬਰੂ ਸੰਚਾਲਨ ਕਰਨਗੇ ਡਾਕਟਰ ਬਲਵਿੰਦਰ ਜੀ, ਤੇ ਪੇਸ਼ ਨਜ਼ਰ ਦੇ ਵਿੱਚ ਨਾਟਕ ਦੀ ਜਾਂ ਕਹਾਣੀ ਦੀ ਪੇਸ਼ਕਾਰੀ ਜਿਹੜੀ ਉਹ ਦੇਣਗੇ, ਉਹਨਾਂ ਦੇ ਨਾਲ ਗੱਲਬਾਤ ਵੀ ਕਰਨਗੇ, ਉਹਨਾਂ ਦੇ ਨਾਲ ਚਰਚਾ ਵੀ ਹੋਏਗੀ। ਉਹ ਹੋਣਗੇ ਸਾਡੇ ਵਿਸ਼ੇਸ਼ ਕਲਾਕਾਰ ਅੰਜਲੀ ਸਿੰਘ ਜੀ। ਔਰ ਇਹ ਸਫ਼ਰ ਜਿਹੜਾ ਹੈ ਉਹ ਲਗਾਤਾਰ 1 ਮਹੀਨੇ ਤੋਂ ਜ਼ਿਆਦਾ ਲੰਬਾ ਸਫ਼ਰ ਜਿਹੜਾ ਹੈ ਉਹ ਤੈਅ ਹੋਏਗਾ, ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਨਾਟਕ ਨੂੰ ਪਿਆਰ ਕਰਨ ਵਾਲੇ, ਥੀਏਟਰ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਇੰਨਾ ਪਿਆਰ ਦਿੰਦੇ ਨੇ, ਤੇ ਫਿਰ ਇਹ ਸਫ਼ਰ ਜਿਹੜਾ ਆ ਉਹ ਓਨਾ ਹੀ ਲੰਬਾ ਜਿਹੜਾ ਉਹ ਚੱਲਦਾ ਜਾਏਗਾ, ਕਿਉਂਕਿ ਤੁਹਾਡਾ ਪਿਆਰ ਹੀ ਹੈ ਜਿਹੜਾ ਇਸ ਪ੍ਰੋਗਰਾਮ ਨੂੰ ਲਗਾਤਾਰ ਚਲਾਉਣ ਦੇ ਵਿੱਚ ਸਾਨੂੰ ਸਹਿਯੋਗ ਦੇ ਰਿਹਾ। ਔਰ ਕੱਲ ਫਿਰ ਨਵੇਂ ਕਲਾਕਾਰਾਂ ਦੇ ਨਾਲ, ਨਵੀਆਂ ਵੱਡੀਆਂ ਸ਼ਖਸੀਅਤਾਂ ਦੇ ਕੋਲੋਂ ਸੁਨਹਿਰੀ ਬੋਲਾਂ ਦੇ ਰੂਪ ਦੇ ਵਿੱਚ ਆਸ਼ੀਰਵਾਦ ਦੇ ਨਾਲ ਡਾਕਟਰ ਬਲਵਿੰਦਰ ਪ੍ਰੋਗਰਾਮ ਨੂੰ ਹੋਸਟ ਕਰਨਗੇ। ਤਦ ਤੱਕ ਲਈ ਰੱਬ ਰੱਖਾ, ਜੈ ਰੰਗਮੰਚ। देखो ये इंसानी रिश्ते अज किधर नू जा रहे हो, जेड़ा भुख भुख करदा मर गया, ओदी लाश ते मंग मंग खा रहे।
ਉਹਦੀ ਲਾਸ਼ ਤੇ ਮੰਗ ਮੰਗ ਖਾ ਰਹੇ ਹੈ ਮੇਰੀ ਦਰਦ ਕਹਾਣੀ ਮੈਂ ਨਹੀਂ ਹਾਂ ਸਮਝਦਾ ਹਾਣੀ ਜ਼ਿੰਦਗੀ ਦੀ ਉਲਝੀ ਹੈ ਤਾਣੀ ਰੋਟੀ ਪੈਂਦੀ ਮੰਗ ਕੇ ਖਾਣੀ ਮੈਨੂੰ ਕੇਵਲ ਇੱਕ ਹੀ ਦੁੱਖ ਹੈ ਦਿਨ ਵੇਲੇ ਕਿਉਂ ਲੱਗਦੀ ਭੁੱਖ ਹੈ ਭੁੱਖ ਹੀ ਦੁੱਖ ਹੈ ਦੁੱਖ ਹੀ ਭੁੱਖ ਹੈ ਮਾਈ ਚੱਲੀ ਚੱਲੀ ਮਾਈ ਸੁਪਨੇ ਦੀ ਖੋਜ ਤੇ ਆਪਣੀ ਹੀ ਧੁਨੀ ਵਿੱਚ ਆਪਣੀ ਹੀ ਮੌਜ ਤੇ ਮਾਈ ਚੱਲੀ ਚੱਲੀ ਮਾਈ ਸੁਪਨੇ ਦੀ ਖੋਜ ਤੇ ਆਪਣੀ ਹੀ ਧੁਨੀ ਵਿੱਚ ਆਪਣੀ ਹੀ ਮੌਜ ਤੇ ਮਾਈ ਚੱਲੀ ਚੱਲੀ